मैं थोड़ा जिहा कहांगा भी पिछे हो जाओ। कई बार ये इसनूं ਚੱਲਣ ਲੱਗਿਆ ਤਾਂ ਹੁਣ ਤੁਸੀਂ ਦੇਖੋਗੇ ਕੋਈ ਰਿਐਕਸ਼ਨ ਸ਼ੁਰੂ ਹੋ ਗਿਆ ਹੋਇਆ। ਪਿੱਛੇ ਰੋ ਗੁਰਪ੍ਰੀਤ ਜੀ, ਆਹ ਦੇਖੋ ਉਹ ਪਾਣੀ ਦੇ ਵਿੱਚ ਅੱਗ ਲੱਗੇ ਬਣ ਗਿਆ। ਹਾਂ, ਸੋਡੀਅਮ ਮੈਟਲ ਨੇ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਕਿਰਿਆ ਕੀਤੀ ਤਾਂ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਦਿਖਾਇਆ ਗਿਆ ਕਿ ਪਾਣੀ ਦੇ ਉੱਤੇ ਅੱਗ ਲੱਗੀ ਹੋਈ ਸੀ। ਆ ਤੁਸੀਂ ਦੇਖੋ ਵੀ ਆ ਮੇਰੇ ਕੋਲ ਹੁਣ ਸਿਲੰਡਰੀਕਲ ਇੱਕ ਬੇਲਨ ਟਾਈਪ ਦਾ ਹੈਗਾ ਹੈ ਨਾ ਜੀ। ਇਹ ਕਿੱਧਰ ਨੂੰ ਜਾ ਰਿਹਾ ਤੁਸੀਂ ਦੇਖ ਲਓ। ਇਹ ਜਾ ਰਿਹਾ ਆਪਣੇ ਹੱਥ ਅੱਗੇ ਪਾਸੇ ਨੂੰ, ਕਿਉਂਕਿ ਆ ਉੱਪਰ ਤੁਸੀਂ ਚੱਕਿਆ ਹੋਇਆ ਮੈਂ ਦਿਖਾ ਦਵਾਂ ਕਿ ਇਸ ਨੂੰ ਇੱਥੋਂ ਚੱਕ ਕੇ ਇਹਨੂੰ ਐਂ ਸਲਾਈਡ ਕਰਕੇ ਰੱਖਿਆ ਹੋਇਆ ਇਸ ਜਿਹੜੀ ਫੱਟੀ। ਜੇ ਤੁਸੀਂ ਕਹੀਏ ਵੀ ਇਸ ਨੂੰ ਇਹ ਇੱਧਰ ਹੀ ਜਾਊਗਾ ਹਮੇਸ਼ਾ, ਚਾਹੇ ਇੱਥੋਂ ਕਰ ਲਓ ਤੁਸੀਂ ਦੇਖ ਰਹੇ ਹੋਵੋਗੇ ਤੁਸੀਂ। ਤਾਂ ਹੁਣ ਇਹ ਜਿਹੜਾ ਹੈਗਾ ਇਸੇ ਤਰ੍ਹਾਂ ਦਾ ਇੱਕ ਇਨਸਟਰੂਮੈਂਟ ਹੋਰ ਅਸੀਂ ਤਿਆਰ ਕੀਤਾ। ਤਾਂ ਹੁਣ ਤੁਸੀਂ ਦੇਖੋ ਵੀ ਇਹ ਕਿੱਧਰ ਨੂੰ ਜਾ ਰਿਹਾ। ਹੁਣ ਤੁਹਾਨੂੰ ਇਹ ਵੀ ਦਿਖਾਇਆ ਜਾਊਗਾ ਵੀ ਇਹ ਕਿੱਧਰ ਨੂੰ ਜਾ ਰਿਹਾ। ਇਹ ਉਲਟਾ ਹੀ ਚੱਲ ਪਿਆ। ਇਹ ਮੇਰੇ ਵਰਗਾ ਲੱਗਦਾ ਮੈਨੂੰ। ਇਹ ਦੇਖੋ ਜੀ, ਹੁਣ ਜਾਣਾ ਤਾਂ ਇਹਨੂੰ ਉੱਧਰ ਚਾਹੀਦਾ ਸੀਗਾ, ਪਰ ਇਹ ਜਿਹੜਾ ਹੈਗਾ ਇਹ ਉਲਟਾ ਚੱਲ ਪਿਆ। ਹੁਣ ਹੈ ਕੀ ਇਹਦੇ ਵਿੱਚ, ਇਹ ਉੱਧਰ ਨੂੰ ਚੱਲ ਰਿਹਾ ਤੇ ਇਸ ਨੂੰ ਕਹਿੰਦੇ ਆ ਇਹ ਵਾਪਸ ਨੂੰ ਆ ਰਿਹਾ। ਇੱਕ ਆਪਾਂ ਨੇ ਅਖਬਾਰੀ ਕਾਗਜ਼ ਲਿਆ। ਹੁਣ ਇਸ ਦਾ ਮੈਂ ਤੁਹਾਡੇ ਸਾਹਮਣੇ ਫੁੱਲ ਬਣਾਉਂਗਾ। ਤਾਂ ਫੁੱਲ ਬਣਾਉਣ ਦੇ ਲਈ ਇਸ ਨੂੰ ਥੋੜਾ ਜਿਹਾ ਗੁਲਾਈ ਦੇ ਵਿੱਚ ਆਪਾਂ ਕਰ ਲੈਂਦੇ ਆ। ਤਾਂ ਤੁਸੀਂ ਦੇਖ ਰਹੇ ਹੋ ਕੋਈ ਬਹੁਤਾ ਇਸ ਨੂੰ ਸਮਾਂ ਨਹੀਂ ਲੱਗਣ ਵਾਲਾ, ਕਿਉਂਕਿ ਇਹ ਤੁਹਾਡੇ ਸਾਹਮਣੇ ਤਾਂ ਕਰਕੇ ਦਿਖਾਇਆ ਜਾਂਦਾ ਵੀ ਘਰੇ ਬੈਠੇ ਤੁਸੀਂ ਵੀ ਕਰਕੇ ਦੇਖੋ। ਇਹ ਨਾ ਸਮਝੋ ਵੀ ਕੋਈ ਜਾਦੂ ਹੈ, ਇਹ ਤੁਸੀਂ ਆਪ ਬਣਾਓ। ਤੁਹਾਡੇ ਕੋਲ ਕਾਗਜ਼ ਪਿਆ ਹੈ ਅਖਬਾਰ ਦਾ, ਤੁਸੀਂ ਕਰਕੇ ਦੇਖੋ। ਤਾਂ ਹੁਣ ਇਹਨਾਂ ਪੱਤੀਆਂ ਨੂੰ ਮੋੜ ਕੇ ਅਸੀਂ ਐ ਸਮਝਾਂਗੇ ਵੀ ਇਹ ਫੁੱਲ ਹੈ ਜਿਹੜਾ ਇਹ ਡੋਡੀ ਦੀ ਸ਼ਕਲ ਦੇ ਵਿੱਚ ਹੈ ਇਸ ਟਾਈਮ। ਤਾਂ ਉਹ ਪੱਤੀਆਂ ਕਿਵੇਂ ਖੁੱਲਣੀਆਂ ਉਹ ਤੁਹਾਨੂੰ ਦਿਖਾਇਆ ਜਾਣਾ ਕਨਸੈਪਟ ਇੱਥੇ ਅੱਜ। ਤਾਂ ਆਹ ਦੇਖੋ ਇਹ ਫੁੱਲ ਹੈ। ਤਾਂ ਹੁਣ ਇਸ ਇੱਕ ਬਾਉਲ ਦੇ ਵਿੱਚ ਅਸੀਂ ਪਾਣੀ ਪਾਇਆ ਹੋਇਆ। ਇਹ ਪਾਣੀ ਹੈ ਜੀ ਸਾਡੇ ਕੋਲ। ਹੁਣ ਇਸ ਦੇ ਵਿੱਚ ਜਿਵੇਂ ਅਸੀਂ ਅਖਬਾਰ ਦੇ ਚੈੱਕ ਕਰ ਲਈਏ ਕਿ ਪਾਣੀ ਵਿੱਚ ਦਰਸ਼ਕ ਕਹਿਣਗੇ ਭਾਈ ਇਹ ਤਾਂ ਐਂਕਰ ਵੀ ਨਾਲ ਮਿਲਿਆ ਹੋਇਆ ਹੈ। ਅੱਛਾ ਪਾਣੀ ਹੈ ਇਹ, ਠੀਕ ਹੈ ਜੀ। ਬਿਲਕੁਲ ਬਿਲਕੁਲ ਆਮ ਪਾਣੀ ਹੈ। ਇਹਨੂੰ ਡੋਲ ਕੇ ਕੋਈ ਹੋਰ ਭਰ ਲਓ, ਕੋਈ ਦਿੱਕਤ ਨਹੀਂ। ਘਰੇ ਕਰਕੇ ਦੇਖਿਓ, ਨਾ ਹੋਇਆ ਤਾਂ ਕਰਿਓ ਫੋਨ ਤੇ ਗੱਲ, ਦੱਸਾਂਗੇ ਤੁਹਾਨੂੰ। ਆਹ ਦੇਖੋ ਹੁਣ ਇਸ ਦੇ ਵਿੱਚ ਉਹੀ ਮੈਂ ਫੁੱਲ ਰੱਖ ਰਿਹਾ। ਕਿਉਂ ਜੀ, ਖਿੜ ਰਿਹਾ ਕਿ ਨਹੀਂ? ਇਹ ਪੂਰੀ ਬੋਤਲ ਹੈ। ਇਸ ਦੇ ਵਿੱਚ ਮੈਂ ਗਿੱਲਾ ਕੱਪੜਾ ਪਾਇਆ ਹੋਇਆ। ਦੇਖੋ ਇਸ ਦੇ ਵਿੱਚ ਕੋਈ ਪਾਣੀ ਨਹੀਂ ਹੈ। ਹੁਣ ਇਸ ਦੇ ਵਿੱਚ ਇਸ ਕੱਪੜੇ ਨੂੰ ਅਸੀਂ ਪਾ ਦਿੰਨੇ ਆ, ਪਾ ਕੇ ਉੱਪਰੋਂ ਢੱਕਣ ਲਾ ਦਿੰਨੇ ਆ। ਢੱਕਣ ਦੇ ਵਿੱਚ ਸੈਂਸਰ ਹੋਇਆ ਕਰਦਾ ਵੀ ਢੱਕਣ ਲੱਗੂਗਾ ਤਾਂ ਉਹ ਘੁੰਮੂਗਾ, ਕਿਉਂਕਿ ਕਿਤੇ ਹੱਥ ਨਾ ਆ ਜਾਏ ਕਿਸੇ ਦਾ। ਇਹ ਸਾਇੰਸ ਬਹੁਤ ਸੋਚ ਸਮਝ ਕੇ ਕੰਮ ਕਰਦੀ ਹੈ ਸਾਰੇ ਦਾ ਸਾਰਾ। ਹੁਣ ਜਦੋਂ ਇਸ ਦੇ ਵਿੱਚ ਇਸ ਨੂੰ ਘੁਮਾਇਆ ਜਾਂਦਾ ਤਾਂ ਤੁਸੀਂ ਦੇਖੋਗੇ ਕਿ ਜਦੋਂ ਤੇਜ਼ ਤੇਜ਼ ਇਹ ਚੀਜ਼ ਘੁੰਮ ਰਹੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੀ ਗੇੜੇ ਖਾਂਦਾ ਨਾ ਜੀ। ਆਪਣੇ ਜਿਹੜਾ ਕੱਪੜਾ ਹੈ, ਗਿੱਲਾ ਕੱਪੜਾ ਹੈ, ਉਹ ਗੇੜੇ ਖਾਈ ਜਾਂਦਾ ਹੁੰਦਾ। ਉਹ ਗੇੜੇ ਖਾਈ ਜਾਂਦਾ ਹੁੰਦਾ ਤੇ ਸਾਡੀ ਜਿਹੜੀ ਡਰੇਨ ਪਾਈਪ ਹੈ ਉਹਦੇ ਵਿੱਚੋਂ ਜਿਹੜਾ ਪਾਣੀ ਉਹ ਬਾਹਰ ਆ ਜਾਂਦਾ। ਹੁਣ ਤੁਹਾਨੂੰ ਇੱਥੇ ਦਿਖਾਵਾਂਗੇ ਵੀ ਉਹ ਪਾਣੀ ਹੈ ਜਿਹੜਾ ਉਹ ਇਸ ਦੇ ਵਿੱਚ ਇਕੱਠਾ ਹੋ ਗਿਆ ਹੋਇਆ ਤੇ ਉਸ ਪਾਣੀ ਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਉਹ ਆਹ ਕੱਪੜਾ ਨਿਚੋੜ ਕੇ ਅਸੀਂ ਪਾਣੀ ਜਿਹੜਾ ਹੈ ਬਾਹਰ ਕੱਢਤਾ ਹੋਇਆ। ਬਾਹਰਲੇ ਮੁਲਕਾਂ ਦੇ ਜਿਹੜੇ ਡਾਕਟਰ ਹੈ ਉਹਨਾਂ ਨੇ ਇੱਕ ਨੰਬਰ ਲੱਭਿਆ ਜਿਸ ਦਾ ਨੰਬਰ ਦਾ ਨਾਮ ਰੱਖਿਆ ਉਹਨਾਂ ਨੇ 99। ਇਹ ਨੰਬਰ ਦਾ ਨਾਮ ਪਤਾ ਜੀ ਕੀ ਹੈ? ਡਾਕਟਰ ਨੰਬਰ। ਅਚੰਭਾ ਪੈ ਗਿਆ ਨਾ ਵੀ ਇਹ ਡਾਕਟਰ ਦਾ ਨੰਬਰ ਕਿਵੇਂ ਬਣ ਗਿਆ, ਵੀ ਕੀ ਇਹ ਡਾਕਟਰ ਦਾ ਫੋਨ ਨੰਬਰ ਹੈ? ਨਾ 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 ਨਾ, ਇਸ ਨੰਬਰ ਨੂੰ ਮਤਲਬ ਵੀ ਨਾਮ ਦਿੱਤਾ ਗਿਆ ਵੀ ਡਾਕਟਰ ਨੰਬਰ ਹੈ। ਜਿਹੜੇ ਮਾਹਰ ਡਾਕਟਰ ਹੈ, ਜਿਹੜੇ ਬਹੁਤ ਜ਼ਿਆਦਾ ਮਾਹਰਤਾ ਰੱਖਦੇ ਆ ਸਟੈਥੋਸਕੋਪ ਦੇ ਨਾਲ, ਜਦੋਂ ਤੁਹਾਡੇ ਚੈਸਟ ਨੂੰ ਚੈੱਕ ਕਰਦੇ ਆ ਤਾਂ ਉਹ ਆਪਣੇ ਪੇਸ਼ੈਂਟ ਨੂੰ ਕਹਿੰਦੇ ਸਪੀਕ 99। ਜਦੋਂ 99 ਬੋਲਦਾ ਨਾ ਜੀ ਤਾਂ ਉਹਦੇ ਅੰਦਰਲੀ ਜਿਹੜੀ ਹਲਚਲ ਹੁੰਦੀ ਹੈ 99 ਬੋਲਣ ਲੱਗਿਆ, ਉਸ ਤੋਂ ਉਹ ਬਿਮਾਰੀ ਨੂੰ ਡਾਇਗਨੋਸ ਕਰਦੇ। ਉਹਨਾਂ ਨੇ ਆ ਕੇ ਕਿਹਾ ਸੀ ਰਾਮਾਨੁਜਨ ਯਾਰ ਜਿਹੜੀ ਕਾਰ 'ਚ ਮੈਂ ਆਇਆ ਨਾ, ਕਾਰ ਦਾ ਨੰਬਰ ਬੜਾ ਬੋਰਿੰਗ ਹੈ। ਉਹ ਕਹਿੰਦਾ ਤੂੰ ਆਪਣੀ ਕਾਰ ਦਾ ਨੰਬਰ ਦੱਸ, ਚੱਲ ਬਾਅਦ 'ਚ ਗੱਲ ਕਰਾਂਗੇ। ਉਹ ਕਹਿੰਦਾ ਮੇਰੀ ਕਾਰ, ਉਹ ਪਰ ਚਾਂਸ ਉਹਦੀ ਕਾਰ ਦਾ ਨੰਬਰ 1729 ਸੀ ਜਿਹੜਾ ਉਹਨੇ ਦੱਸਿਆ। ਕਹਿੰਦਾ 1729 ਹਾਰਡਲੀ, ਕਹਿੰਦਾ ਇਹ ਤਾਂ ਉਹ ਬਹੁਤ ਦਿਲਚਸਪ ਨੰਬਰ ਹੈ। ਕਹਿੰਦਾ ਕਿਵੇਂ? ਕਹਿੰਦਾ ਇਹ ਨੰਬਰ 12 ਦਾ ਕਿਊਬ ਕਰੋ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਇਸ ਨੰਬਰ ਨੂੰ ਕਿਊਬ ਕਰਕੇ 1 ਦਾ ਕਿਊਬ ਕਰ ਦਿਓ, ਜੋੜ ਦਿਓ ਦੋਨਾਂ ਨੂੰ। ਕਹਿੰਦਾ 1728 ਜਮਾ 1, ਕਹਿੰਦਾ ਬਣ ਗਿਆ 1729। ਲੈ ਚੱਕ, ਕਹਿੰਦਾ। ਤਾਂ ਇਹ ਸੀ ਸਾਡੇ ਦੇਸ਼ ਦੇ ਰਾਮਾਨੁਜਨ ਜਿਹਦੇ ਨਾਮ ਤੇ ਨੰਬਰ ਬਣ ਗਿਆ। ਨੰਬਰ ਤਾਂ ਦੇਖੋ ਗੁਰਪ੍ਰੀਤ ਜੀ ਤਾਂ ਹੀ ਬਣਨਗੇ ਜੇ ਤੁਸੀਂ ਕੁਝ ਕਰਕੇ ਦਿਖਾਓਗੇ। ਐਸਾ ਨੰਬਰ ਬੋਲੋ ਗੁਰਪ੍ਰੀਤ ਜੀ ਤੁਸੀਂ ਜਿਹੜਾ 3
ਅੰਕ ਹੋਣ ਉਹਦੇ 'ਚ ਤੇ ਤਿੰਨੋਂ ਵੱਖਰੇ ਵੱਖਰੇ ਹੋਣ। 329 ਤਾਂ ਇਹਨਾਂ ਨੇ ਬੋਲਿਆ ਜੀ 329। ਹੁਣ ਇਹਨੂੰ ਤੁਸੀਂ ਉਲਟਾ ਕੇ ਲਿਖ ਲਓ, ਕਿੰਨਾ ਬਣ ਗਿਆ ਜੀ? 923 ਬਣ ਗਿਆ। ਹੁਣ ਜਿਹੜਾ ਵੱਡਾ ਉਹਦੇ 'ਚੋਂ ਛੋਟਾ ਘਟਾ ਲਓ ਜੀ। ਠੀਕ ਹੈ। 13 ਚੋਂ 9 ਗਏ, 11 ਚੋਂ 2 ਗਏ 9, ਤੇ ਇੱਥੇ ਰਹਿ ਗਏ ਸਾਡੇ ਕੋਲ 8, 8 ਚੋਂ 3 ਗਏ 5, 594 ਜੀ। ਇਹਨੂੰ ਫੇਰ ਉਲਟਾ ਲਓ ਜੀ, ਲਓ ਜੀ ਜੋੜ ਲਓ ਜੀ। ਹਰ ਵਾਰੀ ਕੋਈ ਨੰਬਰ ਲੈ ਲਿਓ ਐਂ ਹੀ ਆਊਗਾ, ਇੰਨਾ ਹੀ ਜਵਾਬ ਆਊਗਾ। ਇਸ ਲਈ ਇਸ ਦਾ ਨਾਮ ਪਿਆ ਵੰਡਰ ਸਮ। ਅੱਛਾ, ਯਾਨੀ ਕਿ ਹਰ ਵਾਰ ਨੰਬਰ ਜਿਹੜਾ ਆਨਸਰ ਹੈ ਇਹੀ ਆਊਗਾ। ਇਹੀ ਆਊਗਾ। ਆਪਾਂ ਹੋਰ ਕਰਦੇ ਹਾਂ ਫਿਰ। ਚਲੋ ਚਲੋ ਪਿਆਰ ਆਪਾਂ ਲੱਗਦਾ 524। 524 ਲਓ ਜੀ। 524 ਦੇ ਉਲਟਾ ਲਓ, ਵੱਡੇ ਚੋਂ ਛੋਟਾ ਘਟਾਓ। 14 ਚੋਂ 5 ਗਏ, 11 ਚੋਂ 2 ਗਏ 0, ਉਲਟਾਓ 990 ਜੋੜੋ, ਹਾਲੋ ਚੱਕੋ। ਹੁਣ ਇਹ ਜਿਹੜੇ ਸੋਲਰ ਸੈੱਲ ਹੈ, ਜੇ ਇਸ ਨੂੰ ਇਸ ਤਰ੍ਹਾਂ ਅਸੀਂ ਰੱਖਤਾ ਸੂਰਜ ਦੇ ਵੱਲ ਨੂੰ ਕਰਕੇ, ਤਾਂ ਹੁਣ ਇਹ ਪੰਪ ਆਊਟ ਕਰ ਰਿਹਾ ਹੈ ਪਾਣੀ, ਜਿਹੜਾ ਹੈ ਧਰਤੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ। ਤਾਂ ਹੁਣ ਜੇ ਇਸ ਦੇ ਸਾਹਮਣੇ ਮਤਲਬ ਸ਼ੈਡੋ ਆ ਜਾਏਗੀ, ਛਾਂ ਆ ਜਾਏਗੀ, ਤਾਂ ਤੁਸੀਂ ਦੇਖੋ ਵੀ ਇਸ ਨੇ ਬੰਦ ਹੋ ਜਾਣਾ। ਬੰਦ ਹੋ ਗਿਆ ਬਿਲਕੁਲ। ਆ ਹੁਣ ਵਿਦਿਆਰਥੀ ਅੱਗੇ ਆਇਆ, ਉਹ ਜਰੇ ਬੰਦ ਹੋ ਗਿਆ। ਅੱਗੇ ਆਇਓ ਵੀਰੇ। ਹਾਂ ਆ ਦੇਖੋ, ਪਰਾਂ ਹੋ ਜਾਓ ਬੇਟੇ। ਇਹ ਆ ਦੇਖੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਰਹੇ ਹੋਵੋਗੇ। ਕਾਫੀ ਸਮੇਂ ਪਹਿਲੇ ਇਸੇ ਪੇਜ ਤੇ ਇੱਕ ਵੀਡੀਓ ਪਾਈ ਸੀ ਇਸੇ ਚੈਨਲ ਤੇ ਅਸੀਂ, ਜਿਸ ਨੂੰ ਵੇਖ ਕੇ ਰਿਸਪੌਂਸ ਬੜਾ ਚੰਗਾ ਆਇਆ। ਵੈਸੇ ਵੀਡੀਓ ਸੀਗੀ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਬੋਰ ਕਰਨ ਵਾਲੀ। ਜਿਵੇਂ ਕਿ ਮੈਂ ਜਦ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਤਾਂ ਕਈ ਵਾਰ ਪੜ੍ਹਾਈ ਤੋਂ ਬੋਰ ਹੋ ਜਾਂਦਾ ਸੀ। ਕਿਉਂਕਿ ਅਕਸਰ ਕਿਤਾਬੀ ਕੀੜੇ ਬਣਨ ਨੂੰ ਕਿਹਾ ਜਾਂਦਾ ਸੀਗਾ ਵੀ ਜੋ ਲਿਖਿਆ ਉਹ ਪੜ੍ਹੋ, ਬਸ ਓਨਾ ਕੀ ਪੜ੍ਹ ਕੇ ਅੱਗੇ ਪੜ੍ਹਾਓ, ਇੱਦਾਂ ਦੀ ਕੁਝ ਚੀਜ਼ਾਂ ਹੁੰਦੀਆਂ ਸੀਗੀਆਂ। ਪਰ ਜਦ ਪ੍ਰੈਕਟੀਕਲ ਕਰਨ ਨੂੰ ਅਕਸਰ ਵੀ ਅੱਜ ਵੀ ਜੇ ਕਿਸੇ ਬੰਦੇ ਨੂੰ ਪ੍ਰੈਕਟੀਕਲ ਕਰਕੇ ਕੋਈ ਚੀਜ਼ ਦਿਖਾਇਆ ਜਾਵੇ ਤਾਂ ਉਹ ਚੀਜ਼ ਤੇ ਵੱਧ ਕੇ ਜਿਹੜਾ ਆ ਉਸ ਤੇ ਰਿਸਪੌਂਸ ਦਿੰਦਾ ਆ, ਛੇਤੀ ਉਸ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦਾ ਆ। ਤੇ ਜਿਹੜੀ ਉਹ ਵੀਡੀਓ ਸੀਗੀ ਉਸ ਦੇ ਵਿੱਚ ਮੇਰੇ ਨਾਲ ਡਾਕਟਰ ਜਸਵਿੰਦਰ ਸਿੰਘ ਜੀ ਸੀਗੇ। ਅਸੀਂ ਉਹਨਾਂ ਨੂੰ ਮਿਲਾਇਆ ਸੀ, ਜਿਨ੍ਹਾਂ ਨੇ ਮੈਥ ਦੇ ਕਾਫੀ ਫਾਰਮੂਲੇ ਦੱਸੇ ਸੀ, ਕਿਵੇਂ ਆਪਾਂ ਮੈਥ ਦੇ ਫਾਰਮੂਲੇ ਯੂਜ਼ ਕਰਕੇ ਵੱਡੇ ਵੱਡੇ ਪਹਾੜਿਆਂ ਨੂੰ ਸੌਖਾ ਕਰ ਸਕਦੇ ਹਾਂ। ਇੱਕ ਉਹ ਚੀਜ਼ ਦੱਸੀ ਸੀ। ਉਸ ਤੋਂ ਬਾਅਦ ਕਾਫੀ ਐਕਸਪੈਰੀਮੈਂਟ ਦੱਸੇ ਵੀ ਮੱਥੇ ਨਾਲ ਲਾ ਕੇ ਬਲਬ ਜਿਹੜਾ ਆ ਬਿਨਾਂ ਬਿਜਲੀ ਤੋਂ ਕਿਵੇਂ ਚੱਲ ਜਾਂਦਾ। ਹਾਲਾਂਕਿ ਉਸ ਦੇ ਵਿੱਚ ਇੱਕ ਸਾਇੰਸ ਸੀ, ਪਰ ਲੋਕਾਂ ਨੂੰ ਉਹ ਚੀਜ਼ ਕਿਤੇ ਨਾ ਕਿਤੇ ਜਾਦੂ ਵਰਗੀ ਲੱਗੀ ਵੀ ਇਹ ਚੀਜ਼ ਕਿਵੇਂ ਹੋ ਸਕਦੀ ਹੈ। ਅੱਜ ਫੇਰ ਤੋਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਦੇ ਵਿੱਚ ਆਇਆ ਆ। ਤੁਹਾਡੀ ਫੇਰ ਤੋਂ ਮੁਲਾਕਾਤ ਡਾਕਟਰ ਜਸਵਿੰਦਰ ਸਿੰਘ ਜੀ ਦੇ ਨਾਲ ਕਰਾਊਂਗਾ ਤੇ ਬੜੇ ਐਕਸਪੈਰੀਮੈਂਟ ਇਸ ਵਾਰ ਵੀ ਵਿਖਾਊਂਗਾ। ਅਲੱਗ ਹੋਣਗੇ, ਹਟ ਕੇ ਹੋਣਗੇ, ਕਨਸੈਪਟ ਪਰ ਕਿਤੇ ਨਾ ਕਿਤੇ ਸਾਇੰਸ ਦਾ ਹੋਊਗਾ। ਅਸਲ ਕਨਸੈਪਟ ਜਿਹੜਾ ਸਾਇੰਸ ਦਾ ਹੋਊਗਾ, ਪਰ ਲੋਕਾਂ ਨੂੰ ਹੈਰਾਨ ਕਰਨ ਵਾਲਾ ਹੋਊਗਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਟਾਰਟਿੰਗ ਦੇ ਵਿੱਚ ਕਹਿ ਰਿਹਾ ਆ, ਕੰਟੈਕਟ ਨੰਬਰ ਵੀ ਬਕਾਇਦਾ ਮੈਂ ਦੇ ਕੇ ਜਾਊਂਗਾ। ਕਿਸ ਤਰੀਕੇ ਦੇ ਨਾਲ ਮੈਥ ਨੂੰ ਵੀ ਆਪਾਂ ਯਾਨੀ ਕਿ ਜਿਹੜਾ ਵਿਦਿਆਰਥੀਆਂ ਦੇ ਤੌਰ ਤੇ ਦੇਖਾਂ, ਸਟੂਡੈਂਟ ਦੇ ਤੌਰ ਤੇ ਦੇਖਾਂ, ਤਾਂ ਸਭ ਤੋਂ ਔਖਾ ਸਬਜੈਕਟ ਜਿਹੜਾ ਆ ਮੈਥ ਨੂੰ ਮੰਨਿਆ ਜਾਂਦਾ ਵੀ ਯਾਰ ਇਹ ਚੀਜ਼ ਕਿਵੇਂ ਹੋਊਗੀ, ਮੇਰੇ ਤੋਂ ਤਾਂ ਪਹਿਲਾਂ ਹੀ ਡਰ ਜਾਂਦੇ ਨੇ। ਪਰ ਅੱਜ ਸੌਖੇ ਤੋਂ ਸੌਖਾ ਤਰੀਕਾ ਕਿਵੇਂ ਵਰਤ ਸਕਦੇ ਹਾਂ, ਕਿਵੇਂ ਮੈਥ ਦੇ ਫਾਰਮੂਲੇ, ਕਿਵੇਂ ਪਹਾੜੇ, ਕਿਵੇਂ ਸਕੁਅਰ ਰੂਟ, ਹਰ ਇੱਕ ਚੀਜ਼ ਦੱਸਾਂਗੇ। ਭਾਈ ਸਾਹਿਬ ਸਾਡੇ ਨਾਲ ਨੇ। ਭਾਈ ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਿਲਕੁਲ ਠੀਕ ਠਾਕ ਹਾਂ। ਉਮੀਦ ਕਰਦਾ ਵੀ ਸਭ ਠੀਕ ਠਾਕ ਹੋਣਗੇ, ਸਿਹਤਾਂ ਕਾਇਮ ਹੈ। ਤੇ ਸਾਡੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਅੱਛਾ, ਸ਼ੁਰੂ ਕਰਦੇ ਹਾਂ ਆਪਾਂ। ਬਹੁਤ ਚੀਜ਼ਾਂ ਨੇ, ਕਿਉਂਕਿ ਆਪਾਂ ਬਹੁਤਾ ਟਾਈਮ ਨਹੀਂ ਲੈਣਾ, ਬਹੁਤ ਕਨਸੈਪਟ ਆਪਣੇ ਕੋਲ ਅੱਜ ਦਿਖਾਉਣ ਵਾਲਾ। ਆਪਾਂ ਸ਼ੁਰੂਆਤ ਕਰਦੇ ਹਾਂ। ਪਹਿਲਾ ਕਨਸੈਪਟ ਹੁਣ ਸਾਨੂੰ ਅੱਜ ਕੀ ਦਿਖਾਓਗੇ? ਹਾਂ ਦੇਖੋ, ਕਨਸੈਪਟ ਜਿਹੜੇ ਸਾਇੰਸ ਨੇ ਬਣਾਏ ਹੈ ਉਹ ਬੜੇ ਆਲਾ, ਮਤਲਬ ਤੁਸੀਂ ਦੇਖ ਕੇ ਹੈਰਾਨ ਚਿੱਤ ਹੋ ਜਾਂਦਾ ਬੰਦਾ ਵੀ ਇਹ ਕਿਸ ਤਰ੍ਹਾਂ। ਹੁਣ ਮਸ਼ੀਨ ਬਣਾਈ ਅਸੀਂ, ਵਾਸ਼ਿੰਗ ਮਸ਼ੀਨ ਬਣਾਈ, ਸਾਡੇ ਕੱਪੜੇ ਧੋਣੇ ਸੁਖਾਲੇ ਹੋ ਗਏ, ਹੈ ਨਾ। ਫਿਰ ਉਹਦੇ 'ਚ ਇੱਕ ਡਰਾਇਰ ਲਾਇਆ ਗਿਆ। ਡਰਾਇਰ ਦਾ ਕੰਮ ਕੀ ਹੈ ਵੀ ਉਹ ਸੁਕਾਉਣ ਵਾਸਤੇ, ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸਿਹਤਾਂ ਵੀ ਹੋ ਜਿਹੀਆਂ ਕਮਜ਼ੋਰੂ ਜੀ ਹੋਈ ਜਾਂਦੀਆਂ। ਜੇ ਮੇਰੇ ਖਿਆਲ ਤੇ ਕਿਸੇ ਬੱਚੇ ਨੂੰ ਗੁਰਪ੍ਰੀਤ ਜੀ ਆਪਾਂ ਕਹਿ ਦਈਏ ਵੀ ਖੇਸ ਨਿਚੋੜ ਲੈ, ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਆਪ ਨੁੱਚੜ ਜੂਗਾ, ਖੇਸ ਨਹੀਂ ਨੁੱਚੜਨਾ ਤੋਂ। ਤਾਂ ਇਸ ਕਰਕੇ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਇੱਕ ਡਰਾਇਰ ਜਿਹੜਾ ਫਿੱਟ ਕੀਤਾ ਹੋਇਆ ਸਾਈਡ ਦੇ ਉੱਤੇ, ਤਾਂ ਉਹ ਡਰਾਇਰ ਦਾ ਕਨਸੈਪਟ ਕੀ ਹੈ, ਉਹ ਸਾਇੰਸ ਨੇ ਕਿਸ ਤਰ੍ਹਾਂ ਦੇ ਨਾਲ, ਕਿਹੜੇ ਕਨਸੈਪਟ ਦੇ ਨਾਲ ਉਹ ਚੀਜ਼ ਦਿਖਾਈ ਹੈ, ਉਹਨੂੰ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਅਸੀਂ ਬੋਤਲਾਂ ਦੇ ਨਾਲ। ਤਾਂ ਹੁਣ ਸਾਡੇ ਕੋਲ ਮੰਨ ਲਓ ਵੀ ਆਹ ਜਿਹੜਾ ਸਾਡੇ ਕੋਲ ਕੱਪੜਾ ਹੈਗਾ, ਇਹ ਗਿੱਲਾ ਕੱਪੜਾ ਸਾਡੇ ਕੋਲ, ਇਸ ਦੇ ਵਿੱਚ ਇਹ ਅਸੀਂ ਗਿੱਲਾ ਕੱਪੜਾ ਪਾ ਲਿਆ ਹੋਇਆ। ਹੁਣ ਇੱਕ ਸਾਡੇ ਕੋਲ ਇੱਥੇ ਬੋਤਲ ਹੈ, ਤੁਹਾਨੂੰ ਦਿਖਾਉਂਦੇ ਹਾਂ ਅਸੀਂ। ਤਾਂ ਉਸ ਬੋਤਲ ਦੇ ਵਿੱਚ ਬੋਤਲ ਨੂੰ ਅਸੀਂ ਅੱਧਾ ਕੱਟ ਕੀਤਾ ਹੋਇਆ, ਦੇਖੋ
ਇਹ ਪੂਰੀ ਬੋਤਲ ਹੈ, ਇਸ ਦੇ ਵਿੱਚ ਮੈਂ ਗਿੱਲਾ ਕੱਪੜਾ ਪਾਇਆ ਹੋਇਆ, ਦੇਖੋ ਇਸ ਦੇ ਵਿੱਚ ਕੋਈ ਪਾਣੀ ਨਹੀਂ ਹੈ। ਹੁਣ ਇਸ ਦੇ ਵਿੱਚ ਇਸ ਕੱਪੜੇ ਨੂੰ ਅਸੀਂ ਪਾ ਦਿੰਨੇ ਆ, ਪਾ ਕੇ ਉੱਪਰੋਂ ਢੱਕਣ ਲਾ ਦਿੰਨੇ ਆ। ਢੱਕਣ ਦੇ ਵਿੱਚ ਸੈਂਸਰ ਹੋਇਆ ਕਰਦਾ ਵੀ ਢੱਕਣ ਲੱਗੂਗਾ ਤਾਂ ਉਹ ਘੁੰਮੂਗਾ, ਕਿਉਂਕਿ ਕਿਤੇ ਹੱਥ ਨਾ ਆ ਜਾਏ ਕਿਸੇ ਦਾ। ਇਹ ਸਾਇੰਸ ਬਹੁਤ ਸੋਚ ਸਮਝ ਕੇ ਕੰਮ ਕਰਦੀ ਹੈ ਸਾਰੇ ਦਾ ਸਾਰਾ। ਹੁਣ ਜਦੋਂ ਇਸ ਦੇ ਵਿੱਚ ਇਸ ਨੂੰ ਘੁਮਾਇਆ ਜਾਂਦਾ ਹੈ ਤਾਂ ਤੁਸੀਂ ਦੇਖੋਗੇ ਕਿ ਜਦੋਂ ਤੇਜ਼ ਇਹ ਚੀਜ਼ ਘੁੰਮ ਰਹੀ ਹੈ ਇਹਦੇ ਵਿੱਚ, ਇਸ ਤਰ੍ਹਾਂ ਹੀ ਗੇੜੇ ਖਾਂਦਾ ਨਾ ਜੀ। ਆਪਣੇ ਜਿਹੜਾ ਕੱਪੜਾ ਹੈ, ਗਿੱਲਾ ਕੱਪੜਾ ਹੈ, ਉਹ ਗੇੜੇ ਖਾਈ ਜਾਂਦਾ ਹੁੰਦਾ, ਉਹ ਗੇੜੇ ਖਾਈ ਜਾਂਦਾ ਹੁੰਦਾ। ਤੇ ਸਾਡੀ ਜਿਹੜੀ ਡਰੇਨ ਪਾਈਪ ਹੈ ਉਹਦੇ ਵਿੱਚੋਂ ਜਿਹੜਾ ਪਾਣੀ ਉਹ ਬਾਹਰ ਆ ਜਾਂਦਾ। ਹੁਣ ਤੁਹਾਨੂੰ ਇੱਥੇ ਦਿਖਾਵਾਂਗੇ ਵੀ ਉਹ ਪਾਣੀ ਹੈ ਜਿਹੜਾ ਉਹ ਇਸ ਦੇ ਵਿੱਚ ਇਕੱਠਾ ਹੋ ਗਿਆ ਹੋਇਆ ਹੈ, ਤੇ ਉਸ ਪਾਣੀ ਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਉਹ ਆਹ ਕੱਪੜਾ ਨਿਚੋੜ ਕੇ ਅਸੀਂ ਪਾਣੀ ਜਿਹੜਾ ਹੈ ਬਾਹਰ ਕੱਢਤਾ ਹੋਇਆ। ਤੇ ਇਹ ਕਿਸ ਤਰ੍ਹਾਂ ਦੇ ਨਾਲ ਸਾਡੇ ਕੱਪੜੇ ਆ ਜਿਹੜੇ ਨਿਚੜਦੇ ਆ, ਉਸ ਤੋਂ ਬਾਅਦ ਇਹ ਖਿਲਾਰ ਦਿੰਨੇ ਆ ਅਸੀਂ, ਫਿਰ ਸੁੱਕ ਜਾਂਦੇ ਆ। ਸੁੱਕਦੇ ਕਿਵੇਂ? ਐਵੈਪੋਰੇਸ਼ਨ ਦੇ ਨਾਲ, ਸੂਰਜ ਦੀਆਂ ਕਿਰਨਾਂ ਪੈਂਦੀਆਂ, ਉਹ ਪਾਣੀ ਹੈ ਜਿਹੜਾ ਵਾਸ਼ਵੀਕਰਨ ਹੋ ਕੇ ਉੱਡ ਜਾਂਦਾ। ਤਾਂ ਇਹ ਜਿਹੜਾ ਕਨਸੈਪਟ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਕੱਪੜੇ ਦੇ ਵਿੱਚੋਂ ਪਾਣੀ ਨੂੰ ਵੱਧ ਤੋਂ ਵੱਧ ਮਸ਼ੀਨ ਦੇ ਨਾਲ ਬਾਹਰ ਕੱਢ ਲਿਆ ਜਾਵੇ ਤਾਂ ਕਿ ਬੰਦੇ ਦਾ ਜ਼ੋਰ ਨਾ ਲੱਗੇ, ਪੂਰਾ ਸੌਖਾ ਕੰਮ ਕਰ ਲਿਆ। ਔਖਾ ਕੰਮ ਕਰ ਲਿਆ। ਤਾਂ ਉਹਦੇ ਵਿੱਚ ਪਿੱਛੇ ਕਨਸੈਪਟ ਕੀ ਹੈ ਹੁਣ ਤੁਸੀਂ ਦੇਖੋਗੇ ਤਾਂ ਇਹ ਜਿਹੜਾ ਪਾਣੀ ਹੈ ਨਾ ਜੀ, ਇਹ ਤੁਸੀਂ ਬੋਤਲ ਦੇ ਵਿੱਚ ਅਸੀਂ ਕੀ ਕੀਤਾ ਹੋਇਆ, ਮੋਰੀਆਂ ਕੀਤੀਆਂ। ਇਸੇ ਤਰ੍ਹਾਂ ਹੀ ਜਿਹੜਾ ਡਰਾਇਰ ਹੈ ਸਾਡੇ, ਉਸ ਦੇ ਡਰਾਇਰ ਦੇ ਵਿੱਚ ਮੋਰੀਆਂ ਕੀਤੀਆਂ ਪਈਆਂ ਹੁੰਦੀਆਂ। ਤਾਂ ਜਦੋਂ ਇਸ ਨੇ ਘੁੰਮਣਾ ਨਾ ਜੀ, ਉਹ ਘੁੰਮਦੀ ਹੋਈ ਚੀਜ਼ ਜਿਹੜੀ ਹੈ ਉਹ ਦੋ ਤਰ੍ਹਾਂ ਦੀਆਂ ਫੋਰਸਿਸ ਉਸ ਦੇ ਵਿੱਚ ਆ ਜਾਂਦੀਆਂ। ਇੱਕ ਸੈਂਟਰੀਪੀਟਲ ਫੋਰਸ ਆ ਜਾਂਦੀ, ਇੱਕ ਸੈਂਟਰੀਫਿਊਗਲ ਫੋਰਸ ਆ ਜਾਂਦੀ। ਹੁਣ ਸੈਂਟਰੀਫਿਊਗਲ ਫੋਰਸ ਹੈ ਜਿਹੜੀ ਕਿ ਰਿਸਪੌਂਸੀਬਲ ਹੈ ਇਸ ਦੇ ਘੁੰਮਣ ਦੇ ਲਈ। ਤਾਂ ਹੁਣ ਉਹ ਜਿਹੜਾ ਪਾਣੀ ਹੈ ਉਹ ਇੱਕਦਮ ਮਤਲਬ ਬਾਹਰ ਨੂੰ ਨਿਕਲਦਾ, 90 ਡਿਗਰੀ ਤੇ ਜਾ ਕੇ ਨਿਕਲਦਾ। ਟੈਂਜੈਂਸ਼ਲੀ ਕਹਿੰਦੇ ਆ ਅਸੀਂ ਇਸ ਨੂੰ ਆਪਣੀ ਭਾਸ਼ਾ ਦੇ ਵਿੱਚ, ਟੈਂਜੈਂਟ ਤੇ ਜਾ ਕੇ ਨਿਕਲਦਾ। ਤੇ ਇੱਕ ਚੱਕਰ ਹੈ, ਚੱਕਰ ਦੇ ਟੈਂਜੈਂਟ ਤੇ 90 ਡਿਗਰੀ ਦਾ ਕੋਣ ਬਣਾਉਂਦਾ ਹੋਵੇ। ਜਦੋਂ ਪਾਣੀ ਬਾਹਰ ਨੂੰ ਨਿਕਲਦਾ, ਅਸੀਂ ਬਾਹਰ ਕੰਟੇਨਰ ਲਾਇਆ, ਉਹ ਪਾਣੀ ਕੰਟੇਨਰ ਦੇ ਵਿੱਚ ਇਕੱਠਾ ਹੋ ਜਾਂਦਾ, ਉਹ ਇਕੱਠਾ ਹੋ ਕੇ ਪਾਈਪ ਲੱਗੀ ਹੁੰਦੀ ਹੈ, ਡਰੇਨ ਹੋ ਜਾਂਦਾ। ਤਾਂ ਇਸ ਤਰ੍ਹਾਂ ਦੇ ਨਾਲ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ ਜਿਹੜਾ ਡਰਾਇਰ ਦਾ ਕਨਸੈਪਟ ਹੈ ਉਹ ਸਾਇੰਸ ਨੇ ਕਿਸ ਤਰ੍ਹਾਂ ਐਸਟੈਬਲਿਸ਼ ਕੀਤਾ। ਹੁਣ ਘਰ ਘਰ ਦੇ ਵਿੱਚ ਮਸ਼ੀਨ ਹੈ, ਘਰ ਘਰ ਦੇ ਵਿੱਚ ਸੌਖਾ ਹੀ ਕੰਮ ਹੋ ਗਿਆ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਕੱਪੜੇ ਜਿਹੜੇ ਡਰਾਈ ਨਹੀਂ ਹੁੰਦੇ ਇਕੱਲੇ, ਡਰਾਈ ਤੋਂ ਬਾਅਦ ਬਿਲਕੁਲ ਸੁੱਕ ਕੇ ਉਸ ਤੋਂ ਬਾਅਦ ਉਹ ਪ੍ਰੈਸ ਹੋ ਕੇ ਵੀ ਬਾਹਰ ਨਿਕਲਦੇ ਮਸ਼ੀਨ ਦੇ ਵਿੱਚੋਂ। ਐਸੀਆਂ ਮਸ਼ੀਨਾਂ ਜਿਹੜੀਆਂ ਇਨਸਾਨ ਨੇ ਤਿਆਰ ਕਰ ਲਈਆਂ, ਸਾਇੰਸ ਦੀ ਸਾਰੀ ਦੇਣ ਹੈ ਸਾਡੇ ਕੋਲ। ਅੱਛਾ, ਇੱਕ ਤੁਸੀਂ ਦੱਸਿਆ ਸੀਗਾ ਵੀ ਹੁਣ ਚਲੋ ਇਹ ਪਾਣੀ ਦੇ ਵਿੱਚ ਸੀਗੇ, ਇੱਕ ਪਾਣੀ ਦਾ ਤੁਸੀਂ ਦੱਸਿਆ ਵੀ ਤੁਸੀਂ ਤਾਂ ਪਾਣੀ ਦੇ ਵਿੱਚ ਅੱਗ ਵੀ ਲਾ ਦਿੰਦੇ ਹੋ। ਪਾਣੀ ਦੇ ਵਿੱਚ ਮੈਂ ਨਹੀਂ ਅੱਗ ਲਾਉਂਦਾ ਹਾਂ। ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹੀ ਦੱਸਿਆ ਜਾਂਦਾ ਵੀ ਬਾਬੇ ਨੇ ਪਾਣੀ 'ਚ ਅੱਗ ਲਾਤੀ ਨਾ। ਪਾਣੀ 'ਚ ਅੱਗ ਕੋਈ ਨਹੀਂ ਲਾ ਸਕਦਾ ਹੈ, ਪਰ ਸਾਡੇ ਕੋਲ ਕੈਮੀਕਲ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਕੈਮੀਕਲ ਰਿਐਕਟ ਕਰਦੇ ਆ, ਉਹਨਾਂ ਦੀਆਂ ਰਿਐਕਸ਼ਨਸ ਹੁੰਦੀਆਂ, ਕੈਮੀਕਲ ਰਿਐਕਸ਼ਨਸ ਹੁੰਦੀਆਂ। ਇਸ ਤਰ੍ਹਾਂ ਹੀ ਸਾਡੇ ਕੋਲ ਇੱਕ ਸੋਡੀਅਮ ਮੈਟਲ ਹੈ। ਹੁਣ ਇਹ ਜਿਹੜੀ ਸੋਡੀਅਮ ਮੈਟਲ ਹੈ, ਇਹ ਬਿਲਕੁਲ ਇੱਥੇ ਕੋਈ ਲੁਕੋ ਛੁਪੋ ਨਹੀਂ ਹੁੰਦਾ ਹੈ। ਸਾਇੰਸ ਜਿਹੜੀ ਹੈ, ਸਾਇੰਸ ਤਾਂ ਚੀਜ਼ਾਂ ਨੂੰ ਰਿਵੀਲ ਕਰਕੇ, ਉਹਦੀ ਟਰੁੱਥ ਨੂੰ ਰਿਵੀਲ ਕਰਕੇ ਤੁਹਾਡੇ ਤੱਕ ਪਹੁੰਚਾ ਰਹੀ ਹੈ। ਅਸੀਂ ਕਿਉਂ ਲੁਕੋਈਏ ਵੀ ਹਾਂ ਜੀ ਇਹ ਦਿਖਾਣਾ ਨਹੀਂ? ਨਾ 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 ਨਾ, ਇਹ ਤੁਹਾਨੂੰ ਦਿਖਾਣਾ ਹੈ। ਇਸੇ ਲਈ ਦਿਖਾਣਾ ਵੀ ਤੁਸੀਂ ਕਿਤੇ ਭੁਲੇਖਿਆਂ 'ਚ ਨਾ ਰਹਿ ਜਾਓ। ਇਹ ਵਿਗਿਆਨ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਇਆ ਇਸੇ ਲਈ ਜਾ ਰਿਹਾ ਹੈ ਕਿ ਇੱਕ ਸੋਡੀਅਮ ਮੈਟਲ ਹੈ। ਜਦੋਂ ਸੋਡੀਅਮ ਮੈਟਲ ਹੈ, ਇਸ ਨੂੰ ਕੈਰੋਸਿਨ ਆਇਲ ਦੇ ਵਿੱਚ ਰੱਖਿਆ ਜਾਂਦਾ, ਡੁਬੋ ਕੇ ਰੱਖਿਆ ਜਾਂਦਾ ਇਸ ਦੇ ਵਿੱਚ, ਕਿਉਂਕਿ ਇਹ ਅੱਗ ਪਕੜ ਲੈਂਦੀ ਹੈ ਹਵਾ ਦੇ ਵਿੱਚ। ਹਵਾ ਦੇ ਵਿੱਚ ਆਕਸੀਜਨ ਦੇ ਨਾਲ ਇਹਨੂੰ ਅੱਗ ਲੱਗ ਜਾਂਦੀ ਹੈ। ਉਹ ਦੇਖੋ, ਇਹ ਡੁੱਬੀ ਹੋਈ ਮੈਟਲ ਹੈ ਜਿਹੜੀ ਇਸ ਦੇ ਵਿੱਚ ਪਈ ਹੈ। ਹਾਂ, ਲਿਕੁਇਡ ਜਿਹੜਾ ਲਿਕੁਇਡ ਪਾਇਆ ਹੋਇਆ ਹੈ। ਹਾਂ, ਲਿਕੁਇਡ। ਇਹ ਕੈਰੋਸਿਨ ਆਇਲ ਦੇ ਵਿੱਚ ਡੁੱਬੀ ਹੁੰਦੀ ਹੈ। ਠੀਕ ਹੈ। ਇਸ ਤੋਂ ਬਾਹਰ ਰੱਖੋਗੇ ਇਹਨੂੰ ਅੱਗ ਲੱਗ ਜਾਣੀ ਹੈ। ਤਾਂ ਹੁਣ ਇਸ ਦਾ ਇੱਕ ਟੁਕੜਾ ਲੈ ਕੇ ਅਸੀਂ ਜੇ ਇਸ ਨੂੰ ਪਾਣੀ ਦੇ ਵਿੱਚ ਸਿੱਟਾਂਗੇ, ਬਾਹਰ ਆ ਗਈ ਇਹ ਕੈਰੋਸਿਨ ਤੋਂ, ਜਦੋਂ ਪਾਣੀ ਦੇ ਵਿੱਚ ਇਸ ਨੂੰ ਸਿੱਟਾਂਗੇ ਤਾਂ ਪਾਣੀ ਦੇ ਵਿੱਚ ਇਸ ਨੂੰ ਅੱਗ ਲੱਗਦੀ ਹੈ ਤੇ ਇਹ ਪਟਾਕੇ ਵਾਂਗੂ ਜਿਹੜੀ ਹੈ ਇਹ ਬਾਹਰ ਨੂੰ ਉਛਾਲਾ ਮਾਰਦੀ ਹੈ। ਤਾਂ ਉੱਥੇ ਰਿਐਕਸ਼ਨ ਹੋ ਰਿਹਾ ਹੁੰਦਾ, ਸੋਡੀਅਮ ਮੈਟਲ ਦਾ ਪਾਣੀ ਦੇ ਨਾਲ ਰਿਐਕਸ਼ਨ ਹੋ ਰਿਹਾ ਹੁੰਦਾ, ਸੋਡੀਅਮ ਹਾਈਡਰੋਕਸਾਈਡ ਬਣ ਰਹੀ ਹੁੰਦੀ ਹੈ, ਉਹਦੇ ਵਿੱਚੋਂ ਗੈਸ ਨਿਕਲ ਰਹੀ ਹੁੰਦੀ ਹੈ। ਤਾਂ ਉਹ ਤੁਹਾਨੂੰ ਅਸੀਂ ਇੱਕ ਪ੍ਰਯੋਗ ਜਿਹੜਾ ਹੈ ਉਹ, ਕਿਉਂਕਿ ਪ੍ਰੈਕਟੀਕਲ ਤੋਂ ਬਿਨਾਂ ਤਾਂ ਇਹ ਚੀਜ਼ਾਂ ਸੰਭਵ ਹੀ ਨਹੀਂ ਹੁੰਦੀਆਂ। ਲੋਕ ਤਾਂ ਮੰਨ ਲੈਂਦੇ ਨੇ, ਕਹਿੰਦੇ ਫਲਾਣੇ ਬਾਬੇ ਦੇ ਵਿੱਚ ਸ਼ਕਤੀ ਬਹੁਤ ਹੈ ਵੀ ਉਹ ਤਾਂ ਪਾਣੀ ਦੇ ਵਿੱਚ ਅੱਗ ਲਾ ਦਿੰਦਾ ਹੈ। ਇਸੇ ਲਈ ਤਾਂ ਸਾਡੀ ਸਾਇੰਸ ਆਈ ਹੈ ਨਾ ਜੀ, ਵੀ ਸਾਇੰਸ ਨੇ ਇਹ ਚੀਜ਼ਾਂ ਨੂੰ ਦੱਸਣਾ ਹੈਗਾ ਵੀ ਇਹ ਜਿਹੜੀ ਹੈਗੀ ਹੈ ਸ਼ਕਤੀ ਕਿਹੜੀ ਹੈ। ਅਸਲ ਦੇ ਵਿੱਚ ਸਾਇੰਸ ਦਾ ਕੰਮ ਕੀ ਹੈ? ਮੈਂ ਥੋੜਾ ਜਿਹਾ ਕਹਾਂਗਾ ਵੀ ਪਿੱਛੇ ਹੋ ਜਾਓ। ਕਈ ਵਾਰੀ ਇਹ ਕੀ ਹੈ ਕਿ ਇਸ ਨੂੰ ਚੱਲਣ ਲੱਗਿਆ ਤਾਂ ਹੁਣ ਤੁਸੀਂ ਦੇਖੋਗੇ ਕੋਈ ਰਿਐਕਸ਼ਨ ਸ਼ੁਰੂ ਹੋ ਗਿਆ ਹੋਇਆ। ਪਿੱਛੇ ਰੋ ਗੁਰਪ੍ਰੀਤ ਜੀ, ਉਹ ਦੇਖੋ, ਉਹ ਪਾਣੀ ਦੇ ਵਿੱਚ ਅੱਗ ਲੱਗੀ ਹੋਈ। ਹਾਂ, ਫਟ ਗਿਆ ਉਹ। ਹਾਂ, ਸੋਡੀਅਮ ਮੈਟਲ ਨੇ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਕਿਰਿਆ ਕੀਤੀ ਤਾਂ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਦਿਖਾਇਆ ਗਿਆ ਕਿ ਪਾਣੀ ਦੇ ਉੱਤੇ ਅੱਗ ਲੱਗੀ ਹੋਈ ਸੀ। ਤੁਸੀਂ ਆਪ ਦੇਖ ਰਹੇ ਸੀਗੇ। ਤਾਂ ਇਹ ਕੋਈ ਜਾਦੂ ਨਹੀਂ ਸੀ, ਇਹ ਇੱਕ ਕੈਮੀਕਲ ਰਿਐਕਸ਼ਨ ਸੀ ਜਿਹੜੇ ਕਿ ਸੋਡੀਅਮ ਮੈਟਲ ਕਰਦੀ ਹੈ। ਇਸੇ ਲਈ ਉਹਨੂੰ ਕੈਰੋਸਿਨ ਆਇਲ ਦੇ ਵਿੱਚ ਰੱਖਣਾ ਜ਼ਰੂਰੀ ਹੈ। ਹੁਣ ਜਦੋਂ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਅਸੀਂ ਦਿਖਾ ਦਿੰਨੇ ਆ ਤਾਂ ਬੱਚੇ ਕਦੋਂ ਭਰਮ ਭੁਲੇਖੇ 'ਚ ਪੈਣਗੇ? ਉਹਨਾਂ ਦੇ ਭੁਲੇਖੇ ਦੂਰ ਕਰਨ। ਹੁਣ ਭੁਲੇਖਿਆਂ ਨੂੰ ਦੂਰ ਕਰਨ ਦਾ ਮਤਲਬ ਹੀ ਵਿਗਿਆਨ ਹੈ।
ਉਸੇ ਨੂੰ ਸਾਇੰਸ ਕਿਹਾ ਗਿਆ ਤੇ ਇਸ ਲਈ ਕਹਿੰਦੇ ਵੀ ਸਾਇੰਸ ਪੜੋ ਭਾਈ ਤੇ ਭੁਲੇਖਿਆਂ ਦੇ ਵਿੱਚ ਨਾ ਪਓ, ਭਰਮ ਦੂਰ ਕਰੋ। ਜੇ ਇਹ ਚੀਜ਼ ਮੈਨੂੰ ਲੱਗਦਾ ਤੁਸੀਂ ਕਿਤੇ ਪਿੰਡ ਦੇ ਵਿੱਚ ਦਿਖਾਈ ਹੁੰਦੀ, ਹੁਣ ਨੂੰ ਇੱਥੇ ਲੈਣ ਲੱਗ ਜਾਂਦੀ ਬੀਬੀਆਂ ਦੀ ਵੀ ਭਾਈ ਡਾਕਟਰ ਜਸਵਿੰਦਰ ਸਿੰਘ ਜੀ ਦਾ ਤਾਂ ਜਾਦੂ ਹੈ। ਜਾਦੂ ਹੈ, ਇਹ ਜਾਦੂ ਨਹੀਂ ਹੋਇਆ ਕਰਦੇ। ਮੈਂ ਬਾਰ-ਬਾਰ ਇਹੀ ਗੱਲਾਂ ਕਹਿਣਾ ਵੀ ਇਹ ਮੇਰੀਆਂ ਵੀ ਨਹੀਂ ਬਣਾਈਆਂ ਹੋਈਆਂ। ਇਹ ਸਾਡੇ ਵਿਗਿਆਨੀ ਜੋ ਖੋਜਾਂ ਕਰਕੇ ਸਾਨੂੰ ਕਿਤਾਬਾਂ ਦੇ ਵਿੱਚ ਲਿਖ ਕੇ ਦੇ ਕੇ ਗਏ ਆ, ਅਸੀਂ ਉਹਨਾਂ ਚੀਜ਼ਾਂ ਨੂੰ ਸਮਾਜ ਤੱਕ ਪਹੁੰਚਾਉਣਾ, ਅਸੀਂ ਪਹੁੰਚਾ ਨਹੀਂ ਸਕੇ ਹਾਂ। ਵਿਗਿਆਨ ਦਾ ਫਰਜ਼ ਕੀ ਹੈ ਕਿ ਸਮਾਜ ਤੱਕ ਹਰ ਗੱਲ ਪੁੱਜਦੀ ਕਰੇ, ਉਹਦੀ ਸੱਚਾਈ ਨੂੰ ਦੱਸੇ ਵੀ ਇਹ ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ, ਕਿੱਥੇ ਹੋ ਰਿਹਾ, ਕਦੋਂ ਹੋਇਆ ਸੀ। ਇਹ ਚੀਜ਼ਾਂ ਜਦੋਂ ਅਸੀਂ ਤੁਹਾਡੇ ਤੱਕ ਲੈ ਜਾਾਂਗੇ ਸਾਰੇ ਸਮਾਜ ਤੱਕ, ਤਾਂ ਮੇਰੇ ਖਿਆਲ ਤੇ ਕੋਈ ਭਰਮ ਭੁਲੇਖਿਆਂ 'ਚ ਰਹੂਗਾ ਹੀ ਨਹੀਂ। ਸਾਰੇ ਅੰਧ ਵਿਸ਼ਵਾਸ ਹੈ ਜਿਹੜੇ ਖਤਮ ਹੋ ਜਾਣਗੇ। ਇਹਨਾਂ ਨੂੰ ਖਤਮ ਕਰਨ ਦੇ ਲਈ ਵਿਗਿਆਨ ਪੜ੍ਹਨਾ ਅਤੀ ਜ਼ਰੂਰੀ ਹੈ। ਆਹ ਦੇਖੋ, ਤੁਸੀਂ ਕਹੋਗੇ ਜੀ ਸਾਰੀਆਂ ਚੀਜ਼ਾਂ ਨੂੰ ਧਰਤੀ ਆਪਣੇ ਵੱਲ ਖਿੱਚਦੀ ਹੈ, Gravitational force। ਹਾਂ, ਗ੍ਰੈਵਿਟੇਸ਼ਨਲ ਫੋਰਸ, ਤਾਂ ਉਹਦੇ ਵਿੱਚ ਕੀ ਹੈ ਵੀ ਨਿਵਾਣ ਵੱਲ ਨੂੰ ਚੱਲਦੀਆਂ ਚੀਜ਼ਾਂ। ਆਹ ਤੁਸੀਂ ਦੇਖੋ ਵੀ ਆਹ ਮੇਰੇ ਕੋਲ ਹੁਣ ਸਿਲੰਡਰੀਕਲ ਇੱਕ ਬੇਲਨ ਟਾਈਪ ਦਾ ਹੈਗਾ, ਹੈ ਨਾ ਜੀ। ਇਹ ਕਿੱਧਰ ਨੂੰ ਜਾ ਰਿਹਾ ਤੁਸੀਂ ਦੇਖ ਲਓ। ਇਹ ਜਾ ਰਿਹਾ ਆਪਣੇ ਅੱਗੇ ਪਾਸੇ ਨੂੰ, ਕਿਉਂਕਿ ਆ ਉੱਪਰ ਤੁਸੀਂ ਚੱਕਿਆ ਹੋਇਆ, ਮੈਂ ਦਿਖਾ ਦਵਾਂ ਕਿ ਇਸ ਨੂੰ ਇੱਥੋਂ ਚੱਕ ਕੇ ਇਹਨੂੰ ਐਂ ਸਲਾਈਡ ਕਰਕੇ ਰੱਖਿਆ ਹੋਇਆ ਇਸ ਜਿਹੜੀ ਫੱਟੀ ਨੂੰ। ਜੇ ਤੁਸੀਂ ਕਹੀਏ ਵੀ ਇਸ ਨੂੰ ਇਹ ਇੱਧਰ ਹੀ ਜਾਊਗਾ ਹਮੇਸ਼ਾ, ਚਾਹੇ ਇੱਥੋਂ ਕਰ ਲਓ ਤੁਸੀਂ ਜੀ, ਦੇਖ ਰਹੇ ਹੋਵੋਗੇ ਤੁਸੀਂ। ਤਾਂ ਹੁਣ ਇਹ ਜਿਹੜਾ ਹੈਗਾ ਇਸੇ ਤਰ੍ਹਾਂ ਦਾ ਇੱਕ ਇਨਸਟਰੂਮੈਂਟ ਹੋਰ ਅਸੀਂ ਤਿਆਰ ਕੀਤਾ। ਤਾਂ ਹੁਣ ਤੁਸੀਂ ਦੇਖੋ ਵੀ ਇਹ ਕਿੱਧਰ ਨੂੰ ਜਾ ਰਿਹਾ। ਹੁਣ ਤੁਹਾਨੂੰ ਇਹ ਵੀ ਦਿਖਾਇਆ ਜਾਊਗਾ ਵੀ ਇਹ ਕਿੱਧਰ ਨੂੰ ਜਾ ਰਿਹਾ। ਇਹ ਉਲਟਾ ਹੀ ਚੱਲ ਪਿਆ। ਇਹ ਮੇਰੇ ਵਰਗਾ ਲੱਗਦਾ ਮੈਨੂੰ। ਇਹ ਦੇਖੋ ਜੀ, ਹੁਣ ਜਾਣਾ ਤਾਂ ਇਹਨੂੰ ਉੱਧਰ ਚਾਹੀਦਾ ਸੀਗਾ, ਪਰ ਇਹ ਜਿਹੜਾ ਹੈਗਾ ਇਹ ਉਲਟਾ ਚੱਲ ਪਿਆ। ਹੁਣ ਹੈ ਕੀ ਇਹਦੇ ਵਿੱਚ, ਇਹ ਇੱਧਰ ਨੂੰ ਚੱਲ ਰਿਹਾ ਤੇ ਇਸ ਨੂੰ ਕਹਿੰਦੇ ਆ ਇਹ ਵਾਪਸ ਨੂੰ ਆ ਰਿਹਾ। ਇਹਦੇ ਵਿੱਚ ਫਿਰ ਦੇਖਿਆ ਵੀ ਮੇਨ ਕੰਮ ਕੀ ਚੀਜ਼ ਕੀ, ਹਾਂ ਇਹਦੇ 'ਚ ਹੁਣ ਵਿਗਿਆਨ, ਜੇ ਤੁਸੀਂ ਕਹੋ ਜੀ ਵਾਹ ਜੀ ਵਾਹ ਕਮਾਲ ਦਾ ਜਾਦੂ ਕਰਤਾ ਹੈ, ਤਾਂ ਇਹ ਕਿਵੇਂ ਹੋ ਸਕਦਾ ਹੈ ਜੀ। ਅਸਲ ਦੇ ਵਿੱਚ ਕੀ ਹੈ ਕਿ ਇਸ ਨੂੰ ਬਣਾਇਆ ਇਸ ਤਰ੍ਹਾਂ ਗਿਆ ਕਿ ਇਹਦਾ ਸੈਂਟਰ ਆਫ ਮਾਸ ਹੈ ਜਿਹੜਾ ਦੋਹੇ ਪਾਸਿਆਂ ਤੋਂ, ਮਤਲਬ ਐਂ ਸਮਝ ਲਓ ਵੀ ਦੋ ਕੀਪਾਂ ਅਸੀਂ ਜੋੜਤੀਆਂ, ਦੋ ਕੀਪਾਂ ਜੋੜੀਆਂ ਹੋਈਆਂ। ਇਹਨਾਂ ਦਾ ਜਿਹੜਾ ਸੈਂਟਰ ਆਫ ਮਾਸ ਹੈ ਇੱਥੇ ਕਰਤਾ ਹੋਇਆ ਹੈ। ਜਦੋਂ ਇਹਦਾ ਸੈਂਟਰ ਆਫ ਮਾਸ ਇੱਥੇ ਕੀਤਾ ਤਾਂ ਇਹਦੀ ਜੇ ਇੱਥੋਂ ਅਸੀਂ ਹਾਈਟ ਦੇਖੀਏ ਨਾ ਜੀ, ਤਾਂ ਇਧਰਲੇ ਪਾਸੇ ਦੀ ਹਾਈਟ ਵੱਧ ਜਾਂਦੀ ਹੈ, ਆਹ ਪਾਸਾ ਨੀਵਾਂ ਆ ਜਾਂਦਾ। ਇਸ ਦੇ ਮੁਤਾਬਕ ਆਹ ਪਾਸਾ ਨੀਵਾਂ, ਕਿਉਂਕਿ ਇਹਦੀ ਹਾਈਟ ਵਧਾਤੀ ਅਸੀਂ। ਜੇ ਇਹਦੀ ਹਾਈਟ ਵਧਾਤੀ ਤਾਂ ਇੱਧਰ ਹੀ ਆਊਗਾ। ਹੁਣ ਇਹਦੀ ਹਾਈਟ ਜੇ ਦੇਖੀਏ ਉਹਦੇ ਹਿਸਾਬ ਨਾਲ ਇੱਧਰ ਘੱਟ ਹੈ, ਉੱਧਰ ਘੱਟ ਹੈ, ਤਾਂ ਇੱਧਰ ਜਾ ਰਿਹਾ। ਅਸਲ ਦੇ ਵਿੱਚ ਵਿਗਿਆਨਕ ਤੌਰ ਦੇ ਉੱਤੇ ਇਹ ਸਵਾਲ ਇਹੀ ਹੈ ਵੀ ਇਹ ਨਿਵਾਣ ਵੱਲ ਨੂੰ ਹੀ ਜਾ ਰਹੇ ਆ, ਪਰ ਇਹਦਾ ਸੈਂਟਰ ਆਫ ਮਾਸ ਇਸ ਤਰ੍ਹਾਂ ਅਸੀਂ ਬਣਾਇਆ ਕਿ ਇਹ ਉਲਟ ਦਿਸ਼ਾ ਨੂੰ ਲੱਗਦਾ ਜਾਂਦਾ। ਪਰ ਅਸਲ ਦੇ ਵਿੱਚ ਜੇ ਪੂਰੀ ਮਿਣਤੀ ਕਰਕੇ ਤੁਹਾਨੂੰ ਦਿਖਾਇਆ ਜਾਵੇ ਤਾਂ ਬਿਲਕੁਲ 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 ਇਹਦੀ ਜਿਹੜੀ ਸਲਾਂਟਿੰਗ ਪੋਜੀਸ਼ਨ ਹੈ ਇਹ ਇਹੀ ਹੈ ਔਰ ਇਹੀ ਰਹਿੰਦੀ ਹੈ। ਇਸ ਐਂਟੀ ਗ੍ਰੈਵਿਟੀ ਕਨਸੈਪਟ ਨੂੰ ਸਮਝਾਉਣ ਦੇ ਲਈ ਵੀ ਕੁਝ ਚੀਜ਼ਾਂ ਜਿਹੜੀਆਂ ਉਲਟੀਆਂ ਵੀ ਚੱਲਣੀਆਂ ਸ਼ੁਰੂ ਹੋ ਜਾਂਦੀਆਂ, ਉਹ ਕਿਉਂ ਹੋ ਜਾਂਦੀਆਂ, ਕਿਉਂਕਿ ਉਹਨਾਂ ਦੇ ਸੈਂਟਰ ਆਫ ਮਾਸ ਤੇ ਫਰਕ ਪੈ ਜਾਂਦਾ ਹੈ। ਕਿ ਸੈਂਟਰ ਆਫ ਮਾਸ ਕੀ ਹੈ ਵੀ ਜਿੱਥੇ ਉਹਦਾ ਸਾਰੇ ਦਾ ਸਾਰਾ ਮਾਸ ਕਨਸਨਟ੍ਰੇਟਿਡ ਹੈ। ਹੁਣ ਦੇਖੋ ਇਸ ਦਾ ਪੂਰਾ ਮਾਸ ਅਸੀਂ ਸੈਂਟਰ ਦੇ ਵਿੱਚ ਕਨਸਨਟ੍ਰੇਟ ਕੀਤਾ ਹੋਇਆ, ਸਾਈਡਾਂ ਤੇ ਅਸੀਂ ਘਟਾਤਾ ਹੋਇਆ। ਬਸ ਆਹੀ ਚੀਜ਼ ਸੀਗੀ ਇਸ ਦੇ ਵਿੱਚ, ਇਹ ਨੁਕਤਾ ਸੀਗਾ। ਉਸ ਨੁਕਤੇ ਦੇ ਨਾਲ ਹੈ ਜਿਹੜਾ ਇਹ ਉਲਟੇ ਦਿਸ਼ਾ ਨੂੰ ਚੱਲ ਰਿਹਾ ਹੈ। ਪਰ ਦੇਖਣ ਵਾਲੇ ਨੂੰ ਐਂ ਲੱਗਦਾ ਹੈ, ਜਦ ਤੱਕ ਅਸੀਂ ਸਾਇੰਸ ਦੇ ਰਾਹੀਂ ਇਹਨੂੰ ਸਮਝਾਉਂਦੇ ਨਹੀਂ ਹਾਂ ਤਾਂ ਇਹ ਲੱਗਦਾ ਵੀ ਅਚੰਭਾ ਹੋ ਗਿਆ, ਇਹ ਕਿਵੇਂ ਹੋ ਗਿਆ। ਹਾਂ ਕਿਵੇਂ ਹੋ ਗਿਆ। ਤਾਂ ਇਹ ਚੀਜ਼ਾਂ ਨੂੰ ਜੇ ਸਮਝਾਉਂਦੇ ਜਾਈਏ ਨਾ ਜੀ, ਤਾਂ ਮੇਰੇ ਖਿਆਲ ਤੇ ਸਾਰਾ, ਹੁਣ ਦੇਖੋ ਨਿਊਟਨ ਨੇ ਦੱਸਤਾ ਸੀਗਾ ਵੀ ਪ੍ਰਕਾਸ਼ 7 ਰੰਗਾਂ ਦਾ ਬਣਿਆ ਹੋਇਆ। ਬਿਲਕੁਲ ਅਸੀਂ ਵੀ, ਸਾਨੂੰ ਵੀ ਦਿਸ ਰਹੇ 7 ਰੰਗ, ਪਰ ਇਹ ਸੱਤੇ ਦੇ ਸੱਤੇ ਰੰਗ ਮਿਲ ਕੇ ਉਹ ਸੂਰਜ ਜੀ ਸਾਡੇ ਤੋਂ, ਆਹ ਦੇਖ ਲਓ ਸੂਰਜ, ਮੈਂ ਦੇਖ ਲਿਆ ਆ 15 ਕਰੋੜ ਕਿਲੋਮੀਟਰ ਦੂਰ ਹੈ ਸਾਡੇ ਤੋਂ, 15 ਕਰੋੜ ਕਿਲੋਮੀਟਰ ਦੂਰ ਹੈ, ਲੇਕਿਨ ਆ ਸਾਹਮਣੇ ਦਿਸਦਾ ਆ ਰਿਹਾ ਹੈ ਨਾ ਜੀ। ਤਾਂ ਉੱਥੋਂ ਜਿਹੜੀ ਰੋਸ਼ਨੀ ਆ ਰਹੀ ਹੈ ਉਹ ਲਗਭਗ 8 ਮਿੰਟ, ਵੈਸੇ ਤਾਂ ਇਹ 8 ਮਿੰਟ ਤੇ 20 ਸਕਿੰਟ ਲੈਂਦੀ ਹੈ, ਪੂਰੇ 500 ਸਕਿੰਟਾਂ ਦੇ ਵਿੱਚ ਹੈ ਜਿਹੜੀ ਇਹ ਧਰਤੀ ਤੇ ਪਹੁੰਚਦੀ ਹੈ ਇਹਦੀ ਰੋਸ਼ਨੀ। ਹੁਣ ਇਹ ਜਿਹੜੀ ਰੋਸ਼ਨੀ ਹੈ ਇਸ ਨੂੰ ਸਫੈਦ ਪ੍ਰਕਾਸ਼ ਕਿਹਾ ਜਾਂਦਾ। ਸਫੈਦ ਕਿਉਂ ਕਿਹਾ ਜਾਂਦਾ ਹੈ? ਇਹ ਨਿਊਟਨ ਨੇ ਲੱਭਿਆ ਸੀਗਾ, ਜਿਹਨੇ ਆਪਣੀ ਨਿਊਟਨ ਡਿਸਕ ਬਣਾਈ ਸੀ, ਉਸ ਦੇ ਵਿੱਚ ਉਸਨੇ ਦੱਸਿਆ ਵੀ ਇਹ ਸਫੈਦ ਨਹੀਂ ਹੈ, ਅਸਲ ਦੇ ਵਿੱਚ ਇਸ ਦੇ ਵਿੱਚ 7 ਰੰਗ ਹੈ, ਇਹ 7 ਰੰਗਾਂ ਤੋਂ ਮਿਲ ਕੇ ਬਣੀ ਹੋਈ ਹੈ। ਤਾਂ ਉਹ ਜਿਹੜੇ 7 ਰੰਗ ਹੈ ਉਸਨੇ ਦੱਸੇ, ਬਕਾਇਦਾ ਤੌਰ ਦੇ ਉੱਤੇ ਦੱਸੇ ਵੀ ਇਹ 7 ਰੰਗ ਹੈ ਕਿਹੜੇ ਕਿਹੜੇ। ਤਾਂ ਉਹ ਦੱਸਦਾ ਹੈ ਵੀ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਤੇ ਰੈੱਡ। ਇਹ 7 ਰੰਗ ਹੈ ਜਿਹੜੇ ਇਹ ਮੌਜੂਦ ਹੈ, ਹੁਣ ਵੀ ਇਸ ਟਾਈਮ ਹੈਗੇ ਆ ਇਸ ਦੇ ਵਿੱਚ। ਅੱਛਾ, ਉਹ ਕਹਿੰਦਾ ਮੈਂ ਸਿੱਧ ਕਰਕੇ ਦਿਖਾ ਦਿੰਦਾ। ਤੇ ਮੇਰੇ ਖਿਆਲ ਤੇ ਆਪਾਂ ਕਦੇ ਦੇਖਦੇ ਹਾਂ, ਅਸੀਂ ਤਾਂ ਸਿੱਧ ਨਹੀਂ ਕੀਤਾ, ਸਾਨੂੰ ਤਾਂ ਕੋਈ 7 ਰੰਗ ਦਿਸਦੇ ਨਹੀਂ। ਉਹਦਾ ਦਿਮਾਗ ਕਿੰਨਾ ਹੋਊਗਾ ਉਸ ਵਿਗਿਆਨੀ ਦਾ, ਨਿਊਟਨ ਦਾ, ਜਿਸ ਨੇ ਇਸ ਸਫੈਦ ਪ੍ਰਕਾਸ਼ ਦੇ ਵਿੱਚੋਂ ਵੀ ਇਹ ਮਹਿਸੂਸ ਕਰ ਲਿਆ ਵੀ ਇਹਦੇ ਵਿੱਚ 7 ਰੰਗ ਹੈ, ਔਰ ਉਹਨੇ ਸਿੱਧ ਕਰਕੇ ਦਿਖਾਇਆ, ਫਿਰ ਕੱਢ ਕੇ ਵੀ ਦਿਖਾਤੇ। ਉਹ ਹੁਣ ਕਹਿੰਦਾ ਵੀ ਇਹ 7 ਨੂੰ ਘੁਮਾਓ,
ਇਹ ਸੱਤੇ ਰੰਗਾਂ ਨੂੰ ਘੁਮਾਓ ਕਹਿੰਦਾ ਜੇ ਸਫੈਦ ਹੋ ਗਿਆ ਤਾਂ ਤੁਸੀਂ ਮੰਨੋਗੇ ਕਿ ਨਹੀਂ? ਮੰਨਣਾ ਪੈਣਾ ਸਾਨੂੰ। ਆਹ ਦੇਖੋ ਹੁਣ ਜਦੋਂ ਇਸ ਨੂੰ ਤੇਜ਼ ਘੁਮਾਇਆ ਗਿਆ ਤਾਂ ਦੇਖਿਆ ਗਿਆ ਕਿ ਉਹੀ ਡਿਸਕ ਜਿਹਦੇ ਤੇ ਰੰਗ ਸੀਗੇ ਉਹ ਸਫੈਦ ਨਜ਼ਰ ਆ ਰਹੀ ਸੀ, ਚਿੱਟੀ ਨਜ਼ਰ ਆ ਰਹੀ ਸੀ। ਤਾਂ ਉਹ ਜਿਹੜੀ ਡਿਸਕ ਚਿੱਟੀ ਨਜ਼ਰ ਆ ਰਹੀ ਸੀ ਤਾਂ ਉਹਦੇ ਚਿੱਟੇ ਆਉਣ ਦਾ ਕਾਰਨ ਕੀ ਬਣਿਆ ਕਿ ਮਿਕਸ ਹੋ ਗਏ ਰੰਗ ਸਾਰੇ। ਇਹਦਾ ਮਤਲਬ ਸਫੈਦ ਪ੍ਰਕਾਸ਼ ਦੇ ਵਿੱਚ ਇਹ ਸੱਤੇ ਰੰਗ ਮੌਜੂਦ ਹੈ। ਯਾਨੀ ਜਿਹੜੀ ਗੱਲ ਕਹੀ ਜਾ ਰਹੀ ਸੀ ਵੀ ਉਹ ਸੱਚ ਹੈ। ਸੱਚ ਹੈ, ਹਾਂ। ਇਹੀ ਤਾਂ ਮੈਂ ਕਹਿੰਦਾ ਵੀ ਪ੍ਰਯੋਗ ਜਦ ਤੱਕ ਨਹੀਂ ਕਰਦੇ ਉਹਦੀ ਮਤਲਬ ਸੱਚਾਈ ਤੱਕ ਤਹਿ ਤੱਕ ਪਹੁੰਚਿਆ ਨਹੀਂ ਜਾ ਸਕਦਾ। ਹੁਣ ਘਾਹ ਹਰਾ ਕਿਉਂ ਦਿਸਦਾ ਹੈ? ਫੁੱਲ ਲਾਲ ਗੁਲਾਬ ਦਾ ਹੈ, ਲਾਲ ਕਿਉਂ ਦਿਸਦਾ? ਉਹ ਦੱਸਿਆ ਉਹਨੇ ਇਸੇ ਕਨਸੈਪਟ ਤੇ ਬੇਸ ਦੱਸਿਆ। ਉਹ ਕਹਿੰਦਾ ਵੀ ਜਿਹੜੀ ਚੀਜ਼ ਲਾਲ ਰੰਗ ਦੀ ਉਹ ਲਾਲ ਤਾਂ ਦਿਸਦੀ, ਉਹ ਲਾਲ ਨੂੰ ਛੱਡਦੀ ਹੈ, ਬਾਕੀ ਨੂੰ ਸੋਖ ਲੈਂਦੀ ਹੈ, ਸਾਰੇ ਰੰਗਾਂ ਨੂੰ। ਹਰਾ ਵੀ ਹੁੰਦੇ ਨੇ, ਰੰਗ ਹੋਰ ਵੀ ਹੁੰਦੇ ਆ, ਬਸ ਉਹ ਇਕੱਲੇ ਉਸ ਰੰਗ ਨੂੰ ਛੱਡਦੀ ਹੈ। ਹੁਣ ਘਾਹ ਹਰਾ ਹੈ, ਹਰਾ ਰੰਗ ਦਾ ਤਾਂ ਹੈ ਵੀ ਹਰੇ ਨੂੰ ਛੱਡ ਰਿਹਾ ਹੈ, ਬਾਕੀਆਂ ਨੂੰ ਸੋਖ ਰਿਹਾ ਹੈ। ਤੇ ਫਿਰ ਸਵਾਲ ਇਹ ਆ ਜਾਂਦਾ ਬੱਚਿਆਂ ਦਾ ਵੀ ਸਰ ਜੀ ਫਿਰ ਕਾਲੇ ਦਾ ਕੀ ਹਿਸਾਬ ਕਿਤਾਬ ਹੈ? ਉਹ ਕਾਲੇ ਰੰਗ ਦੇ ਵਿੱਚ ਤਾਂ ਸਾਰੀਆਂ ਹੀ ਜਜ਼ਬ ਹੋ ਜਾਂਦੀਆਂ, ਸਾਰੇ ਰੰਗ ਜਜ਼ਬ ਹੋ ਜਾਂਦੇ, ਸਭ ਕੁਝ ਅਬਜ਼ਰਵ ਹੋ ਜਾਂਦਾ ਉਹਦੇ ਵਿੱਚ। ਤੋ ਇਸ ਕਰਕੇ ਉੱਥੇ ਉਹ ਕਾਲਾ ਹੋ ਜਾਂਦਾ। ਤਾਂ ਦੇਖੋ ਸਫੈਦ ਪ੍ਰਕਾਸ਼ ਦੇ ਵਿੱਚ 7 ਰੰਗ ਹੈ। ਤਾਂ ਤੁਸੀਂ ਦੇਖਿਆ ਵੀ ਇਹ ਨਿਊਟਨ ਨੇ ਜਿਹੜੀ ਡਿਸਕ ਬਣਾ ਕੇ ਸਾਨੂੰ ਇੱਕ ਜਿਹੜੇ ਚਮਤਕਾਰ ਹੈ, ਵਿਗਿਆਨ ਦੇ ਚਮਤਕਾਰ ਕਿਹਾ ਜਾਂਦਾ ਇਹਨਾਂ ਨੂੰ, ਦੂਸਰੇ ਚਮਤਕਾਰ ਨਹੀਂ ਹੁੰਦੇ। ਤਾਂ ਵਿਗਿਆਨ ਇਹਨਾਂ ਚੀਜ਼ਾਂ ਨੂੰ, ਹੁਣ ਅੱਖ ਹੈ ਸਾਡੀ ਇੱਕ ਪ੍ਰਕਾਸ਼ੀ ਯੰਤਰ ਹੈ। ਜੇ ਅਸੀਂ ਇਹ ਕਹੀਏ ਵੀ ਅੱਖ ਸਾਡੀ ਦੇਖਦੀ ਹੈ, ਨਾ ਭੁਲੇਖਾ ਨਾ ਖਾ ਜਿਓ ਕਿਤੇ। ਅੱਖ ਨਹੀਂ ਦੇਖਦੀ ਦੁਖਦੀ ਹੈ, ਅੱਖ ਤਾਂ ਦਿਖਾਉਣ ਦੇ ਵਿੱਚ ਮਦਦ ਕਰ ਰਹੀ ਹੈ ਸਾਡੀ, ਦਿਖਾਉਣ ਦਾ ਇੱਕ ਸਾਧਨ ਹੈ। ਮੈਂ ਕਿਹਾ ਵੀ ਜੇ ਅੱਖ ਦੇਖਦੀ ਹੈ ਤਾਂ ਫਿਰ ਹਨੇਰੇ 'ਚ ਐਂ ਕਿ ਓਏ 1 ਮਿੰਟ ਉੱਠਿਓ ਨਾ, ਮੈਂ ਮੋਮਬੱਤੀ ਲੱਭ ਲਿਆਵਾਂ, ਮਾਚਿਸ ਲੱਭ ਲਾਂ। ਇਹ ਕਿੱਥੇ ਜਾਂਦੀ ਹੈ? ਅੱਖ ਥੋੜਾ ਦੇਖਦੀ ਹੈ, ਅੱਖ ਤਾਂ ਦਿਖਾਉਣ ਦਾ ਕੰਮ ਕਰਦੀ ਹੈ। ਦੇਖਣ ਦੇ ਲਈ ਸਾਨੂੰ ਸਾਧਨ ਚਾਹੀਦਾ ਤੇ ਉਹ ਸਾਧਨ ਹੈ ਸਾਡਾ ਪ੍ਰਕਾਸ਼। ਇਸ ਲਈ ਇਸ ਅੱਖ ਦਾ ਨਾਮ ਪ੍ਰਕਾਸ਼ੀ ਯੰਤਰ ਹੈ। ਇਹ ਮਨੁੱਖੀ ਅੱਖ ਹੈ ਜਿਹੜੀ, ਇਹ ਕਿਸ ਤਰ੍ਹਾਂ ਦੇ ਨਾਲ ਕੰਮ ਕਰ ਰਹੀ ਹੈ, ਉਹਦੇ ਵਿੱਚ ਅਸੀਂ ਫਿਰ ਇਹਨਾਂ ਪ੍ਰਕਾਸ਼ ਦੀਆਂ ਕਿਰਨਾਂ ਨੂੰ ਕਿਵੇਂ ਐਂਟਰ ਕੀਤਾ ਜਾਂਦਾ ਹੈ, ਕਿਵੇਂ ਉਹ ਰੈਟੀਨਾ ਦੇ ਉੱਤੇ ਜਾਂਦੀਆਂ, ਕਿਵੇਂ ਉਹ ਰੰਗ ਨੂੰ ਪਛਾਣਦੀਆਂ ਵੀ ਆ ਲਾਲ ਹੈ, ਹਰਾ ਹੈ ਜੀ, ਉਹ ਕਿਵੇਂ ਆਕਾਰ ਦੇਖਦੀਆਂ ਵੀ ਇਹ ਟੇਢਾ ਹੈ, ਮਿੱਡ ਹੈ, ਇਹ ਤਿਕੋਣਾ ਹੈ, ਇਹ ਛੋਟਾ। ਇਹ ਦੇਖੋ ਕਮਾਲ ਦੀਆਂ ਚੀਜ਼ਾਂ ਜੀ। ਇਹ ਜਿਹੜਾ ਇਹ ਮਨੁੱਖ ਹੈ, ਇੱਕ ਮਨੁੱਖ ਨੂੰ ਪੂਰੇ ਦੇ ਪੂਰੇ ਨੂੰ ਬਣਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਤੱਕ ਲਿਆਉਣੀਆਂ ਜ਼ਰੂਰੀ ਹੈ। ਉਹ ਜਦੋਂ ਸਾਨੂੰ ਸਮਝ ਆਉਣਗੀਆਂ ਕਿ ਇਹ ਆਪਟੀਕਲ ਇੰਸਟਰੂਮੈਂਟ ਕੀ ਹੈ। ਹੁਣ ਸਾਡੇ ਕੋਲ ਟੈਲੀਸਕੋਪ ਬਣਾਈ ਗਈ, ਹੁਣ ਟੈਲੀਸਕੋਪ ਹੈ ਜਿਹੜੀ ਇਹ ਪ੍ਰਕਾਸ਼ ਤੋਂ ਬਿਨਾਂ ਕੰਮ ਹੀ ਨਹੀਂ ਕਰ ਸਕਦੀ, ਹੈ ਨਾ। ਹੁਣ ਜੇ ਮੰਨ ਲਓ ਤੁਸੀਂ ਕਹੋ ਜੀ ਰਾਤ ਨੂੰ ਅਸੀਂ ਕੋਈ ਕੰਮ ਕਰਨਾ ਹੈ ਨਾ, ਤਾਂ ਰਾਤ ਵੇਲੇ ਵੀ ਇਸ ਦੇ ਲਈ ਜਿਹੜਾ ਹੈ ਇਸ ਦੇ ਇੰਟਰਨਲੀ ਪ੍ਰਕਾਸ਼ ਜਿਹੜਾ ਲੱਗਿਆ ਹੋਇਆ ਜ਼ਰੂਰੀ ਹੈ। ਜਾਂ ਉਹਨਾਂ ਤਾਰਿਆਂ ਨੂੰ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਜਾਂ ਗ੍ਰਹਿਾਂ ਨੂੰ ਦੇਖ ਰਹੇ ਹਾਂ, ਉਹਨਾਂ ਤੋਂ ਜਿਹੜਾ ਪ੍ਰਕਾਸ਼ ਆ ਰਿਹਾ ਹੈ ਉਹਦੀ ਮਦਦ ਦੇ ਨਾਲ ਹੀ ਇਹ ਦੇਖ ਪਾਊਗੀ, ਕਿਉਂਕਿ ਇਹਦੇ ਵਿੱਚ 2 ਲੈਂਸ ਲੱਗੇ ਹੋਏ ਆ। ਇਹ ਸਾਰੇ ਪ੍ਰਕਾਸ਼ੀ ਯੰਤਰ ਹੈ। ਤਾਂ ਉਹ ਜਿਹੜੇ ਪ੍ਰਕਾਸ਼ੀ ਯੰਤਰ ਹੈ ਇਸ ਤਰੀਕੇ ਦੇ ਨਾਲ ਕੰਮ ਕਰਦੇ ਆ ਕਿ ਇਹਨਾਂ ਦੇ ਉੱਤੇ ਲਾਈਟ ਪੈਂਦੀ ਹੈ, ਉਹ ਲਾਈਟ ਹੈ ਜਿਹੜੀ ਪੈ ਕੇ ਲੈਂਸ ਦੇ ਵਿੱਚੋਂ ਲੰਘ ਕੇ ਫਿਰ ਉਹ ਇਕੱਠੀ ਹੁੰਦੀ ਹੈ, ਉਹ ਇਕੱਠੀ ਹੋ ਕੇ ਸਾਡੀ ਅੱਖ ਤੱਕ ਪਹੁੰਚਦੀ ਹੈ। ਇਹ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਦਿਖਾਉਂਦੀ ਹੈ। ਹਾਂ, ਜਿਹੜੀ ਚੀਜ਼ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਦਿਖਾਉਂਦੀ ਹੈ ਉਹਨੂੰ ਟੈਲੀਸਕੋਪ ਕਹਿ ਦਿੰਦੇ ਆ, ਜਿਹੜੀ ਛੋਟੀਆਂ ਚੀਜ਼ਾਂ ਨੂੰ ਵੱਡਾ ਕਰਕੇ ਦਿਖਾਉਂਦੇ ਆ ਉਹਨੂੰ ਮਾਈਕਰੋਸਕੋਪ ਕਹਿੰਦੇ। ਤਾਂ ਇਹ ਪ੍ਰਕਾਸ਼ੀ ਯੰਤਰ ਜਿਹੜੇ ਆਪਾਂ ਇਹ ਗੱਲ ਕਰ ਰਹੇ ਸੀ, ਨਿਊਟਨ ਨੇ ਜਿਹੜਾ ਇਹ ਸਾਨੂੰ ਦੱਸਿਆ ਵੀ ਇਹ ਚੀਜ਼ਾਂ ਕਿਵੇਂ ਬਣੀਆਂ ਸਾਡੇ ਕੋਲ। ਤਾਂ ਇਹ ਜਿਹੜਾ ਵਿਗਿਆਨ ਹੈ ਨਾ ਜੀ, ਇੰਨਾ ਕੁ ਦਿਲਚਸਪ ਹੈ ਕਿ ਕੋਈ ਵੀ ਚੀਜ਼ ਲੈ ਲਓ। ਹੁਣ ਫੁੱਲ ਕਿਵੇਂ ਖਿੜਦੇ ਆ, ਅੱਛਾ ਸਾਡੇ ਲਈ ਇਹ ਬੜਾ ਅਚੰਭਾ ਬਣਿਆ ਪਿਆ ਵੀ ਕੱਲ ਤਾਂ ਜੀ ਡੋਡੀ ਸੀਗੀ, ਅੱਜ ਇਹ ਮਾੜਾ ਜਿਹਾ ਖਿਲ ਗਿਆ, ਪਰਸੋਂ ਨੂੰ ਹੋਰ ਖਿਲ ਗਿਆ, ਚੌਥੇ ਨੂੰ ਹੋਰ, ਇਹ ਕਿਵੇਂ ਖਿਲਦੇ ਆ। ਤੋ ਇਸ ਕਨਸੈਪਟ ਨੂੰ ਸਿੱਖਣ ਦੇ ਲਈ ਸਾਡੇ ਕੋਲ ਕੈਪਿਲਰੀ ਐਕਸ਼ਨ ਸਿੱਖਣਾ ਜ਼ਰੂਰੀ ਹੈ। ਅਖਬਾਰੀ ਕਾਗਜ਼ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਉਸ ਦੇ ਵਿੱਚ ਛੋਟੀਆਂ-ਛੋਟੀਆਂ ਮੋਰੀਆਂ ਹੁੰਦੀਆਂ, ਜੇ ਉਸ ਨੂੰ ਮਾਈਕਰੋਸਕੋਪ ਦੇ ਵਿੱਚ ਦੇਖੀ ਅਸੀਂ, ਫੁੱਲ ਕਿਵੇਂ ਖਿੜਦੇ ਆ, ਕੈਪਿਲਰੀ ਐਕਸ਼ਨ ਕੀ ਹੁੰਦਾ। ਆਹ ਜਿਹੜਾ ਅਖਬਾਰੀ ਕਾਗਜ਼ ਹੈ ਨਾ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜੇ ਮਾਈਕਰੋਸਕੋਪ ਦੇ ਹੇਠਾਂ ਦੇਖੀ ਨਾ ਛੋਟੀਆਂ-ਛੋਟੀਆਂ ਮੋਰੀਆਂ ਹੁੰਦੀਆਂ, ਪੋਰਸ ਕਹਿੰਦੇ ਆ ਜਿਨ੍ਹਾਂ, ਉਹਨਾਂ ਦੇ ਵਿੱਚ ਪਾਣੀ ਦਾ ਚੜ੍ਹਨਾ, ਪਾਣੀ ਦੇ ਚੜ੍ਹਨ ਦੇ ਨਾਲ ਪੱਤੀ ਦਾ ਭਾਰੀ ਹੋਣਾ, ਭਾਰੀ ਹੋ ਕੇ ਪੱਤੀ ਦਾ ਖੁੱਲ੍ਹਣਾ, ਇਹ ਤੁਹਾਨੂੰ ਦਿਖਾਇਆ ਜਾਣਾ ਹੈ ਵੀ ਫੁੱਲ ਕਿਵੇਂ ਖਿੜਦੇ ਆ। ਔਰ ਜਮਾਂ ਹੀ ਆਸਾਨ ਜਿਹਾ ਕਨਸੈਪਟ ਹੈ। ਇੱਕ ਆਪਾਂ ਨੇ ਅਖਬਾਰੀ ਕਾਗਜ਼ ਲਿਆ, ਹੁਣ ਇਸ ਦਾ ਮੈਂ ਤੁਹਾਡੇ ਸਾਹਮਣੇ ਫੁੱਲ ਬਣਾਉਂਗਾ। ਤਾਂ ਫੁੱਲ ਬਣਾਉਣ ਦੇ ਲਈ ਇਸ ਨੂੰ ਥੋੜਾ ਜਿਹਾ ਗੁਲਾਈ ਦੇ ਵਿੱਚ ਆਪਾਂ ਕਰ ਲੈਂਦੇ ਹਾਂ। ਤਾਂ ਤੁਸੀਂ ਦੇਖ ਰਹੇ ਹੋ ਕੋਈ ਬਹੁਤਾ ਇਸ ਨੂੰ ਸਮਾਂ ਨਹੀਂ ਲੱਗਣ ਵਾਲਾ, ਕਿਉਂਕਿ ਤੁਹਾਡੇ ਸਾਹਮਣੇ ਤਾਂ ਕਰਕੇ ਦਿਖਾਇਆ ਜਾਂਦਾ ਵੀ ਘਰੇ ਬੈਠੇ ਤੁਸੀਂ ਵੀ ਕਰਕੇ ਦੇਖੋ, ਇਹ ਨਾ ਸਮਝੋ ਵੀ ਕੋਈ ਜਾਦੂ ਹੈ। ਇਹ ਤੁਸੀਂ ਆਪ ਬਣਾਓ, ਤੁਹਾਡੇ ਕੋਲ ਕਾਗਜ਼ ਪਿਆ ਹੈ ਅਖਬਾਰ ਦਾ, ਤੁਸੀਂ ਕਰਕੇ ਦੇਖੋ। ਤਾਂ ਆਹ ਦੇਖੋ, ਇਹ ਹੁਣ ਮੈਂ ਇਹਦੀਆਂ ਪੱਤੀਆਂ ਤਿਆਰ ਕਰ ਰਿਹਾ। ਠੀਕ ਹੈ, ਪੱਤੀਆਂ ਛੋਟੀਆਂ-ਛੋਟੀਆਂ ਕੱਟ ਲਈਆਂ ਹੋਈਆਂ ਸੀ, ਇਹ ਪੱਤੀਆਂ ਕੱਟ ਲਈਆਂ ਹੋਈਆਂ ਫੁੱਲ ਦੀਆਂ। ਤਾਂ ਹੁਣ ਇਹਨਾਂ ਪੱਤੀਆਂ ਨੂੰ ਮੋੜ ਕੇ ਅਸੀਂ ਐਂ ਸਮਝਾਂਗੇ ਵੀ ਇਹ ਫੁੱਲ ਹੈ ਜਿਹੜਾ ਇਹ ਡੋਡੀ ਦੀ ਸ਼ਕਲ ਦੇ ਵਿੱਚ ਹੈ ਇਸ ਟਾਈਮ। ਤਾਂ ਉਹ ਪੱਤੀਆਂ ਕਿਵੇਂ ਖੁੱਲ੍ਹਣੀਆਂ ਉਹ ਤੁਹਾਨੂੰ ਦਿਖਾਇਆ ਜਾਣਾ ਕਨਸੈਪਟ ਇੱਥੇ ਅੱਜ। ਤਾਂ ਆਹ ਦੇਖੋ ਇਹ ਫੁੱਲ ਹੈ। ਤਾਂ ਹੁਣ ਇਸ ਇੱਕ ਬਾਉਲ ਦੇ ਵਿੱਚ ਅਸੀਂ ਪਾਣੀ ਪਾਇਆ ਹੋਇਆ, ਆਹ ਦੇਖੋ
ਇਹ ਪਾਣੀ ਹੈ ਜੀ ਸਾਡੇ ਕੋਲ। ਹੁਣ ਇਸ ਦੇ ਵਿੱਚ ਜਿਵੇਂ ਅਸੀਂ ਅਖਬਾਰ ਦੇ ਚੈੱਕ ਕਰ ਲਈਏ ਕਿ ਪਾਣੀ ਫਿਰ ਦਰਸ਼ਕ ਕਹਿਣਗੇ ਭਾਈ ਇਹ ਤਾਂ ਐਂਕਰ ਵੀ ਨਾਲ ਮਿਲਿਆ ਹੋਇਆ ਹੈ। ਅੱਛਾ ਪਾਣੀ ਹੈ ਇਹ, ਠੀਕ ਹੈ ਜੀ। ਬਿਲਕੁਲ ਬਿਲਕੁਲ ਆਮ ਪਾਣੀ ਹੈ, ਇਹਨੂੰ ਡੋਲ ਕੇ ਕੋਈ ਹੋਰ ਭਰ ਲਓ, ਕੋਈ ਦਿੱਕਤ ਨਹੀਂ। ਘਰੇ ਕਰਕੇ ਦੇਖਿਓ, ਨਾ ਹੋਇਆ ਤਾਂ ਕਰਿਓ ਫੋਨ ਤੇ ਗੱਲ, ਦੱਸਾਂਗੇ ਤੁਹਾਨੂੰ। ਆਹ ਦੇਖੋ ਹੁਣ ਇਸ ਦੇ ਵਿੱਚ ਉਹੀ ਮੈਂ ਫੁੱਲ ਰੱਖ ਰਿਹਾ। ਕਿਉਂ ਜੀ, ਖਿੜ ਰਿਹਾ ਕਿ ਨਹੀਂ? ਇਹ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੈਗਾ ਇਹ ਸਾਰੀ ਦੇ ਕੈਪਿਲਰੀ ਐਕਸ਼ਨ ਹੋਇਆ, ਸਾਰਾ ਕੁਝ ਐਂ ਜਿਹੜਾ ਪਾਣੀ ਹੈ ਉਹ ਉੱਪਰ ਚੜ ਗਿਆ। ਉੱਪਰ ਚੜ ਕੇ ਪੱਤੀ ਭਾਰੀ ਹੋਈ, ਪੱਤੀ ਭਾਰੀ ਹੋਈ ਤਾਂ ਪੱਤੀ ਡਿੱਗ ਪਈ, ਖੁੱਲ ਗਈ ਜਿਹਨੂੰ ਕਹਿੰਦੇ ਆ। ਤਾਂ ਇੱਕ ਦਿਨ ਚ ਕਦੇ ਨਹੀਂ ਫੁੱਲ ਖਿੜਦਾ, ਨਹੀਂ ਤਾਂ ਇੱਕੋ ਦਿਨ ਚ ਖਿੜ ਜਾ ਕਰੇ, ਤਾਂ ਉਹਨੂੰ ਟਾਈਮ ਲੱਗਦਾ। ਤਾਂ ਆਹ ਤਰੀਕਾ ਹੈ ਵਿਗਿਆਨ। ਇਹਦੇ ਪਿੱਛੇ ਕੀ ਹੈ? ਜੇ ਅਸੀਂ ਵਿਗਿਆਨ ਦੱਸਤਾ ਤਾਂ ਫਿਰ ਤਾਂ ਕੋਈ ਅਚੰਭਾ ਹੀ ਨਹੀਂ ਨਾ ਹੈ। ਤਾਂ ਉਹ ਬੜਾ ਹੀ ਆਸਾਨੀ ਦੇ ਨਾਲ ਇਹ ਚੀਜ਼ਾਂ ਨੂੰ ਅਸੀਂ ਪ੍ਰੈਕਟੀਕਲੀ ਦਿਖਾਉਂਦੇ ਹਾਂ। ਜਦੋਂ ਬੱਚੇ ਫਿਰ ਇਸ ਗੱਲ ਨੂੰ ਰਿਅਲਾਈਜ਼ ਕਰਦੇ ਆ ਵੀ ਸਰ ਆਹ ਤਾਂ ਕਮਾਲ ਹੋ ਗਿਆ ਜੀ, ਜਾਦੂ ਹੀ ਹੋ ਗਿਆ, ਮੈਂ ਕਰਕੇ ਦੇਖੂ ਅੱਜ ਜਾਣ ਸਰ, ਪਹਿਲਾਂ ਮੈਂ ਕੰਮ ਹੀ ਇਹੀ ਕਰਨਾ ਹੈ ਜੀ। ਤਾਂ ਮੇਰੇ ਖਿਆਲ ਤੇ ਤੁਸੀਂ ਵੀ ਤਿਆਰੀ ਕਰ ਲਈ ਹੋਣੀ ਹੈ ਵੀ ਅਖਬਾਰ ਦਾ ਕਾਗਜ਼ ਜਿਹੜਾ ਕੱਟ ਲਓ, ਕੱਟ ਕੇ ਪਾਣੀ 'ਚ ਰੱਖੋ। ਨਾ ਹੋਇਆ ਅਸੀਂ ਹਾਜ਼ਰਾਂ ਤੁਹਾਡੇ ਲਈ, ਜਿੰਨਾ ਅਸੀਂ ਜਾਣਦੇ ਹਾਂ ਉਹਨਾਂ ਤਾਂ ਤੁਹਾਨੂੰ ਦੱਸ ਹੀ ਸਕਦੇ ਆ ਨਾ। ਤਾਂ ਹੁਣ ਆਓ ਤੁਹਾਨੂੰ ਇਹ ਜਿਹੇ ਕਨਸੈਪਟ ਜਿਹੜੇ ਹੈ, ਜੇ ਸਾਇੰਸ ਸਾਡੇ ਕੋਲ ਬਹੁਤ ਮਹੱਤਵਪੂਰਨ ਹੈ, ਉੱਥੇ ਮੈਥਮੈਟਿਕਸ ਨੂੰ ਨਾ ਭੁੱਲ ਜਾਓ ਕਿਤੇ, ਕਿਉਂਕਿ ਮੈਥਮੈਟਿਕਸ ਤੋਂ ਬਿਨਾ ਇਹ ਚੀਜ਼ਾਂ ਨਹੀਂ ਬਣਨੀਆਂ। ਜਿਵੇਂ ਉਹਨੂੰ ਕਿਹਾ ਸੀ ਨਾ, ਗੋਲ ਕਰ ਲਈਏ, ਪੱਤੀਆਂ ਨੂੰ ਕੱਟ ਲਈਏ, ਕਿੰਨੀਆਂ ਕੱਟਣੀਆਂ, ਕਿਵੇਂ ਗੋਲ ਕਰਨਾ, ਮੈਥਮੈਟਿਕਸ ਨਹੀਂ ਦੱਸਣਾ ਸਾਨੂੰ, ਠੀਕ ਹੈ। ਤਾਂ ਹੁਣ ਇੱਕ ਸਵਾਲ ਇੱਥੇ ਇਹ ਵੀ ਹੈ ਵੀ ਕਿਉਂਕਿ ਮੈਥ ਇੱਕ ਐਸਾ ਸਬਜੈਕਟ ਵੀ ਹੈ ਦੇਖਿਆ ਜਾਵੇ ਡਾਕਟਰ ਸਾਹਿਬ ਵੀ, ਲੋਕ ਵੀ, ਮੈਂ ਵੀ ਹਾਲਾਂਕਿ ਜਦ ਸਕੂਲ ਦੇ ਵਿੱਚ ਸੀ ਨਾ ਤਾਂ ਇਸ ਸਬਜੈਕਟ ਤੋਂ ਬਹੁਤ ਦੂਰ ਭੱਜਦਾ ਸੀਗਾ। ਇਹ ਪਤਾ ਨਹੀਂ ਬੱਚਿਆਂ ਦੇ ਮਨ ਦੇ ਵਿੱਚ ਡਰ ਹੈ ਵੀ ਟੇਬਲ ਨਹੀਂ ਆਉਂਦੇ, ਸਕੁਅਰ ਰੂਟ ਨਹੀਂ ਕੱਢਣੇ ਆਉਂਦੇ, ਵੀ ਇਹਨੂੰ ਕਿਵੇਂ ਕਰਾਂਗੇ, ਇਹਦਾ ਬਹੁਤ ਡਰ ਹੈ ਮੈਥ ਨੂੰ ਲੈ ਕੇ। ਨਹੀਂ, ਅਸਲ ਦੇ ਵਿੱਚ ਜਿਹੜਾ ਡਰ ਹੈ ਨਾ, ਉਹਨਾਂ ਨੇ ਸਹਿਜੇ ਹੀ ਆਪ ਹੀ ਮਤਲਬ ਵੀ ਸੁਭਾਵਿਕ ਹੀ ਪੈਦਾ ਕਰ ਲਿਆ। ਕਿਵੇਂ ਪੈਦਾ ਕਰ ਲਿਆ? ਹੁਣ ਜਿਹੜੇ ਬੱਚੇ ਨੇ ਸੱਪ ਨੂੰ ਦੇਖ ਲਿਆ ਵੀ ਐਂ ਜੇ ਤੁਰਦਾ, ਤੇ ਕਿਤੇ ਹਨੇਰੇ ਦੇ ਵਿੱਚ ਰੱਸੀ ਪਈ ਹੋਈ, ਤਾਂ ਉਹ ਤਾਂ ਫਿਰ ਉਹ ਰੱਸੀ ਨੂੰ ਵੀ ਸੱਪ ਸਮਝੂਗਾ। ਤਾਂ ਇਹ ਭਰਮ ਹੈ, ਇਹ ਭਰਮ ਨੂੰ ਕੱਢਣਾ, ਕੱਢੂਗਾ ਕੌਣ? ਅਧਿਆਪਕ ਨੇ ਕੱਢਣਾ। ਅਧਿਆਪਕ ਦੇ ਕੋਲ ਤਾਂ ਹੀ ਤਾਂ ਕਿਹਾ ਜਾਂਦਾ ਵੀ ਅਧਿਆਪਕ ਦੇ ਕੋਲ ਜਾਓ, ਸਕੂਲ ਇਸੇ ਲਈ ਬਣਾਏ ਗਏ ਹੈ ਵੀ ਸਕੂਲਾਂ ਦੇ ਵਿੱਚ ਜਾਓ, ਸਿੱਖਿਆ ਨੂੰ ਗ੍ਰਹਿਣ ਕਰੋ। ਤੁਸੀਂ ਦੇਖੋ ਉੱਥੇ ਤੁਹਾਡੇ ਭਰਮਾਂ ਦਾ ਨਾਸ਼ ਕੀਤਾ ਜਾਂਦਾ, ਗਿਆਨ ਦਾ ਪ੍ਰਕਾਸ਼ ਕੀਤਾ ਜਾਂਦਾ। ਤਾਂ ਉਹ ਪ੍ਰਕਾਸ਼ ਕਰਨ ਦੇ ਲਈ ਅਧਿਆਪਕ ਖੜੇ ਹੈ। ਤਾਂ ਉਹ ਪ੍ਰਕਾਸ਼ ਕਿਸ ਤਰ੍ਹਾਂ ਕਰਨਾ ਹੈ, ਅਸੀਂ ਕਿਵੇਂ ਉਸ ਨੂੰ ਗਿਆਨ ਦੇ ਵਿੱਚ ਲੈ ਕੇ ਜਾਣਾ ਹੈ। ਜਦੋਂ ਉਹਨੂੰ ਗਿਆਨ ਹੋ ਗਿਆ ਫਿਰ ਉਹ ਤਾਂ ਬੜਾ ਆਸਾਨ ਸੀ। ਹੁਣ ਬੱਚਾ ਕਹਿੰਦਾ ਜੀ ਮੈਂ ਸਿੱਖ ਲਿਆ ਜੀ 1 ਦਾ ਕਿਊਬ 1, 2 ਦਾ ਕਿਊਬ 8, 3 ਦਾ ਕਿਊਬ 27, 4 ਦਾ ਕਿਊਬ 64, 5 ਦਾ ਕਿਊਬ 125, 6 ਦਾ ਕਿਊਬ 216, 7 ਦਾ ਕਿਊਬ 343, 8 ਦਾ ਕਿਊਬ 512, 9 ਦਾ ਕਿਊਬ 729, 10 ਦਾ ਕਿਊਬ 1000। ਲੋ ਬਸ ਬਹੁਤਾ ਟਾਈਮ ਨਹੀਂ ਲੈਣਾ ਤੁਹਾਡਾ, ਮੈਂ ਇੱਥੇ ਤੱਕ ਤੁਹਾਨੂੰ ਗੱਲ ਜਚਾ ਦੇਣੀ ਹੈ, ਦੱਸ ਦੇਣੀ ਹੈ ਵੀ ਆ ਕੀ ਚੱਲ ਰਿਹਾ। 1 ਦਾ ਕਿਊਬ 1 ਹੈ, 2 ਦਾ 8 ਹੈ, 3 ਬੱਚੇ ਨੇ ਸਿੱਖ ਲਿਆ, ਰੱਟ ਲਿਆ, ਪਤਾ ਲੱਗ ਗਿਆ ਉਹਨੂੰ। ਪੁੱਛਦੇ ਹੋ ਉਹ ਜਦੇ ਹੀ ਜਵਾਬ ਦਿੰਦਾ, ਪਰ ਉਹ ਡੂੰਘਾਈ 'ਚ ਨਹੀਂ ਗਿਆ। ਬਸ ਮੈਂ ਕਹਿੰਦਾ ਬੱਚੇ ਤੂੰ ਮੇਰੇ ਕੋਲ ਆਇਆ, ਇਹਦੀ ਡੂੰਘਾਈ 'ਚ ਜਾ। ਕਹਿੰਦੇ ਜੀ ਇਹਦੀ ਹੋਰ ਡੂੰਘਾਈ 'ਚ ਮੈਂ ਕੀ ਜਾਵਾਂ? ਮੈਂ ਕਿਹਾ ਤੂੰ ਇਹ ਦੇਖ, ਇਹਦੇ ਵਿੱਚ ਕੋਈ ਸਿਮੈਟਰੀ ਹੈ, ਕੋਈ ਪੈਟਰਨ ਹੈ, ਕੁਝ ਨਜ਼ਰ ਆ ਰਿਹਾ ਤੈਨੂੰ? ਕਹਿੰਦਾ ਨਹੀਂ ਜੀ ਬਸ ਕਿਊਬ ਕੀਤੇ ਆ ਤੁਸੀਂ, ਕਿਊਬ ਕਰਕੇ ਆ ਚੀਜ਼ਾਂ ਬਣ ਗਈਆਂ। ਨਾ 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 ਨਾ, ਇੱਥੇ ਤੱਕ ਤਾਂ ਸੀਮਤ ਨਹੀਂ ਨਾ ਰਹਿਣਾ, ਇਸ ਤੋਂ ਅੱਗੇ ਚੱਲੂਗਾ ਤਾਂ ਗਿਆਨ ਨੇ ਵਧਣਾ। ਕੀ ਹੈ? ਜਿਹੜੇ ਨੰਬਰ ਦਾ ਕਿਊਬ ਕਰਦੇ ਆ, ਕੁਝ ਨੰਬਰ ਇਹ ਜਿਹੇ ਹੈ ਵੀ ਉਹਨਾਂ ਦਾ ਅਖੀਰਲਾ ਅੰਕ ਵੀ ਉਹੀ ਆ ਜਾਂਦਾ। ਜੇ 1 ਦਾ ਕੀਤਾ ਤਾਂ ਮਗਰ ਕੀ ਆ ਗਿਆ? 1 ਆ ਗਿਆ। ਹੁਣ ਅਸੀਂ 4 ਦਾ ਕੀਤਾ, ਮਗਰ ਕੀ ਆ ਗਿਆ? 5 ਦਾ ਕੀਤਾ ਤਾਂ ਮਗਰ ਕੀ ਆ ਗਿਆ? 6 ਦਾ ਕੀਤਾ ਤਾਂ ਮਗਰ ਕੀ ਆ ਗਿਆ? ਪਰ 7 ਵਾਲੇ ਨਾਲ ਨਹੀਂ ਆ ਰਿਹਾ, 8 ਵਾਲੇ ਨਾਲ ਨਹੀਂ ਆ ਰਿਹਾ, 9 ਦਾ ਕੀਤਾ ਤਾਂ 9 ਆ ਗਿਆ। ਤਾਂ ਇੱਥੋਂ ਮੈਨੂੰ ਇੱਕ ਗੱਲ ਸਮਝ ਆ ਗਈ ਵੀ ਕੁਝ ਅੰਕ ਇਹ ਜਿਹੇ ਹੈ, ਜੇ ਮੈਂ ਉਹਨਾਂ ਦਾ ਕਿਊਬ ਕਰਦਾ, ਮਤਲਬ ਪੰਜਾਬੀ 'ਚ ਅਸੀਂ ਕਹਿੰਦੇ ਘਣ ਕਰਦੇ ਆ, 3 ਵਾਰੀ ਉਹਨੂੰ ਆਪਸ ਦੇ ਵਿੱਚ ਗੁਣਾ ਕੀਤਾ ਜਾਂਦਾ। 7 ਦਾ ਕਿਊਬ ਘਣ ਦਾ ਮਤਲਬ 7 ਗੁਣਾ 7 ਗੁਣਾ 7, ਤਾਂ ਉਹ ਜਵਾਬ ਹੈ ਜਿਹੜਾ ਉਹ ਇਸ ਤਰ੍ਹਾਂ ਆਉਂਦਾ ਸਾਡੇ ਕੋਲ। ਤਾਂ ਹੁਣ ਇਹ ਕੁਝ ਅੰਕ ਇਹ ਜਿਹੇ ਜਿਨ੍ਹਾਂ ਦੇ ਪਰ ਕੁਝ ਇਹ ਜਿਹੇ ਜਿਨ੍ਹਾਂ ਦੇ ਵਿੱਚ ਆ ਨਹੀਂ ਰਿਹਾ, ਪਰ ਉਹਨਾਂ ਦੇ ਵਿੱਚ ਵੀ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਹੈ ਗੁਰਪ੍ਰੀਤ ਜੀ। ਵੀ ਜੇ 2 ਦਾ ਕਰਦੇ ਆ ਤਾਂ ਕਿੰਨਾ ਆ ਰਿਹਾ ਦੇਖੋ ਤੁਸੀਂ, 8 ਆਇਆ ਅੰਕ। ਹੁਣ ਜੇ 8 ਦਾ ਕਰਦੇ ਹੋ ਤਾਂ 2 ਆ ਰਿਹਾ। ਆਹ ਕਿਆ ਕਮਾਲ ਦੀ ਗੱਲ ਹੈ, ਦੇਖੋ ਆਹ ਲੱਭਣੀਆਂ ਚੀਜ਼ਾਂ। ਜੇ 2 ਦਾ ਕਰਦੇ ਆ 8 ਆਉਂਦਾ, ਜੇ 8 ਦਾ ਕਰਦੇ ਹੋ 2 ਆ ਗਿਆ। ਬਣਾਤੇ ਨਾ ਦੋਸਤ, ਇਹ ਦੋਸਤੀ ਪਵਾਤੀ 2 ਤੇ 8 ਦੀ ਅੱਜ। ਹਾਂ ਇਸ ਤਰ੍ਹਾਂ ਹੀ ਆ 3 ਦਾ ਕੀਤਾ ਤਾਂ 7 ਆ ਗਿਆ, ਤੇ 7 ਦਾ ਕੀਤਾ ਤਾਂ 3 ਆ ਗਿਆ। ਕੀ ਬਾਤ! ਹੁਣ ਤਾਂ ਗੁਰਪ੍ਰੀਤ ਵੀ ਫਟਾਫਟ ਦੱਸਦਾ। ਹਾਂ ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ 10 ਦੇ ਵਿੱਚ ਆ 0 ਹੈ ਤਾਂ ਪਿਛਲਾ 0 ਆ ਰਿਹਾ। ਇਸ ਕਨਸੈਪਟ ਨੂੰ ਸਿਖਾ ਦਿੱਤਾ ਜਾਂਦਾ, ਔਰ ਉਸ ਤੋਂ ਬਾਅਦ ਜਦੋਂ ਲਾਗੂ ਕਰਦੇ ਆ
ਤਾਂ ਲਾਗੂ ਕਰਨ ਲੱਗਿਆਂ ਅਸੀਂ ਜਿਹੜੇ ਵੱਡੇ ਵੱਡੇ ਕੰਪੀਟੀਸ਼ਨ ਦਿੰਦੇ ਆ ਮੇਰੇ ਬੱਚੇ, ਤੇ ਉੱਥੇ ਯੂਜ਼ ਹੁੰਦੀਆਂ ਚੀਜ਼ਾਂ, ਤਾਂ ਫੇਰ ਸਾਨੂੰ ਪਤਾ ਲੱਗਦਾ ਅੱਛਾ ਇਹ ਇੰਨੀ ਸੌਖੀ ਸੀ ਚੀਜ਼, ਅਸੀਂ ਕਿਉਂ ਛੱਡੀ ਬੈਠੇ ਸੀਗੇ। ਕਿਉਂਕਿ ਅਸੀਂ ਇਹਦੀ ਤਹਿ ਤੱਕ ਨਹੀਂ ਗਏ, ਅਸੀਂ ਅਧਿਆਪਕ ਤੱਕ ਪਹੁੰਚ ਨਹੀਂ ਕੀਤੀ, ਅਸੀਂ ਕਿਤਾਬ ਨੂੰ ਖੋਲ੍ਹਿਆ ਨਹੀਂ ਹੈ, ਸਾਨੂੰ ਗਿਆਨ ਨਹੀਂ ਹੋਇਆ, ਸੱਚਾਈ ਪਤਾ ਹੀ ਨਹੀਂ ਲੱਗੀ ਹੈ। ਤਾਂ ਅਸੀਂ ਉਹੀ ਮੈਥਡ ਜਿਹੜੇ ਸਾਡੇ ਅਧਿਆਪਕਾਂ ਨੇ ਸਾਨੂੰ ਸਿਖਾਇਆ ਹੈ ਨਾ, ਵੀ ਆਹ ਜਿਹੜਾ ਹੈਗਾ ਸਾਡੇ ਕੋਲ 4913 ਹੈ। ਠੀਕ ਹੈ। ਲੋ ਜੀ ਇਹਦਾ ਕਿਊਬ ਰੂਟ ਕੱਢਣਾ ਆਪਾਂ ਨੇ, ਇਹ ਤਾਂ ਕਿਊਬ ਸੀ ਨਾ, ਹੁਣ ਇਹਦਾ ਕਿਊਬ ਰੂਟ ਇਹ ਇਸ ਨੂੰ ਕਹਿੰਦੇ ਆ। ਇਸ ਨੂੰ ਲਿਖਿਆ ਇਸ ਤਰ੍ਹਾਂ ਵੀ ਜਾਂਦਾ ਸਾਡੇ ਕੋਲ, ਇਹਨੂੰ ਕਿਊਬ ਰੂਟ ਕਹਿੰਦੇ ਆ ਅਸੀਂ। ਠੀਕ ਹੈ। ਤਾਂ ਕਿਊਬ ਰੂਟ ਕੱਢਣ ਦੇ ਲਈ ਸਾਡੇ ਕੋਲ ਫਾਰਮੂਲਾ ਕੀ ਹੈ, ਵੀ ਇਸ ਨੂੰ ਕਿਸੇ ਨੰਬਰ ਤੇ ਅਸੀਂ ਨੇ ਡਿਵਾਈਡ ਕਰਨਾ। ਜਦੋਂ ਇਸ ਨੂੰ ਕਿਸੇ ਨੰਬਰ ਤੇ ਅਸੀਂ ਡਿਵਾਈਡ ਕਰਦੇ ਆ ਤਾਂ ਉਹ ਸਾਡੇ ਕੋਲ ਜਵਾਬ ਆਣਾ ਸ਼ੁਰੂ ਹੋ ਜਾਂਦਾ। ਤਾਂ ਕਿਉਂਕਿ ਹੁਣ ਮੈਨੂੰ ਇਹਦਾ ਜਵਾਬ ਪਤਾ ਹੈ, ਇਸ ਲਈ ਮੈਂ ਸਿੱਧਾ 17 ਤੇ ਪਹੁੰਚਿਆ, ਠੀਕ ਹੈ ਨਾ। ਜਦੋਂ ਮੈਨੂੰ ਜਵਾਬ ਨਹੀਂ ਪਤਾ ਹੋਊਗਾ ਤਾਂ ਮੈਂ 2 ਤੋਂ ਸ਼ੁਰੂ ਕਰੂੰਗਾ, ਕਦੇ 2 ਤੇ ਕਰੂੰਗਾ, ਕਦੇ 3 ਤੇ ਕਰੂੰਗਾ, ਕਦੇ 4 ਤੇ, ਕਦੇ 5 ਤੇ। ਇਹ ਵੀ ਸਾਡੇ ਕੋਲ ਹੈਗੇ ਆ ਵੀ ਕਿਹੜੇ ਨੰਬਰ 2 ਤੇ ਭਾਗ ਹੋਣਗੇ, ਕਿਹੜੇ 3 ਤੇ ਹੋਣਗੇ, ਕਿਹੜੇ 4 ਤੇ, ਫਟਾਫਟ ਪਤਾ ਲੱਗਦਾ ਸਾਡੇ ਕੋਲ। ਇਹ ਮੈਥਡ ਹੈ ਸਾਰੇ। ਤਾਂ ਹੁਣ ਇਹ ਜਦੋਂ ਅਸੀਂ ਇਹਨੂੰ ਕੀਤਾ 17 ਦੂਣਾ 34, 34 ਤੋਂ ਬਾਅਦ ਇੱਥੇ ਸਾਡੇ ਕੋਲ ਬਚ ਗਏ ਜੀ 6 ਤੇ 9 15, 151, ਫਿਰ 17 8 136, 17 9 ਆ। ਹੁਣ 17 ਨੂੰ 17 ਨਾਲ ਕੀਤਾ, ਆ ਬਣ ਗਿਆ ਸਾਡੇ ਕੋਲ 3 ਚੀਜ਼ਾਂ ਆ ਗਈਆਂ। ਤਾਂ ਕਿਊਬ ਰੂਟ ਦਾ ਮਤਲਬ ਹੁੰਦਾ 3 ਚੀਜ਼ਾਂ ਦੀ ਇੱਕ ਚੀਜ਼ ਨੂੰ ਲੈਣਾ। ਤਾਂ ਇਹਦਾ ਜਵਾਬ ਕਿੰਨਾ ਆ ਗਿਆ, 17 ਆ ਗਿਆ। ਤਾਂ ਇਸ ਦਾ ਜਿਹੜਾ ਜਵਾਬ ਹੈ ਉਹ ਕਿੰਨਾ ਆ ਰਿਹਾ ਸਾਡੇ ਕੋਲ, 17 ਆ ਰਿਹਾ। ਇਸੇ ਤਰ੍ਹਾਂ ਹੀ ਜੇ 1331 ਦਾ ਕਰਦੇ ਹੋ ਤਾਂ ਇਹਦਾ ਜਵਾਬ ਸਾਡੇ ਕੋਲ 11 ਆ ਰਿਹਾ। ਇਹਦਾ ਮਤਲਬ 4913 ਜਿਹੜਾ ਉਹ 17 ਗੁਣਾ 17 ਗੁਣਾ 17 ਹੀ ਬਣਦਾ ਹੈ। ਕਰ ਲਓ ਚੈੱਕ। ਪਰ ਇਹ ਤਾਂ ਅਸੀਂ ਇਸ ਤਰੀਕੇ ਨਾਲ ਕੀਤਾ ਤਾਂ ਆਇਆ। ਹੁਣ ਕੰਪੀਟੀਸ਼ਨ ਦੇ ਵਿੱਚ ਜੇ ਇਸ ਤਰੀਕੇ ਨਾਲ ਕਰਨ ਲੱਗ ਗਏ, ਟਾਈਮ ਬਹੁਤ ਲੱਗੂ। ਇਹ ਤਾਂ ਛੋਟਾ ਸੀਗਾ। ਜੇ ਮੰਨ ਲਓ ਉਸਨੇ ਇਹ ਪਾਤਾ 270 999, ਇਹ ਜੀ ਕੋਈ ਰਕਮ ਪਾਤੀ, ਇਹਨੂੰ ਕਿਵੇਂ ਕੱਢੂਗਾ ਤੇ ਕਿੰਨਾ ਟਾਈਮ ਲਾਊਗਾ। ਪਰ ਉੱਥੇ ਤਾਂ 1 ਮਿੰਟ ਦੇ ਵਿੱਚ ਮੇਰੇ ਖਿਆਲ 2 ਸਵਾਲ ਕਰਨੇ ਪੈਂਦੇ ਆ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਸੀਂ ਨੇ ਸੌਖਾ ਕਰਨ ਦੇ ਲਈ ਕਿਤਾਬਾਂ ਨੂੰ ਪੜ੍ਹਿਆ। ਕਿਤਾਬਾਂ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਹੈ, ਬਸ ਘੋਖਣ ਦੀ ਲੋੜ ਹੈ। ਤਾਂ ਉਹ ਕੀ ਕਹਿੰਦੀਆਂ ਕਿਤਾਬਾਂ ਸਾਡੇ ਕੋਲ ਵੀ ਆਹ 4913 ਭਾਈ, ਤੂੰ ਚੈੱਕ ਕਰ ਇਹਦਾ ਪਿਛਲਾ ਅੰਕ ਕੀ ਹੈ, 3। ਤਾਂ ਜੇ 3 ਹੈ ਤਾਂ ਇਹਦਾ ਕਿੰਨਾ ਆਣਾ ਚਾਹੀਦਾ, 7 ਆਣਾ ਚਾਹੀਦਾ। 7 ਆਣਾ ਚਾਹੀਦਾ, 7 ਲਾ ਦੇ। ਹੁਣ ਕਿਉਂਕਿ ਉਹ ਕਿਊਬ ਰੂਟ ਹੈ, 3 ਅੰਕ ਕੱਟ ਦੇ ਇਹਦੇ। ਜੇ ਸਕੁਅਰ ਰੂਟ ਹੋਇਆ ਫਿਰ 2 ਕੱਟਣੇ ਆ। ਅੱਛਾ, ਠੀਕ ਹੈ। ਜੇ ਕਿਊਬ ਰੂਟ ਹੈ 3 ਕੱਟਣੇ ਆ, 3 ਕੱਟ। ਹੁਣ ਬਾਕੀ ਕੀ ਰਹਿ ਗਿਆ ਸਾਡੇ ਕੋਲ, 4। ਹੁਣ ਇੱਥੋਂ ਚੈੱਕ ਕਰੋ ਵੀ ਜਿਹੜਾ 4 ਹੈ ਉਹ ਕਿੱਥੇ, ਕਿਹਦੇ ਸਾਹਮਣੇ ਆਂਦਾ, ਕਿਹੜੇ ਅੰਕ ਦੇ। ਹੁਣ 8 ਹੈ, 8 ਤਾਂ ਵੱਧ ਗਿਆ, 27 ਵੀ ਵੱਧ ਗਿਆ, ਇਹਦਾ ਮਤਲਬ ਇੱਥੇ ਆਊਗਾ। ਇਹਦਾ ਮਤਲਬ ਇਹਦੇ ਸਾਹਮਣੇ ਵਾਲਾ ਕਿਹੜਾ, 1। ਤਾਂ ਇਹ 1 ਆ 17 ਜਵਾਬ ਆ ਗਿਆ ਜੀ ਇਹਦਾ। ਇਹ ਤਾਂ ਜਮੀ ਸੌਖਾ ਹੋ ਗਿਆ। ਮੈਂ ਕਹਿੰਦਾ ਵੀ ਕੁਝ ਵੀ ਨਹੀਂ, ਕੋਈ ਅਸੀਂ ਕੈਲਕੂਲੇਸ਼ਨ ਨਹੀਂ ਕੀਤੀ ਹੈ, ਬਸ ਸਿਰਫ ਅਸੀਂ ਇਹ ਦੇਖਿਆ ਵੀ 3 ਦਾ 7 ਹੁੰਦਾ ਤੇ 3 ਅੰਕ ਕੱਟ ਤੇ। 4 ਦਾ ਅਸੀਂ ਦੇਖ ਲਿਆ ਵੀ ਇਹ ਕਿੱਥੇ ਫਾਲ ਕਰਦਾ, 8 ਵੱਧ ਗਿਆ, ਇਸ ਤੋਂ ਪਿਛਲੇ 'ਚ ਚਲੇ ਜਾਓ। ਪਿਛਲੇ ਦਾ ਏਕਾ ਸੀਗਾ, ਏਕਾ ਲਾਤਾ। ਇੱਕ ਹੋਰ ਕਰਕੇ ਦੇਖਦੇ ਹੋਰ ਆਪਾਂ ਕਰਕੇ ਦੇਖਦੇ ਹਾਂ। ਲਓ 15625 ਕਰਦੇ ਹਾਂ। ਠੀਕ ਹੈ, ਇਹ ਨੰਬਰ ਵੱਧ ਗਏ ਹੁਣ। ਹਾਂ, ਇਹ ਪਿੱਛੇ 5 ਹੈ। 5 ਦਾ ਕੀ ਹੈ, 5 ਹੀ ਲਾਣਾ। 5 ਫਿਰ ਮੈਂ ਤੁਹਾਨੂੰ ਕੀ ਦੱਸਿਆ ਸੀਗਾ, 3 ਕੱਟਦੇ, 3 ਕੱਟਦੇ, ਬਾਕੀ ਕੀ ਰਹਿ ਗਿਆ, 15। 15 ਗਿਣ ਲਓ। ਇਹ 15 15 15 ਆਹ ਵੱਧ ਗਿਆ, 27 ਵੱਧ ਗਿਆ। ਵੱਧ ਗਿਆ ਨਾ। ਇਹ ਤੋਂ ਪਿਛਲਾ ਲੈ ਲੈਣਾ, 2। ਇਹ 8 ਦਾ ਸਾਹਮਣੇ 2। ਲਓ ਜੀ 25 ਜਵਾਬ ਹੈ ਇਹਦਾ। ਚੈੱਕ ਕਰੋ ਜਿੱਥੇ ਮਰਜੀ। ਕੀ ਬਾਤ ਹੈ। ਤੇ ਜਦੋਂ ਬੱਚਾ ਪ੍ਰੈਕਟਿਸ ਕਰ ਲੂਗਾ ਨਾ, ਤੂੰ ਜ਼ਬਾਨੀ ਕੱਢ ਲੂਗਾ ਇਹ ਚੀਜ਼ਾਂ ਨੂੰ ਸਾਰੀਆਂ। ਅੱਛਾ, ਜੇ ਮੰਨ ਲਓ ਹੁਣ ਇੱਥੇ ਆਪਾਂ ਸਕੁਅਰ ਰੂਟ ਕੱਢਣਾ ਹੋਵੇ, ਜਿਵੇਂ ਇਸੇ ਚੀਜ਼ ਦਾ, ਜਿਵੇਂ ਮੰਨ ਲਓ ਆਪਾਂ ਹੁਣ ਕਿਊਬ ਕੱਢਿਆ ਸੀਗਾ, ਤਾਂ ਸਕੁਅਰ ਦੇ ਵਿੱਚ ਬਿਲਕੁਲ ਜੇ ਅਸੀਂ ਸਕੁਅਰ ਰੂਟ ਕੱਢਣਾ ਹੈ ਤਾਂ ਇੱਥੇ ਸਾਨੂੰ 1 ਦਾ ਸਕੁਅਰ 1, 2 ਦਾ ਸਕੁਅਰ 4, 3 ਦਾ ਸਕੁਅਰ 9, 4 ਦਾ ਸਕੁਅਰ 16। ਫਿਰ ਉਹੀ ਚੀਜ਼ਾਂ ਦੇਖਣੀਆਂ ਪੈਣਗੀਆਂ ਸਾਨੂੰ। ਉਹੀ ਚੀਜ਼ਾਂ ਦੇਖ ਕੇ ਜਿੱਥੇ 3 ਅੰਕ ਕੱਟੇ ਆ ਉੱਥੇ 2 ਅੰਕ ਕੱਟਣੇ ਆ ਅਸੀਂ, ਬਾਕੀ ਸਾਰਾ ਸੇਮ। ਬਾਕੀ ਸਾਰਾ ਪ੍ਰੋਸੀਜਰ ਸੇਮ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਵਿਦਿਆਰਥੀ ਜਦੋਂ ਹਾਂ ਦੇਖਣ ਨਾਲ ਤੁਹਾਨੂੰ ਬਹੁਤ ਸੌਖਾ ਲੱਗਦਾ ਵੀ ਹਾਂ ਹੈ ਤਾਂ ਆਸਾਨ ਹੀ, ਪਰ ਕਰੋਗੇ ਨਾ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਵੜ ਜੂਗਾ, ਇਹ ਸਮਝ ਜਾਓਗੇ ਵੀ ਇਹ ਤਾਂ ਅਸੀਂ ਆ ਕਰ ਸਕਦੇ ਹਾਂ। ਤੇ ਹੋਰ 10 ਜਣਿਆਂ ਨੂੰ ਹੋਰ ਦੱਸੋਗੇ ਤੁਸੀਂ। ਤਾਂ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਦੱਸਣੀਆਂ, ਅਸੀਂ ਸਮਾਜ ਤੱਕ ਪਹੁੰਚਾਣੀਆਂ। ਨਾਲੇ ਇੱਕ ਹੋਰ ਚੀਜ਼ ਹੈ ਡਾਕਟਰ ਸਾਹਿਬ, ਵੀ ਇਹ ਚੀਜ਼ ਦਾ ਨਾ ਇੰਟਰਸਟ ਬਣ ਜਾਂਦਾ ਲੋਕਾਂ ਦਾ। ਲੋਕਾਂ ਦੇ ਵਿੱਚ ਇੰਟਰਸਟ ਪੈਦਾ ਹੋ ਗਿਆ, ਕਿਉਰਿਓਸਿਟੀ ਪੈਦਾ ਹੋ ਗਈ, ਫਿਰ ਆਪੇ ਚੀਜ਼ ਨੂੰ ਸਮਝਦੇ। ਵਿਦਿਆਰਥੀ ਨੂੰ ਮੇਨ ਗੱਲ ਕੀ ਹੈ, ਉਸ ਨੂੰ ਆਪਣੀ ਜਮਾਤ ਦੇ ਵਿੱਚ ਲਿਆਉਣ ਦੇ ਲਈ ਸਭ ਤੋਂ ਮੇਨ ਗੱਲ ਇਹ ਹੈ ਕਿ ਉਸ ਦੇ ਆਪਣੇ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਕਰ। ਬਿਲਕੁਲ, ਇੰਟਰਸਟ। ਹਾਂ, ਮੈਂ ਤਾਂ ਕਦੇ ਕਹਿੰਦਾ ਹੀ ਨਹੀਂ ਵੀ ਆਜੋ ਪੜ੍ਹ ਲਓ। ਅੱਛਾ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪੜ੍ਹੀ ਜਾਂਦਾ ਹੱਲੇ।
ਮੈਂ ਤਾਂ ਆਪਣੇ ਬੱਚਿਆਂ ਨੂੰ ਪੜ੍ਹੀ ਜਾਂਦਾ ਵੀ ਇਹ ਕਰਦੇ ਕੀ ਐ। ਮੈਂ ਉਹਨਾਂ ਨੂੰ ਪੜ੍ਹਨਾ ਹੀ ਇਹਨਾਂ ਨੂੰ ਪੜ੍ਹਾਉਣਾ ਸਮਝਦਾ। ਠੀਕ ਹੈ ਨਾ ਜੀ, ਸਿੱਖ ਕੇ ਸਿਖਾਣਾ। ਸਿੱਖ ਕੇ ਸਿਖਾਉਣਾ, ਬਿਲਕੁਲ। ਤਾਂ ਹੁਣ ਇਸ ਦੇ ਵਿੱਚ ਆ ਦੇਖੋ ਸਾਡੇ ਮਤਲਬ ਗਣਿਤ ਸ਼ਾਸਤਰੀ ਇੰਨੇ ਮਹਾਨ ਹੋਏ ਆ, ਉਹ ਕਮਾਲ ਦੀਆਂ ਗੱਲਾਂ ਕਰਦੇ ਰਹੇ ਆ। ਪਾਸਕਲ ਵਿਗਿਆਨੀ ਆਏ ਇੱਕ ਸਾਡੇ, ਪਾਸਕਲ, ਬਿਲਕੁਲ ਬੜਾ ਵੱਡਾ ਯੋਗਦਾਨ ਜੀ। ਕੀ ਸੋਚਦੇ ਕਿਵੇਂ ਆ? ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਵੀ ਮੇਰੇ ਖਿਆਲ ਤੇ ਸਾਰੀ ਜ਼ਿੰਦਗੀ ਮੈਂ ਤਾਂ ਇਹ ਚੀਜ਼ਾਂ ਪੜ੍ਹ ਲਾਂ ਉਹੀ ਬਹੁਤ ਹੈ, ਨਵੀਆਂ ਤਾਂ ਪਤਾ ਨਹੀਂ ਕਦੋਂ ਬਣਾਉਂਗਾ। ਹਾਲੇ ਤਾਂ ਇਹਨਾਂ ਦੀਆਂ ਕੀਤੀਆਂ ਹੋਈਆਂ ਪੜ੍ਹੀਆਂ ਨਹੀਂ ਜਾ ਰਹੀਆਂ, ਉਹ ਵੀ ਸਾਰੀ ਜ਼ਿੰਦਗੀ ਘੱਟ ਹੈ ਸਾਡੇ ਲਈ। ਪਰ ਇਹਨਾਂ ਦੇ ਕੀਤੇ ਹੋਏ ਤਜਰਬੇ ਸਲਾਮ ਹੈ ਇਹਨਾਂ ਨੂੰ। ਉਹ ਕਹਿੰਦਾ ਜੀ ਮੈਂ ਇੱਥੇ ਏਕਾ ਲਿਖਿਆ, ਫਿਰ ਇੱਥੇ 2 ਏਕੇ ਪਾਤੇ। ਠੀਕ ਹੈ, ਪਹਿਲਾਂ ਏਕਾ ਲਿਖਿਆ, ਫਿਰ 2 ਏਕੇ ਪਾਤੇ। ਫਿਰ ਕਹਿੰਦਾ ਵੀ ਅਗਲੀ ਵਾਰੀ ਫਿਰ ਮੈਂ ਏਕਾ ਲਿਖਿਆ, ਇਹਨਾਂ ਦੋਨਾਂ ਨੂੰ ਜੋੜ ਲਿਆ, ਫਿਰ ਏਕਾ ਪਾਤਾ। ਫਿਰ ਕਹਿੰਦਾ ਇੱਥੇ ਏਕਾ ਪਾ ਲਿਆ, ਫਿਰ ਇਹਨਾਂ ਦੋਨਾਂ ਨੂੰ ਜੋੜ ਲਿਆ, ਫਿਰ ਇਹਨਾਂ ਦੋਨਾਂ ਨੂੰ ਜੋੜ ਲਿਆ। ਫਿਰ ਕਹਿੰਦਾ ਫਿਰ ਮੈਂ ਇੱਥੇ ਏਕਾ ਪਾ ਲਿਆ, ਫਿਰ ਇੱਕ ਏਕਾ ਪਾ ਲਿਆ, ਫਿਰ ਮੈਂ ਇਹਨਾਂ ਦੋਨਾਂ ਨੂੰ ਜੋੜ ਲਿਆ, ਫਿਰ ਇਹਨਾਂ ਦੋਨਾਂ ਨੂੰ ਜੋੜ ਲਿਆ, ਫਿਰ ਇਹਨਾਂ ਦੋਨਾਂ ਨੂੰ ਜੋੜ ਲਿਆ। ਠੀਕ ਹੈ। ਇਸ ਚੀਜ਼ ਨੂੰ, ਆਹ ਜਿਹੜੀ ਚੀਜ਼ ਬਣੀ ਹੈ, ਤਾਂ ਉਹ ਇਸ ਚੀਜ਼ ਨੂੰ ਪਾਸਕਲ ਟ੍ਰਾਇੰਗਲ ਦਾ ਨਾਮ ਦਿੰਦਾ। ਠੀਕ ਹੈ, ਯਾਨੀ ਇਹ ਸਾਰਾ ਪਾਸਕਲ ਟ੍ਰਾਇੰਗਲ ਬਣਾ। ਪਾਸਕਲ ਟ੍ਰਾਇੰਗਲ ਬਣਾਤਾ ਉਸਨੇ। ਪਰ ਇਸ ਦੇ ਵਿੱਚ ਖਾਸੀਅਤਾਂ ਲੱਭਣੀਆਂ, ਜਿਵੇਂ ਤੁਹਾਨੂੰ ਮੈਂ ਕਿਊਬ ਰੂਟ 'ਚ ਦੱਸਿਆ ਸੀਗਾ ਵੀ ਉਹ ਕਿਵੇਂ ਸੋਚਦੇ ਸੀ ਸਾਡੇ ਗਣਿਤ ਸ਼ਾਸਤਰੀ। ਉਹ ਸੋਚਦੇ ਸੀਗੇ ਵੀ ਆਹ ਕੀ ਚੀਜ਼ ਹੈ। ਇੱਥੇ ਇੱਕ ਸੀਗੀ, ਇੱਥੇ ਕਿੰਨੀਆਂ ਹੋ ਗਈਆਂ? 2 ਹੋ ਗਈਆਂ। ਹੁਣ ਇੱਥੇ ਕਿੰਨੀਆਂ ਹੋ ਗਈਆਂ? 3। ਨਾ ਜੋੜੋ ਜੀ ਇਹਨੂੰ। ਅੱਛਾ, ਹਾਂ, ਗੁਣਾ ਪਲੱਸ ਕਰ। ਹਾਂ, ਇੱਥੇ 1 ਸੀ, ਇੱਥੇ ਕਿੰਨੀਆਂ ਹੋ ਗਈਆਂ? 2। ਇੱਥੇ ਕਿੰਨੀਆਂ ਹੋ ਗਈਆਂ? 4। ਆਹ ਜੋੜੋ, 3 ਤੇ 4 3 7 1 8। ਇੱਥੇ ਜੋੜੋ, 6 4 10 11 11 16 ਹੋ ਗਈਆਂ। ਹਾਂ, ਕਮਾਲ ਦੀ ਗੱਲ ਤਾਂ ਇਹ ਦੱਸਦੇ ਆਂ ਵੀ ਆਹ ਬਣਿਆ ਕੀ ਹੈ। ਉਹ ਕਹਿੰਦਾ ਜੀ ਇਹ 2 ਦੀ ਪਾਵਰ 1 ਹੈ, ਇਹ 2 ਦੀ ਪਾਵਰ 2 ਹੈ, ਇਹ 2 ਦੀ ਪਾਵਰ 3 ਹੈ, ਇਹ 2 ਦੀ ਪਾਵਰ 4 ਹੈ। ਕੀ ਬਾਤ। ਕਹਿੰਦਾ ਫਿਰ 1 ਕੀ ਹੈ? ਹਾਂ, ਉਹ ਕਹਿੰਦਾ ਮੈਂ ਦੱਸਦਾ ਤੁਹਾਨੂੰ 1 ਕੀ ਹੈ। ਕਹਿੰਦਾ 1 ਹੈ ਜਿਹੜਾ, ਇਹ 2 ਦੀ ਪਾਵਰ 0 ਹੈ, ਕਿਉਂਕਿ ਕਿਸੇ ਚੀਜ਼ ਦੀ ਪਾਵਰ ਨੂੰ 0 ਨੂੰ 1 ਮੰਨਦੇ ਸੀ। ਤਾਂ ਆਹ ਦੇਖੋ ਵੀ 2 ਦੀ ਸਿਮੈਟਰੀ ਬਣਾ ਕੇ ਅਗਲੇ ਨੇ ਤੁਹਾਡੇ ਮੂਹਰੇ ਧਰਤੀ। ਲਓ, ਪਾਸਕਲ ਟ੍ਰਾਇੰਗਲ ਬਣ ਗਿਆ। ਇਹ ਪਾਸਕਲ ਟ੍ਰਾਇੰਗਲ ਦਾ ਨਾਮ ਦਿੱਤਾ ਗਿਆ ਉਸ ਨੂੰ। ਤਾਂ ਇਸ ਚੀਜ਼ ਤੋਂ ਅੱਗੇ ਜਾ ਕੇ ਉਹ ਸਾਨੂੰ ਹੋਰ ਐਕਸਪਲੇਨ ਕਰਦਾ। ਕੀ ਐਕਸਪਲੇਨ ਕਰਦਾ? ਉਹ ਸਾਨੂੰ ਦੱਸਦਾ ਹੈ ਵੀ ਇਹ ਨੰਬਰਾਂ ਨੂੰ ਕਿਤੇ ਤੁਸੀਂ ਐਵੇਂ ਹੀ ਨਾ ਸਮਝ ਲਿਓ ਵੀ ਮੈਂ ਨੰਬਰ ਜੇ ਲਿਖਤੇ ਹੋਏ ਆ। ਨਾ ਨਾ ਨਾ, ਇਹਦੇ ਪਿੱਛੇ ਛੁਪਿਆ ਹੋਇਆ ਰਾਜ। ਆਹੀ ਤਾਂ ਚੀਜ਼ ਹੈ, ਦਿਲਚਸਪੀ ਵਾਲੀ ਗੱਲ ਹੈ ਜਿਹੜੀ। ਕਹਿੰਦਾ ਜੇ ਮੈਂ ਇਸ ਨੂੰ A ਮੰਨਾਂ, ਇਸ ਨੂੰ B ਮੰਨਾਂ, ਠੀਕ ਹੈ, ਤਾਂ ਅਸਲ ਦੇ ਵਿੱਚ ਇਹ ਜਿਹੜਾ ਮੈਂ ਲਿਖਿਆ ਨੰਬਰ, ਇਹ ਕੀ ਹੈ? ਕਹਿੰਦਾ ਇਹ A + B ਦਾ ਹੋਲ ਸਕੁਅਰ ਹੈ। ਕਹਿੰਦਾ ਕਿਵੇਂ? ਉਹ ਦਿਖਾਉਂਦਾ ਹੈ। ਕਹਿੰਦਾ ਇੱਥੇ ਕੀ ਹੈ? 1 ਹੈ। ਇੱਥੇ ਕੀ ਹੈ? 2 ਹੈ। ਕਹਿੰਦਾ ਇੱਥੇ ਕੀ ਹੈ? 1। ਕਹਿੰਦਾ ਦੇਖ ਲਓ, ਚੈੱਕ ਕਰ ਲਓ, ਆ 1 2 1 ਇੱਥੇ ਚੱਕ ਕੇ ਮੈਂ ਰੱਖਦਾ, ਬਾਕੀ ਸਾਰਾ ਸੀ। ਬਾਕੀ ਸਰ। ਫਿਰ ਕਹਿੰਦਾ ਦੇਖੋ ਮੈਂ ਪਹਿਲਾਂ ਕੀ ਲਿਖਿਆ? A ਦੀ ਪਾਵਰ 2। ਹਾਂ, ਫਿਰ ਇੱਥੇ A ਦੇ ਨਾਲ ਮੈਂ B ਨੂੰ ਲੈ ਕੇ ਆਇਆ ਤਾਂ ਪਾਵਰ 2 ਹੀ ਰਹਿਣੀ ਹੈ, 1 ਇਹਦੀ 1 ਇਹਦੀ। ਓਕੇ। ਫਿਰ ਕਹਿੰਦਾ ਵੀ ਇੱਥੇ ਮੈਂ B ਨੂੰ 2 ਕਰਤਾ, A ਨੂੰ ਵਿੱਚੋਂ ਖਤਮ ਕਰਤਾ। ਇੱਥੇ B ਨਹੀਂ ਸੀਗਾ, ਇੱਥੇ A ਨਹੀਂ ਹੈ। ਨਾ ਕਮਾਲ। ਤਾਂ ਇਹ ਪਹਿਲਾਂ ਜੇ ਕਿਤੇ A + B ਬਣ ਜਾਏ ਤਾਂ ਇਹ ਬਣ ਗਿਆ A + B ਦਾ ਸਕੁਅਰ ਬਣ ਗਿਆ। ਤਾਂ ਫਿਰ ਇਹਦਾ ਮਤਲਬ A + B ਦਾ ਕਿਊਬ ਹੋਣਾ ਚਾਹੀਦਾ। ਲੋ ਆਪਾਂ ਚੈੱਕ ਕਰ ਲੈਂਦੇ ਹਾਂ। ਹੁਣ ਜਦੋਂ ਅਸੀਂ ਚੈੱਕ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹ ਕੀ ਹੁੰਦਾ ਹੈ? A³ ਪਲੱਸ ਪਹਿਲਾਂ ਆਪਾਂ ਇਸ ਨੂੰ ਇਸ ਤਰ੍ਹਾਂ ਲਿਖੀਏ ਵੀ ਇੱਥੇ 3 ਸੀ ਪਾਵਰ, ਇਹਦੀ 2 ਬਣਾਈਏ, ਨਾਲ B ਲਾਈਏ, 2 ਬਣ ਗਈ, 2 ਤੇ 1 3। ਹੁਣ ਇਸ ਨੂੰ ਕੀ ਕਰੂੰਗਾ? ਮੈਂ A ਨੂੰ 1 ਕਰ ਦੂੰਗਾ, B ਨੂੰ 2 ਕਰ ਦੂੰਗਾ, 3 ਬਣ ਗਈ। ਫਿਰ ਮੈਂ ਕੀ ਕਰੂੰਗਾ? A ਖਤਮ ਕਰੂੰਗਾ, B ਦੀ 3 ਬਣ ਦੂ। ਹੁਣ ਤੁਸੀਂ ਦੇਖੋ ਵੀ ਫਿੱਟ ਹੁੰਦੇ ਆ। ਪਹਿਲੇ ਦੇ ਨਾਲ 1 ਆ, ਦੂਜੇ ਦੇ ਨਾਲ 3, ਦੂਜੇ ਦੇ ਨਾਲ 3, ਫਿਰ ਤਾਂ ਆਹ ਫਾਰਮੂਲਾ ਸਾਡੇ ਕੋਲ ਤਿਆਰ ਹੋ ਗਿਆ। A³ + 3A² B + 3AB² + B³। ਤਾਂ ਇਹ ਕਿਤੇ ਮਰਜ਼ੀ ਚੈੱਕ ਕਰ ਲਓ, A + B ਦਾ ਹੋਲ ਕਿਊਬ ਹੀ ਹੈ। ਯਾਨੀ ਕਿ ਕੱਲੀ ਕੱਲੀ ਜਿਹੜੀ ਚੀਜ਼ ਸੀ ਉਹਦੇ ਵੀ ਫਾਰਮੂਲੇ ਬਣਦੇ ਗਏ। ਹਾਂ, ਦੇਖੋ ਇਹ ਹੁਣ ਇਹ ਚੀਜ਼ਾਂ ਜਦੋਂ ਬੱਚੇ ਨੂੰ ਪਤਾ ਲੱਗਣਗੀਆਂ ਨਾ ਵੀ ਇਹ ਫਾਰਮੂਲਾ ਮੇਰਾ ਡਿਵੈਲਪ ਕਿੱਥੋਂ ਹੋਇਆ, ਬਣਿਆ ਕਿੱਥੋਂ ਹੈ, ਕਿਵੇਂ ਨਹੀਂ ਆਊਗਾ ਕਲਾਸ ਦੇ ਵਿੱਚ। ਉਹ ਤਾਂ ਦੇਖਣ ਆਊਗਾ ਵੀ ਸਰ ਆ ਮੈਨੂੰ ਹੁਣ ਦੱਸੋ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ। ਹਾਂ, ਬਿਲਕੁਲ ਬਿਲਕੁਲ। ਕਿਹਨੇ ਬਣਾਇਆ ਸੀ? ਮੈਂ ਉਸਦੀ ਹਿਸਟਰੀ ਪੜ੍ਹਨਾ ਚਾਹਨਾ ਵੀ ਉਹ ਐਵੇਂ ਕਿਵੇਂ ਸੋਚਦਾ ਸੀਗਾ ਉਹ ਬੰਦਾ। ਅਸੀਂ ਕਿਉਂ ਨਹੀਂ ਅਸੀਂ ਏਕੇ ਦੂਏ ਰੋਜ਼ ਲਿਖੀ ਜਾਂਦੇ ਹਾਂ, ਅਸੀਂ ਨਾ ਸੋਚ ਲਿਆ। ਤੋ ਇਹ ਉਹਨਾਂ ਦੀਆਂ ਜੋ ਕਾਢਾਂ ਕੱਢੀਆਂ ਹੋਈਆਂ ਇਹ ਸਮਾਜ ਤੱਕ ਸਾਨੂੰ ਪਹੁੰਚਾਉਣੀਆਂ ਜ਼ਰੂਰੀ ਹੈ। ਇਸ ਲਈ ਇਸ ਨੂੰ ਪੜ੍ਹਾਈ ਕਿਹਾ ਗਿਆ। ਠੀਕ ਹੈ ਨਾ। ਤੋ ਇਹ ਪੜ੍ਹਾਈ ਹੈ ਜਿਹੜੀ ਇਸ ਤਰੀਕੇ ਦੇ ਨਾਲ ਜੇ ਅਸੀਂ ਵਿਦਿਆਰਥੀਆਂ ਤੱਕ ਲੈ ਕੇ ਜਾਵਾਂਗੇ, ਮੈਨੂੰ ਨਹੀਂ ਲੱਗਦਾ ਵੀ ਵਿਦਿਆਰਥੀ ਹੈ ਜਿਹੜਾ ਉਹਦੀ ਨੀਂਹ ਮਜ਼ਬੂਤ ਨਹੀਂ ਹੋਊਗੀ ਤੇ ਉਹ ਮਜ਼ਬੂਤ ਨੀਂਹ ਦੇ ਨਾਲ ਖੜਾ ਨਹੀਂ ਹੋਊਗਾ। ਤੇ ਜੇ ਉਹ ਖੜਾ ਹੋਊਗਾ ਤਾਂ ਕਿਤੇ ਖੜਾ ਹੋਊਗਾ ਤਾਂ ਉਸ ਨੂੰ ਪਹਿਲਾ ਸਵਾਲ ਇਹ ਪੁੱਛਿਆ ਜਾਊਗਾ ਵੀ ਕਿਹੜੇ ਅਧਿਆਪਕ ਕੋਲ ਪੜ੍ਹਿਆ ਹੋਇਆ। ਹਾਂ, ਕੀ ਬਾਤ, ਬਿਲਕੁਲ
ਸਭ ਤੋਂ ਪਹਿਲੀ ਚੀਜ਼ ਇਹੀ ਪੁੱਛੀ ਜਾਂਦੀ ਹਾਂ ਵੀ ਕਿਹਦਾ ਚੰਡਿਆ ਤੂੰ ਹੈ ਕਿਹੜੇ ਗੁਰੂ ਦਾ ਚੰਡਿਆ ਹੋਇਆ ਕਿਹੜੇ ਗੁਰੂ ਦਾ ਚੰਡਿਆ ਹੈ। ਤਾਂ ਉਹ ਪੁਰਾਣੇ ਅਧਿਆਪਕ ਸਾਡੇ ਹੁਣ ਵਾਲੇ ਬਹੁਤ ਮਿਹਨਤ ਕਰਦੇ ਆ, ਉਹ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਦਿੰਦੇ ਸੀ ਜਮਾਤਾਂ ਦੇ ਵਿੱਚ, ਬੱਚਿਆਂ ਨੂੰ ਪਤਾ ਲੱਗਦਾ ਸੀਗਾ ਵੀ ਇਹ ਯਾਰ ਆਹ ਕਨਸੈਪਟ ਅਸੀਂ ਦੇਖੋ ਹੈ ਨਾ ਰੱਟੇ ਲਾਈ ਗਏ ਆ, ਪਰ ਹੁਣ ਬੇਸ ਪਤਾ ਲੱਗਿਆ, ਹੁਣ ਜਿਵੇਂ ਮਰਜ਼ੀ ਅਸੀਂ ਬਣਾਈ ਚੱਲੀਏ ਇਹਨਾਂ ਨੂੰ। ਤਾਂ ਹੁਣ ਇੱਥੇ ਨਹੀਂ ਰੁਕਦਾ, ਉਹ ਅਗਲਾ ਕਨਸੈਪਟ ਲੱਭ ਕੇ ਲਿਆਊਗਾ a+b ਦੀ 4। ਬਿਲਕੁਲ ਹੁਣ ਜਿਵੇਂ ਹੁਣ a+b ਦਾ ਹੋਲ ਸਕੁਅਰ ਸੀ, ਉਸ ਤੋਂ ਬਾਅਦ a+b ਦਾ ਹੋਲ ਕਿਊਬ ਹੋ ਗਿਆ, ਹੁਣ ਉਹ ਹੋਲ ਪਾਵਰ 4 ਕਰਕੇ ਉਹ ਕੋਸ਼ਿਸ਼ ਕਰੂਗਾ ਵੀ ਉਹਦੇ ਮਨ ਦੇ ਵਿੱਚ ਜਿਗਿਆਸਾ ਆ ਗਈ ਵੀ ਕਿਵੇਂ ਹੋਈ ਚੀਜ਼ ਇਹ। ਉਹ ਜਿਹੜੀ ਕਿਉਰਿਓਸਿਟੀ ਪੈਦਾ ਕਰਤੀ ਨਾ, ਉਹ ਕਿਉਰਿਓਸਿਟੀ ਅਧਿਆਪਕ ਦੇ ਕੋਲ ਇੱਕ ਤਰੀਕਾ ਹੈ ਪੈਦਾ ਕਰਨ ਦਾ, ਪਰ ਉਹ ਤਰੀਕੇ ਦੇ ਲਈ ਅਧਿਆਪਕ ਨੂੰ ਇਹ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਕਿਤਾਬਾਂ ਦੇ ਵਿੱਚੋਂ ਲੱਭ ਕੇ ਉਹਨਾਂ ਤੱਕ ਪਹੁੰਚਾਉਣਾ ਪਊਗਾ। ਫਿਰ ਉਹਨਾਂ ਤੱਕ ਜਦੋਂ ਪਹੁੰਚਦਾ ਫਿਰ ਉਹ ਨਵੇਂ ਕਨਸੈਪਟ ਦੇਣਗੇ ਹੀ ਦੇਣਗੇ। ਯਾਨੀ ਕਿ ਇੱਕ ਚਿਣਗਾ ਅਧਿਆਪਕ ਲਾ ਦਿੰਦਾ ਹੈ, ਅੱਗ ਵਿਦਿਆਰਥੀ ਦੇ ਮਨ ਦੇ ਵਿੱਚ ਲੱਗ ਗਈ, ਉਹ ਅੱਗ ਬਾਅਦ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਫਿਰ ਆਪਣਾ ਫਰਕ ਤਾਂ ਪਾਉਂਦੀ। ਤਾਂ ਇਹ ਜਿਹੜੇ ਮਤਲਬ ਵੀ ਤਰੀਕੇ ਆ, ਜਿਵੇਂ ਆਪਾਂ ਵੈਦ ਕੋਲ ਚਲੇ ਗਏ, ਡਾਕਟਰ ਕੋਲ ਚਲੇ ਗਏ, ਉਹਨੇ ਨੁਸਖਾ ਲਿਖ ਕੇ ਦਿੱਤਾ, ਐਵੇਂ ਅਧਿਆਪਕ ਦੇ ਨੁਸਖੇ ਦੱਸੇ ਨੇ ਮੈਥ ਦੇ, ਇਹ ਨੁਸਖੇ ਆ ਮੈਥ ਦੇ ਜੀ। ਮੈਂ ਦਰਸ਼ਕਾਂ ਨੂੰ ਵੀ ਦੱਸਦਾ ਵੀ ਜਿਹੜੇ ਸਟੂਡੈਂਟ ਦੇਖ ਰਹੇ ਨੇ, ਸ਼ੇਅਰ ਕਰਿਓ ਇਸ ਚੀਜ਼ਾਂ ਨੂੰ, ਕਿਉਂਕਿ ਇਹ ਅਸੀਂ ਆਏ ਤਾਂ ਇੱਕ ਵੈਦ ਕੋਲ ਹੀ ਆ, ਡਾਕਟਰ ਸਾਹਿਬ ਹੀ ਨੇ ਸਾਡੇ ਨਾਲ, ਪਰ ਇਹ ਮੈਥ ਦੀ ਬਿਮਾਰੀ ਨੂੰ ਮੈਂ ਜਿਹੜਾ ਹੱਲ ਕੱਢਣਾ, ਮੈਥ ਦੀ ਬਿਮਾਰੀ ਦਾ ਜਿਹੜਾ ਅਸਲ ਜਿਹੜੀ ਜੜ ਸੀਗੀ, ਉਹ ਕਿਤੇ ਨਾ ਕਿਤੇ ਸੌਖੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਪਹਿਲਾਂ ਦੱਸਿਆ ਕਿਸ ਤਰੀਕੇ ਦੇ ਨਾਲ ਆਪਾਂ ਸਕੁਅਰ ਰੂਟ ਜਾਂ ਕਿਊਬ ਕੱਢ ਸਕਦੇ ਹਾਂ, ਕਿਊਬ ਜਿਵੇਂ ਜਿਹੜੇ ਸਕੁਅਰ ਰੂਟ ਹੁੰਦੇ ਸੀਗੇ ਉਹ ਕਿਵੇਂ ਕੱਢਣੇ, ਪਾਵਰ ਕਿਊਬ ਆ ਉਹ ਕਿਵੇਂ ਕੱਢਣੀ ਹੈ, ਤੇ ਹੁਣ ਪਾਸਕਲ ਟ੍ਰਾਇੰਗਲ ਦਾ ਵੀ ਅਸਲ ਮਤਲਬ ਦੱਸਤਾ ਵੀ ਕਿਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਹੀ ਫਾਰਮੂਲਾ ਨਿਕਲਦਾ। a+b ਦਾ ਹੋਲ ਸਕੁਅਰ, a+b ਦਾ ਹੋਲ ਪਾਵਰ ਕਿਊ ਆ ਗਈ, ਅੱਗੇ 4 ਅੱਗੇ 5, ਇਸ ਚੀਜ਼ਾਂ ਨੂੰ ਵੀ ਹੁਣ ਜਿੰਨੇ ਮਰਜ਼ੀ ਕੱਢ ਲਓ, ਤਰੀਕਾ ਇਹੀ ਰਹਿਣਾ। ਪਾਸਕਲ ਨੇ ਜੋ ਤਰੀਕਾ ਦੇਤਾ ਇੱਕ ਵਾਰੀ, ਉਹ ਪੈਟ ਬਣ ਗਿਆ, ਉਸ ਨੂੰ ਜਿੱਥੇ ਮਰਜ਼ੀ ਖੋਜਿਆ ਗਿਆ, ਸਭ ਜਗ੍ਹਾ ਉਹ ਸੱਚ ਹੀ ਨਿਕਲਿਆ। ਤਾਂ ਉਹ ਇਹ ਸਚਾਈ ਨੂੰ ਵਿਦਿਆਰਥੀਆਂ ਤੱਕ ਜਦੋਂ ਪਹੁੰਚਾਵਾਂਗੇ ਤਾਂ ਮੈਨੂੰ ਨਹੀਂ ਲੋੜ ਮਹਿਸੂਸ ਹੁੰਦੀ ਵੀ ਉਹਨਾਂ ਨੂੰ ਇਹ ਕਹਿਣਾ ਪਊਗਾ ਵੀ ਸਦਾ ਸੱਚ ਬੋਲੋ। ਤਾਂ ਇਹ ਦੇਖਣਗੇ ਵੀ ਇਹ ਤਾਂ ਸੱਚ ਹੀ ਹੈ ਸਾਰਾ ਕੁਝ। ਜੇ ਸਾਰਾ ਕੁਝ ਸੱਚ ਹੈ ਤਾਂ ਸਾਨੂੰ ਵੀ ਸੱਚ ਹੀ ਰਹਿਣਾ ਪਊਗਾ। ਜੇ ਅਸੀਂ ਸੱਚ ਦੇ ਵਿੱਚ ਰਹਾਂਗੇ ਤਾਂ ਸੱਚ ਨੂੰ ਖੋਜਾਂਗੇ, ਜੇ ਝੂਠ 'ਚ ਰਹਾਂਗੇ ਝੂਠ ਖੋਜਾਂਗੇ। ਤੋ ਇਸ ਕਰਕੇ ਸਚਾਈ ਦੇ ਨਾਲ ਜੁੜੋਗੇ ਸਚਾਈ ਮਿਲੂਗੀ, ਝੂਠ ਦੇ ਨਾਲ ਜੁੜੋਗੇ ਝੂਠ ਮਿਲੂਗਾ। ਇਸ ਕਰਕੇ ਹੀ ਇਹ ਦੂਰੀਆਂ ਜਿਹੜੀਆਂ ਹੈਗੀਆਂ ਇਹ ਰੱਖੀਆਂ ਜਾਂਦੀਆਂ ਸਚਾਈ ਤੇ ਝੂਠ ਦੀਆਂ। ਵੀ ਹੁਣ ਦੇਖੋ ਤੁਸੀਂ, ਸਾਡੇ ਕੋਲ ਇੱਕ ਨੰਬਰ 2 ਇਹੋ ਜਿਹੇ ਬਣਾਏ ਗਏ ਜਿਨ੍ਹਾਂ ਨੂੰ ਕਿਹਾ ਗਿਆ ਦੋਸਤ ਨੰਬਰ। ਅੱਛਾ, ਦੋਸਤੀ ਮਤਲਬ ਜੋ ਕੁਝ ਮਨੁੱਖ ਦੇ ਸਰੀਰ ਦੇ ਵਿੱਚ ਹੈ ਨਾ, ਮਨੁੱਖ ਆਪਣੇ ਸਰੀਰ ਦੇ ਨਾਲ ਵੀ ਆਹ ਮੇਰਾ ਦੋਸਤ ਹੈ ਜੀ, ਆਹ ਮੇਰਾ ਦੋਸਤ ਹੈ ਜੀ, ਹੈ ਨਾ, ਮਿੱਤਰ ਹੈ, ਉਹ ਇਹਨਾਂ ਨੰਬਰਾਂ ਦੇ ਵਿੱਚ ਵੀ ਦੇਖਣ ਨੂੰ ਸਾਨੂੰ ਦਿਖਾਤਾ ਉਹਨਾਂ ਨੇ, ਵਿਗਿਆਨੀਆਂ ਨੇ। ਉਹ ਕਹਿੰਦੇ ਵੀ ਆਹ 220 ਨੰਬਰ ਹੈ ਜਿਹੜਾ ਤੇ 284 ਹੈ, ਇਹ ਦੋਨੋਂ ਮਿੱਤਰ ਹੈ ਇੱਕ ਦੂਜੇ ਦੇ। ਫਿਰ ਉਹਦੀ ਪਰਿਭਾਸ਼ਾ ਦੱਸਦੇ ਆ, ਕਹਿੰਦੇ ਮਿੱਤਰ ਕਿਵੇਂ ਹੈ, ਕਹਿੰਦੇ ਇਹਦੇ ਮੈਂ ਟੁਕੜੇ ਟੁਕੜੇ ਕਰਤੇ, ਟੁਕੜੇ ਟੁਕੜੇ ਨੂੰ ਅਸੀਂ ਕਹਿੰਦੇ ਫੈਕਟਰਸ, ਗੁਣਨਖੰਡ। ਠੀਕ ਹੈ, ਇਹਦੇ ਗੁਣਨਖੰਡ ਬਣਾਏ, ਜਿਵੇਂ ਕਿਤੇ ਕਿਤੇ ਭਾਗ ਹੁੰਦਾ ਹੈ, 1 ਤੇ ਭਾਗ ਹੋ ਗਿਆ, 2 ਤੇ ਭਾਗ ਹੋ ਗਿਆ, ਇਹ 5 ਤੇ ਭਾਗ ਹੋ ਗਿਆ, ਹੈ ਨਾ, ਫਿਰ ਇਹ 11 ਤੇ ਭਾਗ ਹੋ ਗਿਆ। ਇਸ ਤਰ੍ਹਾਂ ਇਹਦੇ ਗੁਣਨਖੰਡ ਬਣਾਏ। ਉਹ ਜਦੋਂ ਗੁਣਨਖੰਡ ਬਣਾ ਕੇ ਉਹਨਾਂ ਗੁਣਨਖੰਡਾਂ ਦਾ ਜੋੜ ਕੀਤਾ ਨਾ ਜੀ, ਤਾਂ ਜਵਾਬ ਉਹਦਾ 284 ਆਇਆ ਸੀ। ਤੁਸੀਂ ਕਰਕੇ ਦੇਖ ਲਿਓ, ਇਹਦੇ ਗੁਣਨਖੰਡਾਂ ਨੂੰ ਜੋੜ ਕੇ 284 ਆਇਆ। ਅੱਛਾ, ਹਾਂ, 220 ਦੇ ਗੁਣਨਖੰਡ ਉਹਨਾਂ ਦਾ ਜੋੜ 284 ਆਂਦਾ। ਉਹ ਕਹਿੰਦਾ ਨਹੀਂ, ਕਹਿੰਦਾ 284 ਦੇ ਗੁਣਨਖੰਡ ਕਰ ਲਓ। ਕਹਿੰਦਾ ਜਦੋਂ 284 ਦੇ ਗੁਣਨਖੰਡ ਕਰਦੇ ਹੋ, 1 ਤੇ 2 ਤੇ ਗਿਆ, 7 ਤੇ ਗਿਆ, ਮਤਲਬ 7 ਤੇ ਨਹੀਂ ਜਾਂਦਾ ਹੈ। ਇਹ ਜਿਹੜਾ ਹੈ ਨੰਬਰ ਕਿਤੇ ਡਿਵਾਈਡ ਹੋਊਗਾ, ਆਪਾਂ ਨੇ ਇਸ ਨੂੰ ਦੇਖਣਾ ਹੈ। ਗੁਣਨਖੰਡ ਇਸ ਦੇ ਬਣਾਉਣੇ ਆ, ਕਿਸ ਤਰ੍ਹਾਂ ਬਣਦੇ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਇਹ ਹੁਣ ਇਸ ਤੋਂ ਬਾਅਦ 71 ਤੇ ਗਿਆ। ਠੀਕ ਹੈ, ਠੀਕ ਹੈ, ਠੀਕ ਹੈ ਨਾ ਜੀ। 2 ਏਕਮ 2, 2 7 14। ਤਾਂ ਉਹ ਜਿਹੜੇ ਇਹਦੇ ਗੁਣਨਖੰਡ ਬਣਦੇ ਆ, ਇਹਦਾ ਮਤਲਬ 1 ਤੇ ਤਾਂ ਭਾਗ ਹੁੰਦਾ ਹੀ ਸੀਗਾ, 1 ਤੇ ਵੀ ਭਾਗ ਹੋ ਗਿਆ, 2 ਤੇ ਵੀ ਭਾਗ ਹੋ ਗਿਆ, ਇਹ 71 ਤੇ ਵੀ ਭਾਗ ਹੋ ਗਿਆ, ਫਿਰ ਇਹ 142 ਤੇ ਵੀ ਭਾਗ ਹੋਊਗਾ। ਠੀਕ ਹੈ, ਫਿਰ 142 ਤੇ ਵੀ ਭਾਗ ਹੋ ਗਿਆ। ਤਾਂ ਹੁਣ ਜਦੋਂ ਇਹਨਾਂ ਨੰਬਰਾਂ ਨੂੰ ਅਸੀਂ ਜੋੜ ਕੇ ਦੇਖਦੇ ਹਾਂ ਤਾਂ ਸਾਡੇ ਕੋਲ ਇਹਨਾਂ ਦੇ ਗੁਣਨਖੰਡਾਂ ਦਾ ਜੋੜ 220 ਆ ਰਿਹਾ ਸੀਗਾ। ਯਾਨੀ ਕਿ ਇਹਦਾ ਜਿਹੜਾ ਜੋੜ, ਜਿਹੜਾ ਆਪਾਂ ਜਿਹੜੇ ਕਹਿੰਦੇ ਫੈਕਟਰਸ ਦਾ ਜਿਹੜਾ ਜੋੜ ਕਰਦੇ ਸੀਗੇ, ਉਹ 284 ਆਉਂਦਾ ਸੀਗਾ। 284 ਦੇ ਫੈਕਟਰ ਦਾ ਜੋੜ ਕਰਦੇ ਸੀ 220 ਆਉਂਦਾ ਸੀ। ਹਾਂ ਬਿਲਕੁਲ। ਤਾਂ ਇਹ ਜਿਹੜਾ ਇਹਨਾਂ ਦਾ ਗੁਣਨਖੰਡਾਂ ਦਾ ਜੋੜ ਆਉਂਦਾ ਸੀਗਾ, ਇਸ ਲਈ ਇਹਨਾਂ ਨੂੰ ਨਾਮ ਦਿੱਤਾ ਗਿਆ ਕਿ ਥੀਸ ਨੰਬਰਸ ਆਰ ਐਮੀਕੇਬਲ ਨੰਬਰਸ। ਐਮੀਕੇਬਲ ਨੰਬਰਸ। ਠੀਕ ਹੈ। ਤੋ ਇਹ ਚੀਜ਼ਾਂ ਜੇ ਵਿਦਿਆਰਥੀ ਤੱਕ ਪਹੁੰਚਣਗੀਆਂ, ਉਹ ਗੁਣਨਖੰਡ ਤਾਂ ਬਣਾਊਗਾ ਹੀ, ਬਿਲਕੁਲ ਦੇਖੂਗਾ ਵੀ ਹਾਂ ਵੀ ਲੈ ਵੀ ਗੁਣਨਖੰਡ ਬਣਾ ਕੇ ਜੋੜ ਕੇ ਦੇਖੀਏ। ਤਾਂ ਜੋੜੋ। ਜੇ 284 ਨਹੀਂ ਆਂਦਾ ਆਜੋ ਫਿਰ ਕਰੋ ਗੱਲ, ਦੱਸਾਂਗੇ। ਤੁਸੀਂ ਕਹੋ ਜੀ ਹੁਣੇ ਦੱਸ ਦਿਓ, ਮੈਂ ਹੁਣੇ ਵੀ ਦੱਸ ਸਕਦਾ ਤੁਹਾਨੂੰ।
ਪਰੰਤੂ ਫਿਰ ਤੁਹਾਡੀ ਕਿਉਰਿਓਸਿਟੀ ਹੈ ਨਾ ਉਸ ਨੂੰ ਵੀ ਤਾਂ ਜਿੰਦਾ ਰੱਖਣਾ ਸੀ, ਕਿਉਂਕਿ ਗੁਣਨਖੰਡ ਇਹ ਕੋਈ ਔਖਾ ਸਵਾਲ ਨਹੀਂ ਹੈ ਵੀ ਜਿਸ ਦੇ ਵਿੱਚ ਇਹ ਹੈ ਵੀ ਬਹੁਤ ਔਖਾ ਹੈ। ਗੁਣਨਖੰਡ ਤੁਹਾਨੂੰ ਦੱਸਤਾ ਤਰੀਕਾ ਵੀ ਕਿਸ ਤਰ੍ਹਾਂ ਬਣਦੇ ਆ, ਕਿਹੜੇ ਕਿਹੜਿਆਂ ਤੇ ਨੰਬਰਾਂ ਤੇ ਭਾਗ ਹੁੰਦਾ ਉਹਨੂੰ ਗੁਣਨਖੰਡ ਕਿਹਾ ਜਾਂਦਾ। ਤਾਂ ਉਹਨਾਂ ਦਾ ਜੋੜ ਕਰਕੇ ਦੇਖਿਓ, ਫਿਰ ਆਪਾਂ ਮਿਲਦੇ ਹਾਂ। ਤਾਂ ਹੁਣ ਆ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਬਣਾਉਣ ਦੇ ਲਈ ਬਾਹਰਲੇ ਮੁਲਕਾਂ ਦੇ ਜਿਹੜੇ ਡਾਕਟਰ ਹੈ ਉਹਨਾਂ ਨੇ ਇੱਕ ਨੰਬਰ ਲੱਭਿਆ ਜਿਸ ਦਾ ਨੰਬਰ ਦਾ ਨਾਮ ਰੱਖਿਆ ਉਹਨਾਂ ਨੇ 99। ਠੀਕ ਹੈ। ਕਿ ਇਹ ਨੰਬਰ ਦਾ ਨਾਮ ਪਤਾ ਜੀ ਕੀ ਹੈ? ਡਾਕਟਰ ਨੰਬਰ। ਅੱਛਾ, ਚੰਬਾ ਪੈ ਗਿਆ ਨਾ ਵੀ ਇਹ ਡਾਕਟਰ ਦਾ ਨੰਬਰ ਕਿਵੇਂ ਬਣ ਗਿਆ ਵੀ? ਕਿ ਇਹ ਡਾਕਟਰ ਦਾ ਫੋਨ ਨੰਬਰ ਹੈ? ਨਾ 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 ਨਾ, ਇਸ ਨੰਬਰ ਨੂੰ ਮਤਲਬ ਵੀ ਨਾਮ ਦਿੱਤਾ ਗਿਆ ਵੀ ਡਾਕਟਰ ਨੰਬਰ ਹੈ। ਜਿਹੜੇ ਮਾਹਰ ਡਾਕਟਰ ਹੈ ਜਿਹੜੇ ਬਹੁਤ ਜ਼ਿਆਦਾ ਮਹਾਰਤਾ ਰੱਖਦੇ ਆ ਸਟੈਥੋਸਕੋਪ ਦੇ ਨਾਲ ਜਦੋਂ ਤੁਹਾਡੇ ਚੈਸਟ ਨੂੰ ਚੈੱਕ ਕਰਦੇ ਆ ਤਾਂ ਉਹ ਆਪਣੇ ਪੇਸ਼ੈਂਟ ਨੂੰ ਕਹਿੰਦੇ ਸਪੀਕ 99। ਜਦੋਂ 99 ਬੋਲਦਾ ਨਾ ਜੀ ਤਾਂ ਉਹਦੇ ਅੰਦਰਲੀ ਜਿਹੜੀ ਹਲਚਲ ਹੁੰਦੀ ਹੈ 99 ਬੋਲਣ ਲੱਗਿਆ ਉਸ ਤੋਂ ਉਹ ਬਿਮਾਰੀ ਨੂੰ ਡਾਇਗਨੋਸ ਕਰਦੇ ਆ। ਅੱਛਾ, ਹਾਂਜੀ। ਤਾਂ ਇਹ ਚੀਜ਼ਾਂ ਮੈਂ ਤੁਹਾਨੂੰ ਆਪਣੇ ਕੋਲੋਂ ਨਹੀਂ ਦੱਸ ਰਿਹਾ, ਇਹ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ, ਤੁਸੀਂ ਲੱਭੋ, ਤੁਸੀਂ ਪੜੋ। ਮੈਂ ਤਾਂ ਇੱਕ ਜ਼ਰੀਆ ਤੁਹਾਡੇ ਤੱਕ। ਅਧਿਆਪਕ ਕੀ ਕਰਦਾ ਕੰਮ? ਅਧਿਆਪਕ ਹੀ ਕੰਮ ਕਰਦਾ ਵੀ ਤੁਹਾਡੇ ਤੱਕ ਇਹ ਚੀਜ਼ਾਂ ਨੂੰ ਪਹੁੰਚਾਉਂਦਾ ਹੈ ਵੀ ਤੁਸੀਂ ਲੱਭੋ। ਜੇ ਅੱਜ ਨਹੀਂ ਪਤਾ ਤੁਹਾਨੂੰ ਦੋ ਗੱਲਾਂ ਹੋਰ ਵੀ ਪਤਾ ਹੋ ਸਕਦੀਆਂ, ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਤਾਂ ਆਪਾਂ ਸਮਾਜ ਤੱਕ ਇਸ ਗਿਆਨ ਨੂੰ ਪਹੁੰਚਾਈਏ ਤਾਂ ਕਿ ਸਮਾਜ ਜਿਹੜਾ ਇੱਕ ਸੱਚਾ ਸੁੱਚਾ ਸਮਾਜ ਬਣੇ। ਕਿਉਂ ਝੂਠਾ ਬਣ ਰਿਹਾ? ਕਿਉਂਕਿ ਝੂਠੀਆਂ ਗੱਲਾਂ ਜ਼ਿਆਦਾ ਪਹੁੰਚ ਰਹੀਆਂ, ਸੱਚੀਆਂ ਪਹੁੰਚ ਹੀ ਨਹੀਂ ਰਹੀਆਂ, ਨਾ ਕੋਈ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ। ਹੁਣ ਤੁਸੀਂ ਦੇਖੋ ਵੀ ਆ ਇੱਕ ਸਾਡੇ ਕੋਲ ਆਰਮਸਟਰੋਂਗ ਨੰਬਰ ਆ ਗਏ। ਠੀਕ ਹੈ। ਕਹਿੰਦਾ ਵੀ ਇਹ ਜਿਹੜਾ ਆਰਮਸਟਰੋਂਗ ਨੰਬਰ ਹੈ ਇਹ 371 ਹੈ ਜਾਂ 370 ਹੈ, ਇਹ ਆਰਮਸਟਰੋਂਗ ਨੰਬਰ ਕਿਹਾ ਜਾਂਦਾ ਇਹਨਾਂ ਨੂੰ। ਠੀਕ ਹੈ। ਮੈਂ ਲਿਖ ਕੇ ਵੀ ਦਿਖਾ ਦਿੰਦਾ ਤੁਹਾਨੂੰ, ਆਰਮਸਟਰੋਂਗ ਨੰਬਰ। ਕੀ ਹੈ ਇਹਦੀ ਖਾਸੀਅਤ? ਕੀ ਹੈ? ਦੇਖੋ ਖਾਸੀਅਤ ਲੱਭਣ ਵਾਲੇ ਨਹੀਂ ਲੱਭਣੀ ਹੈ ਨਾ, ਉਹ ਦੂਜੇ ਨੂੰ ਕੀ ਪਤਾ ਵੀ ਇਹਦੇ ਵਿੱਚ ਕੀ ਹੈ, ਇਹਦਾ ਸਵਾਦ ਕੀ ਹੈ। ਜਿਹੜਾ ਖਾਊਗਾ ਸਵਾਦ ਤਾਂ ਉਹਨੂੰ ਹੀ ਪਤਾ ਲੱਗਣਾ। ਹੁਣ ਕਹਿੰਦਾ ਵੀ ਇਹਦਾ ਘਣ ਕਰ ਲਓ, ਇਹਦਾ ਕਰ ਲਓ, ਕਹਿੰਦਾ ਇਹਦਾ ਕਰ ਲਓ, ਕਹਿੰਦਾ ਤਿੰਨਾਂ ਨੂੰ ਜੋੜ ਲਓ, 3 ਤੀਏ 9 ਤੀਏ 7 3 10 ਤੇ 1 11 5 2 7 3 371 ਆ ਗਿਆ। ਤਿੰਨਾਂ ਨੰਬਰਾਂ ਦਾ ਵੱਖਰਾ ਵੱਖਰਾ ਘਣ ਕਰਕੇ ਤਿੰਨਾਂ ਨੂੰ ਜੋੜ ਲਿਆ, ਉਨਾ ਹੀ ਨੰਬਰ ਫੇਰ ਆ ਗਿਆ। ਆਹ ਬੰਦੇ ਨੇ ਲੱਭਿਆ ਸੀਗਾ, ਇਸ ਲਈ ਇਹਦੇ ਨਾਮ ਤੇ ਇਹਦਾ ਨੰਬਰ ਨਾਮ ਪੈ ਗਿਆ। ਕਹਿੰਦਾ ਇਹਨੂੰ ਕਰ ਲਓ, ਕਹਿੰਦਾ ਲਓ ਜੀ 27 ਜਮਾ 343 ਜਮਾ 0, ਲਓ ਜੀ 370 ਬਣ ਗਿਆ। ਸੋ ਇਹ ਵਿਦਿਆਰਥੀ ਇਹ ਸਿਰਫ 371 ਤੇ 370 ਦਾ ਹਾਂ, ਇਹ ਕੁਝ ਨੰਬਰ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਆਪਣੀ ਪ੍ਰਾਪਰਟੀ ਰੱਖਦੇ ਆ, ਸਾਰੇ ਨਹੀਂ ਰੱਖਦੇ ਹੈਗੇ। ਠੀਕ ਹੈ। ਉਹਨਾਂ ਨੰਬਰਾਂ ਨੂੰ ਹੀ ਆਰਮਸਟਰੋਂਗ ਨੰਬਰ ਕਿਹਾ ਗਿਆ। ਇਹ ਸਿਰਫ 99 ਹੈ, ਇਸੇ ਨੰਬਰ ਨੂੰ ਹੀ ਡਾਕਟਰ ਨੰਬਰ ਕਿਹਾ ਗਿਆ। ਅੱਛਾ। ਇਹਨਾਂ ਦੇ ਜਿਸ ਤਰ੍ਹਾਂ 1729 ਤੁਹਾਨੂੰ ਤੁਸੀਂ ਵੀ ਪੜ੍ਹਿਆ ਹੋਊਗਾ ਤੇ ਆਪਾਂ ਸਾਰਿਆਂ ਨੇ ਇਸ ਦੇ ਬਾਰੇ ਗਿਆਨ ਹਾਸਲ ਪਹਿਲਾਂ ਵੀ ਕੀਤਾ ਸੀਗਾ ਵੀ ਇਸ ਨੰਬਰ ਦਾ ਨਾਮ ਪਿਆ ਰਾਮਾਨੁਜਨ ਹਾਰਡੀ ਨੰਬਰ। ਇਹ ਨੰਬਰ ਹੁਣ ਸਪੈਸ਼ਲ ਨੰਬਰ ਬਣ ਗਿਆ ਹੋਇਆ ਸਾਡੇ ਕੋਲ। ਠੀਕ ਹੈ। ਠੀਕ ਹੈ। ਤੇ ਦੇਖੋ ਹੁਣ ਇਹਨਾਂ ਨੰਬਰਾਂ ਦੇ ਵਿੱਚ ਕਿੰਨੀਆਂ ਗੁੱਝੇ ਭੇਦ ਹੈ। ਇਹ ਨੰਬਰ ਸਿਰਫ ਤੇ ਸਿਰਫ ਇੱਕ ਖੋਜ ਇਸ ਤਰ੍ਹਾਂ ਹੋਈ ਸੀ ਇਸ ਨੰਬਰ ਦੀ ਵੀ ਇੱਕ ਪ੍ਰੋਫੈਸਰ ਸਾਹਿਬ ਨੇ ਆ ਕੇ, ਜਿਹੜੇ ਕਿ ਰਾਮਾਨੁਜਨ ਦੇ ਪ੍ਰੋਫੈਸਰ ਸੀਗੇ ਹਾਰਡੀ, ਉਹਨਾਂ ਨੇ ਆ ਕੇ ਕਿਹਾ ਸੀ ਰਾਮਾਨੁਜਨ ਯਾਰ ਜਿਹੜੀ ਕਾਰ 'ਚ ਮੈਂ ਆਇਆ ਨਾ, ਕਾਰ ਦਾ ਨੰਬਰ ਬੜਾ ਬੋਰਿੰਗ ਹੈ। ਉਹ ਕਹਿੰਦਾ ਤੂੰ ਆਪਣੀ ਕਾਰ ਦਾ ਨੰਬਰ ਦੱਸ, ਚੱਲ ਬਾਅਦ 'ਚ ਗੱਲ ਕਰਾਂਗੇ। ਉਹ ਕਹਿੰਦਾ ਮੇਰੀ ਕਾਰ, ਉਹ ਪਰ ਚਾਂਸ ਉਹਦੀ ਕਾਰ ਦਾ ਨੰਬਰ 1729 ਸੀ ਜਿਹੜਾ ਉਹਨੇ ਦੱਸਿਆ। ਅੱਛਾ। ਕਹਿੰਦਾ 1729 ਹਾਰਡੀ, ਕਹਿੰਦਾ ਇਹ ਉਹ ਬਹੁਤ ਦਿਲਚਸਪ ਨੰਬਰ ਹੈ। ਕਹਿੰਦਾ ਕਿਵੇਂ? ਕਹਿੰਦਾ ਇਹ ਨੰਬਰ 12 ਦਾ ਕਿਊਬ ਕਰੋ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਇਸ ਨੰਬਰ ਨੂੰ ਕਿਊਬ ਕਰਕੇ 1 ਦਾ ਕਿਊਬ ਕਰ ਦਿਓ, ਜੋੜ ਦਿਓ ਦੋਨਾਂ ਨੂੰ, ਕਹਿੰਦਾ 1728 ਜਮਾ 1, ਕਹਿੰਦਾ ਬਣ ਗਿਆ 1729। ਲੈ ਚੱਕ, ਕਹਿੰਦਾ ਤਾਂ ਇਹ ਸੀ ਸਾਡੇ ਦੇਸ਼ ਦੇ ਰਾਮਾਨੁਜਨ ਜਿਹਦੇ ਨਾਮ ਤੇ ਨੰਬਰ ਬਣ ਗਿਆ। ਹੈ ਨੰਬਰ ਤਾਂ ਦੇਖੋ ਗੁਰਪ੍ਰੀਤ ਜੀ ਤਾਂ ਹੀ ਬਣਨਗੇ ਜੇ ਤੁਸੀਂ ਕੁਝ ਕਰਕੇ ਦਿਖਾਓਗੇ, ਹੈ ਨਾ। ਤਾਂ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਲੁਕੀਆਂ ਪਈਆਂ ਕਿਤਾਬਾਂ ਦੇ ਵਿੱਚ, ਛੁਪੀਆਂ ਪਈਆਂ, ਸਾਡੇ ਵੈਦਿਕ ਮੈਥ 'ਚ ਛੁਪੀਆਂ ਲਿਆਓ ਤਾਂ ਸਹੀ ਨਾ, ਦੱਸੋ ਤਾਂ ਸਹੀ ਨਾ ਸਮਾਜ ਨੂੰ। ਹੁਣ ਅੱਜ ਅਬੈਕਸ ਮਸ਼ਹੂਰ ਹੋ ਗਿਆ ਸਾਡਾ, ਹੈ ਨਾ ਜੀ। ਉਹ ਠੀਕ ਹੈ, ਕਿਸੇ ਵੀ ਦੇਸ਼ ਨੇ ਉਸ ਦੀ ਖੋਜ ਕੀਤੀ ਹੈ, ਕਿਸੇ ਦੇਸ਼ ਨੇ ਉਸ ਨੂੰ ਪ੍ਰਚਲਿਤ ਕੀਤਾ, ਪਰ ਸਾਡਾ ਵੈਦਿਕ ਮੈਥ ਕਿੱਥੇ ਗਿਆ? ਕਿਉਂ ਨਹੀਂ ਅਸੀਂ ਲੋਕਾਂ ਤੱਕ ਪਹੁੰਚਾ ਸਕੇ ਉਸ ਨੂੰ? ਆਪਾਂ ਦੂਸਰੀ ਚੀਜ਼ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼, ਹਾਂ ਸਾਡੀਆਂ ਬਹੁਤ ਕੁਝ ਅਸੀਂ ਉਹਦੇ ਲਈ ਕੋਸ਼ਿਸ਼ ਕਰਦੇ, ਪਰ ਸਾਡੀਆਂ ਚੀਜ਼ਾਂ ਕਿਉਂ ਨਹੀਂ ਅਸੀਂ ਗ੍ਰਹਿਣ? ਉਹ ਤਾਂ ਪੜ੍ਹੀਆਂ ਹੀ ਨਹੀਂ। ਮੈਂ ਤਾਂ ਫੇਰ ਇਹ ਕਹਿ ਰਿਹਾ ਵੀ ਸਾਰੀ ਜ਼ਿੰਦਗੀ ਵੀ ਘੱਟ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਦੇ, ਸਿੱਖਣ ਦੇ ਲਈ। ਆਹ ਦੇਖੋ ਹੁਣ ਤੁਹਾਨੂੰ ਇੱਕ ਹੋਰ ਚੀਜ਼ ਮੈਨੂੰ ਯਾਦ ਆ ਰਹੀ ਹੈ, ਵੰਡਰਸਮ। ਵੀ ਕਮਾਲ ਦੀ ਗੱਲ ਤਾਂ ਇਹ ਹੈ ਵੀ ਕੋਈ ਦੋ ਨੰਬਰ, ਕੋਈ ਐਸਾ ਨੰਬਰ ਬੋਲੋ ਗੁਰਪ੍ਰੀਤ ਜੀ ਤੁਸੀਂ ਜਿਹੜਾ 3
ਅੰਕ ਹੋਣ ਉਹਦੇ 'ਚ ਤੇ ਤਿੰਨੋਂ ਵੱਖਰੇ ਵੱਖਰੇ ਹੋਣ। 329 329 ਤਾਂ ਇਹਨਾਂ ਨੇ ਬੋਲਿਆ ਜੀ 329। ਹੁਣ ਇਹਨੂੰ ਤੁਸੀਂ ਉਲਟਾ ਕੇ ਲਿਖ ਲਓ, ਕਿੰਨਾ ਬਣ ਗਿਆ ਜੀ? 923 ਬਣ ਗਿਆ। ਹੁਣ ਜਿਹੜਾ ਵੱਡਾ ਉਹਦੇ ਚੋਂ ਛੋਟਾ ਘਟਾ ਲਓ ਜੀ। ਠੀਕ ਹੈ। 13 ਚੋਂ 9 ਗਏ, 11 ਚੋਂ 2 ਗਏ 9, ਤੇ ਇੱਥੇ ਰਹਿ ਗਏ ਸਾਡੇ ਕੋਲ 8, 8 ਚੋਂ 3 ਗਏ 5, 594 ਜੀ। ਇਹਨੂੰ ਫੇਰ ਉਲਟਾ ਲਓ ਜੀ। 495 ਲਓ ਜੀ, ਜੋੜ ਲਓ ਜੀ। ਹਰ ਵਾਰੀ ਕੋਈ ਨੰਬਰ ਲੈ ਲਿਓ, ਐਂ ਹੀ ਆਊਗਾ, ਇੰਨਾ ਹੀ ਜਵਾਬ ਆਊਗਾ। ਇਸ ਲਈ ਇਸ ਦਾ ਨਾਮ ਪਿਆ ਵੰਡਰ ਸਮ, ਅਚੰਬਾ। ਅੱਛਾ, ਯਾਨੀ ਕਿ ਹਰ ਵਾਰ ਨੰਬਰ ਜਿਹੜਾ ਆਨਸਰ ਹੈ ਇਹੀ ਆਊਗਾ। ਇਹੀ ਆਊਗਾ। ਆਪਾਂ ਹੋਰ ਕਰਦੇ ਹਾਂ ਫਿਰ। ਚਲੋ ਚਲੋ ਪਿਆਰ ਆਪਾਂ ਲੱਗਦਾ 524 524। ਲਓ ਜੀ, 524 ਦਾ ਉਲਟਾ ਲਓ। 425 ਵੱਡੇ ਚੋਂ ਛੋਟਾ ਘਟਾਓ। 14 ਚੋਂ 5 ਗਏ, 11 ਚੋਂ 2 ਗਏ 0, ਉਲਟਾਓ 990, ਜੋੜੋ 918। ਹਾਲੋ ਚੱਕੋ। ਓਏ ਹਿਸਾਬ ਹੀ ਪੜਾਇਆ ਜਾ ਰਿਹਾ, ਚਿੰਤਾ ਨਾ ਕਰੋ। ਹਿਸਾਬ ਹੈ, ਹਿਸਾਬ ਜਿਹਨੂੰ ਕਹਿੰਦੇ ਬਹੁਤ ਔਖਾ ਹੈ। ਉਹ ਬੇਸਿਕ ਤਾਂ ਦੱਸੀਆਂ ਨਹੀਂ, ਸਿੱਧੇ ਫਾਰਮੂਲੇ ਰਟਾਤੇ, ਔਖਾ ਹੀ ਲੱਗੂਗਾ। ਜੇ ਮੈਂ ਡਾਕਟਰੀ ਪੜਾਵਾਂ ਨਾ ਤੇ ਮੈਂ ਕਹਾਂ ਵੀ ਗੁਰਪ੍ਰੀਤ ਕਰੀ ਮੇਰਾ ਆਪਰੇਸ਼ਨ, ਫੇਰ ਤਾਂ ਉਹ ਗੱਲ ਹੋਗੀ ਨਾ। ਪੜ੍ਹਾਈ ਜ਼ਰੂਰੀ ਹੈ ਭਾਈ, ਬੇਸਿਕ ਗੱਲਾਂ ਸਿੱਖ ਲਓ, ਬੇਸਿਕ ਸਿੱਖ ਲਓ ਬਸ। ਮੈਂ ਤਾਂ ਇਹੀ ਕਹਿੰਦਾ ਵੀ ਬੇਸਿਕ ਸਿੱਖ ਲਓ, ਸਭ ਕੁਝ ਆ ਜਾਊਗਾ ਤੁਹਾਨੂੰ। ਬਿਲਕੁਲ ਬਿਲਕੁਲ। ਚੀਜ਼ਾਂ ਬਹੁਤ ਨੇ। ਮੈਂ ਵੇਖਿਆ ਕਿ ਜਿਵੇਂ ਕਿ ਮੈਥ, ਜਿਵੇਂ ਹੁਣ ਮੈਨੂੰ ਨਾਲ ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ, ਜਿਵੇਂ ਪਹਿਲਾਂ ਵੀ ਆਇਆ ਸੀ ਡਾਕਟਰ ਸਾਹਿਬ ਕੋਲੇ, ਪਹਿਲਾਂ ਵੀ ਚੀਜ਼ਾਂ ਮੈਂ ਵੇਖੀਆਂ ਸੀ, ਪਰ ਮੈਨੂੰ ਹੁਣ ਜਦ ਦੇਖ ਰਿਹਾ ਕਿਉਰਿਓਸਿਟੀ ਮੇਰੀ ਵੀ ਵੱਧ ਰਹੀ ਹੈ ਵੀ ਮੈਂ ਹੁਣ ਹੋਰ ਅਗਲੇ ਨੰਬਰ ਫੜਾਂ। ਜਿਵੇਂ ਪਹਿਲਾਂ ਸਕੁਅਰ ਰੂਟ ਸੀਗਾ, ਮੇਰੇ ਅੰਦਰ ਦੀ ਜਿਗਿਆਸਾ ਵਧੀ ਜਾਂਦੀ ਹੈ। ਮੈਨੂੰ ਲੱਗਦਾ ਜਿਹੜੇ ਸਟੂਡੈਂਟਸ ਪੜ੍ਹ ਰਹੇ ਹੋਣਗੇ 11ਵੀਂ 12ਵੀਂ ਵਾਲੇ, ਉਹਨਾਂ ਦੀ ਜਿਹੜੀ ਕਿਉਰਿਓਸਿਟੀ ਉਹ ਤਾਂ ਵਧੂਗੀ, ਉਹ ਵਧੂਗੀ। ਬਿਲਕੁਲ ਬਿਲਕੁਲ, ਨੋ ਡਾਊਟ। ਦੇਖੋ, ਇਹ ਕਿਉਰਿਓਸਿਟੀ ਨੂੰ ਵਧਾਉਣਾ ਸਾਡੇ ਆਪਣੇ ਹੱਥ 'ਚ ਹੈ। ਜਿਵੇਂ ਡਾਕਟਰ ਦੇ ਹੱਥ 'ਚ ਹੈ ਤੁਹਾਡੀ ਬਾਡੀ ਦੀ ਇਮਿਊਨਿਟੀ ਨੂੰ ਵਧਾਉਣਾ, ਇਸ ਤਰ੍ਹਾਂ ਅਧਿਆਪਕ ਦੇ ਹੱਥ 'ਚ ਹੈ ਵਿਦਿਆਰਥੀ ਦੀ ਦਿਲਚਸਪੀ ਨੂੰ ਵਧਾਉਣਾ। ਠੀਕ ਹੈ। ਹੁਣ ਵਿਦਿਆਰਥੀ ਆਵੇ, ਉਹ ਬੈਠੇ, ਉਹ ਕਲਾਸ ਛੱਡ ਕੇ ਹੀ ਨਾ ਜਾ ਸਕੇ, ਫਿਰ ਤਾਂ ਹੈ ਨਾ ਅਸਲੀ ਗੱਲ, ਹੈ ਨਾ। ਆਹ ਚੀਜ਼ਾਂ ਜਿਹੜੀਆਂ ਚਾਹੀਦੀਆਂ, ਜੇ ਅਸੀਂ ਉਸ ਨੂੰ ਹਰ ਰੋਜ਼ ਨਵੀਂ, ਉਹ ਕੱਲ ਇਸ ਨੂੰ ਨਹੀਂ ਲੱਭੂਗਾ, ਉਹ ਕਹੂਗਾ ਅੱਜ ਨਵੀਂ ਚੀਜ਼ ਮਿਲਣੀ, ਉਹ ਚੱਲ ਮੈਂ ਨਹੀਂ ਘਰੇ ਰਹਿੰਦਾ, ਚੱਲ ਨਵੀਂ ਸਿੱਖ ਕੇ ਆਵਾਂਗੇ ਅੱਜ। ਕਿਉਂ? ਕਿਉਂਕਿ ਉਸ ਦੇ ਵਿੱਚ ਇਹ ਹੈ ਵੀ ਉਹ ਆਪਣੇ ਦੋਸਤਾਂ ਨੂੰ ਦਿਖਾਉਣਾ ਚਾਹੁੰਦਾ ਹੈ ਵੀ ਮੈਨੂੰ ਪਤਾ ਹੈ, ਤੈਨੂੰ ਤਾਂ ਪਤਾ ਹੀ ਨਹੀਂ ਇਹ। ਪਰ ਕਿਤਾਬਾਂ ਪੜ੍ਹੋ, ਕਿਤਾਬਾਂ ਦੇ ਵਿੱਚੋਂ ਇਹ ਗਿਆਨ ਲੱਭੀਏ ਆਪਾਂ, ਲੱਭ ਕੇ ਆਪਣੇ ਸਮਾਜ ਤੱਕ ਪਹੁੰਚਾਉਣਾ ਹੈ। ਕਿਉਂਕਿ ਇਹ ਆਪਾਂ ਨੇ ਨਹੀਂ ਕੁਝ ਕੀਤਾ ਹੋਇਆ, ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਕਿਤਾਬਾਂ 'ਚ ਲਿਖੀਆਂ ਹੋਈਆਂ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ। ਫਿਰ ਮੈਂ ਦਰਸ਼ਕਾਂ ਨੂੰ ਦੱਸਦਾ, ਕਈਆਂ ਨੂੰ ਭੁਲੇਖਾ ਲੱਗ ਜਾਂਦਾ ਵੀ ਪਤਾ ਨਹੀਂ ਸ਼ਾਇਦ ਇਹ ਆਪਣਾ ਹੀ ਕੋਈ ਦੱਸ ਰਿਹਾ, ਨਾ, ਪੜ੍ਹਿਆ ਹੋਇਆ ਤੁਹਾਡੇ ਤੱਕ ਪਹੁੰਚਾ ਰਿਹਾ। ਤੁਸੀਂ ਵੀ ਇਹਨਾਂ ਨੂੰ ਪੜ੍ਹੋ, ਤੁਹਾਡੇ ਕੋਲ ਵੀ ਕੋਈ ਨਵੀਆਂ ਚੀਜ਼ਾਂ ਹੈਗੀਆਂ, ਆਓ ਆਪਾਂ ਰਲ ਮਿਲ ਕੇ ਸ਼ੇਅਰ ਕਰੀਏ ਤੇ ਉਹਨਾਂ ਨੂੰ ਸਮਾਜ ਤੱਕ ਪਹੁੰਚਾਈਏ ਤੇ ਸਮਾਜ ਤੋਂ ਅੰਧਕਾਰ ਦੂਰ ਕਰੀਏ, ਹਨੇਰਾ ਦੂਰ ਕਰੀਏ। ਹਨੇਰਾ ਦੂਰ ਹੋ ਗਿਆ, ਆਪੇ ਪ੍ਰਕਾਸ਼ ਹੋ ਜਾਣਾ, ਚਾਨਣਾ ਹੋ ਜਾਣਾ। ਬਿਲਕੁਲ। ਅੱਛਾ, ਐਂਡ ਦੇ ਵਿੱਚ ਮੈਂ ਜਾਂਦੇ ਹੁਣ ਦਰਸ਼ਕਾਂ ਨੂੰ ਦਿਖਾਵਾਂ। ਭਾਈ ਸਾਹਿਬ ਆ ਜਾਓ, ਆਪਾਂ ਉਧਰ ਚੱਲਦੇ ਹਾਂ। ਇਹ ਕਿਹੜੀ ਤੁਸੀਂ ਉੱਥੇ ਆਹ ਹੁਣ ਮੈਂ ਦੇਖ ਰਿਹਾ ਵੀ ਟੂਟੀ ਚੱਲ ਰਹੀ ਹੈ, ਇਹ ਟੂਟੀ ਮੈਂ ਦਰਸ਼ਕਾਂ ਨੂੰ ਦਿਖਾ ਦੇਵਾਂ ਕਿ ਹਵਾ ਦੇ ਵਿੱਚ ਹੈ, ਇੱਧਰ ਕੋਈ ਸਪੋਰਟ ਨਹੀਂ, ਥੱਲੇ ਕੋਈ ਸਪੋਰਟ ਨਹੀਂ, ਪਰ ਇਹਦੇ ਵਿੱਚੋਂ ਪਾਣੀ ਨਿਕਲ ਜਾਂਦਾ। ਇਹ ਕਿਵੇਂ ਹੋ ਰਿਹਾ? ਇਸ ਦੇ ਵਿੱਚ ਕੀ ਹੈ ਕਿ ਇਹ ਪਰਾਵਰਤਨ ਤੇ ਅਪਵਰਤਨ। ਅਪਵਰਤਨ ਦੇ ਵਿੱਚ ਕੀ ਹੈ ਕਿ ਪ੍ਰਕਾਸ਼ ਦੀ ਕਿਰਨ ਜਦੋਂ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਂਦੀ ਹੈ ਨਾ, ਤਾਂ ਉਦੋਂ ਆਪਣਾ ਰਸਤਾ ਬਦਲ ਲੈਂਦੀ ਹੈ। ਕਿਉਂ ਬਦਲਦੀ ਹੈ? ਕਿਉਂਕਿ ਉਹ ਡਿਪੈਂਡ ਕਰਦਾ ਵੀ ਉਹ ਜਿਹੜਾ ਮਾਧਿਅਮ ਹੈ ਉਹ ਕਿਵੇਂ ਰੇਅਰਰ ਹੈ ਜਾਂ ਡੈਂਸਰ ਹੈ, ਸੰਘਣਾ ਹੈ ਜਾਂ ਵਿਰਲਾ ਹੈ। ਠੀਕ ਹੈ। ਤਾਂ ਹੁਣ ਉਹ ਜਦੋਂ ਉਸ ਮਾਧਿਅਮ ਦੇ ਵਿੱਚ ਜਾ ਰਹੀ ਹੈ ਕਿਰਨ, ਤਾਂ ਉਹ ਆਪਣਾ ਪਥ ਬਦਲਦੀ ਹੈ। ਠੀਕ ਹੈ। ਤਾਂ ਉਸ ਨੂੰ ਅਸੀਂ ਰਿਫਰੈਕਟਿਵ ਇੰਡੈਕਸ ਦੇ ਨਾਲ ਉੱਥੇ ਇੰਡੀਕੇਟ ਕਰਦੇ ਹਾਂ। ਤਾਂ ਹੁਣ ਮੈਂ ਤੁਹਾਨੂੰ ਇੱਥੇ ਦਿਖਾਉਣਾ ਚਾਹੁੰਦਾ ਵੀ ਇਹ ਜਿਹੜਾ ਪਾਣੀ ਹੈ ਇਹ ਇਹਦੇ ਵਿੱਚ ਚੱਲ ਰਿਹਾ ਹੈ। ਠੀਕ ਹੈ ਨਾ ਜੀ, ਪਾਣੀ ਚੱਲ ਰਿਹਾ, ਪਰ ਤੁਸੀਂ ਕਹੋ ਜੀ ਇਹਦੀ ਸਪਲਾਈ ਤਾਂ ਹੈ ਨਹੀਂ, ਪਰ ਪਾਣੀ ਟੂਟੀ 'ਚ ਕਿੱਥੋਂ ਆਈ ਜਾਂਦਾ? ਤਾਂ ਉਹ ਫੇਰ ਉਹੀ ਗੱਲ ਹੋ ਗਈ ਨਾ ਵੀ ਇਹ ਸਾਇੰਸ ਇਸ ਭੁਲੇਖਿਆਂ ਨੂੰ ਦੂਰ ਕਰ ਰਹੀ ਹੈ। ਹੁਣ ਮੈਂ ਤੁਹਾਨੂੰ ਦਿਖਾਊਂਗਾ ਕਿ ਸਾਡੀ ਅੱਖ ਹੈ ਜਿਹੜੀ, ਉਸ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ, ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ। ਤਾਂ ਉੱਥੋਂ ਮੈਂ ਸਵਿਚ ਨੂੰ ਜਿਹੜਾ ਹੈ ਆਫ ਕਰਦਾ, ਤਾਂ ਤੁਸੀਂ ਦੇਖੋਗੇ ਕਿ ਹੁਣ ਤੁਹਾਨੂੰ ਮੈਂ ਇਸ ਨੂੰ ਐਕਸਪਲੇਨ ਕਰੂੰਗਾ ਕਿ ਇਸ ਦੇ ਵਿੱਚ ਇਹ ਟੈਪ ਨੂੰ ਸਿਰਫ ਅਸੀਂ ਇਸ ਤਰ੍ਹਾਂ ਲਗਾਇਆ ਹੋਇਆ ਸੀ। ਹੁਣ ਆਹ ਜਿਹੜੀ ਪਾਈਪ ਲਗਾਈ ਗਈ ਹੈ ਜੀ, ਇਸ ਦਾ ਤੇ ਪਾਣੀ ਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਉਹ ਅਸੀਂ ਸੇਮ ਰੱਖਿਆ ਹੋਇਆ। ਪਾਣੀ ਦਾ 1.33 ਹੁੰਦਾ, ਤਾਂ ਇਹ ਜਿਹੜੇ ਐਕ੍ਰੈਲਿਕ ਲਗਾਈ ਹੈ ਇਹਦਾ ਵੀ 1.33 ਹੈ। ਤੇ ਦੋਨਾਂ ਦਾ ਰਿਫਰੈਕਟਿਵ ਇੰਡੈਕਸ ਸੇਮ ਹੋਣ ਕਰਕੇ ਜਦੋਂ ਦੋਨੋਂ ਆਪਸ ਦੇ ਵਿੱਚ ਮਿਲਣਗੇ, ਉਹਨੂੰ ਅੱਖ ਪਛਾਣ ਨਹੀਂ ਸਕਦੀ ਹੈ ਵੀ ਕਿਹੜਾ ਪਾਣੀ ਹੈ, ਕਿਹੜੀ ਪਾਈਪ ਹੈ। ਤਾਂ ਹੁਣ ਉਸ ਦੇ ਵਿੱਚ ਕੀ ਹੈ, ਇਹ ਅਸੀਂ ਥੱਲੇ ਪੰਪ ਲਗਾ ਕੇ ਉਸ ਦੇ ਨਾਲ ਪੰਪ ਅਪ ਕੀਤਾ ਪਾਣੀ ਨੂੰ। ਜਦੋਂ ਉਹ ਪਾਣੀ ਉੱਪਰ ਚੜ੍ਹਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹੀ ਪਾਣੀ ਜਿਹੜਾ ਉੱਪਰ ਚੜ੍ਹ ਰਿਹਾ, ਉਹੀ ਪਾਣੀ ਥੱਲੇ ਨੂੰ ਆ ਰਿਹਾ ਹੈ। ਬਿਲਕੁਲ। ਤੇ ਸਾਡੀ ਅੱਖ ਨੂੰ ਦੂਰੋਂ ਐਂ ਲੱਗਦਾ, ਉਹ ਵਾਹ, ਆ ਤਾਂ ਟੂਟੀ 'ਚੋਂ ਪਾਣੀ ਐਂ ਆਈ ਜਾਂਦਾ, ਪਿੱਛੋਂ ਸਪਲਾਈ ਕੋਈ ਹੈ ਹੀ ਨਹੀਂ।
ਪਰ ਜਦ ਵਿਗਿਆਨ ਦੱਸਤਾ ਨਾ ਤੁਹਾਨੂੰ ਤਾਂ ਮੇਰੇ ਖਿਆਲ ਤੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਆ ਵੀ ਆਹ ਜਿਹੜੀਆਂ ਵਿਗਿਆਨ ਨੇ ਚੀਜ਼ਾਂ ਸਾਡੇ ਕੋਲ ਕਰਕੇ ਦਿੱਤੀਆਂ ਹੋਈਆਂ ਜੇ ਇਹਨਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਈ ਜਾਈਏ, ਪੜ੍ਹੀ ਜਾਈਏ, ਦੱਸੀ ਜਾਈਏ ਤਾਂ ਮੇਰੇ ਖਿਆਲ ਤੇ ਉਹਨਾਂ ਦੀ ਦਿਲਚਸਪੀ ਤਾਂ ਵਧੂਗੀ ਪਰ ਉਹ ਗਿਆਨ ਹਾਸਲ ਕਰਕੇ ਕੁਛ ਨਾ ਕੁਛ ਸਾਨੂੰ ਨਵਾਂ ਜ਼ਰੂਰ ਕਰਕੇ ਦਿਖਾਣਗੇ। ਮੇਰਾ ਤਾਂ ਮੰਨਣਾ ਇਹ ਹੈ ਗੁਰਪ੍ਰੀਤ ਜੀ। ਚੀਜ਼ਾਂ ਬਹੁਤ ਨੇ, ਜਿਵੇਂ ਆਖਰ ਦੇ ਵਿੱਚ ਮੈਂ ਦਿਖਾਵਾਂ ਦਰਸ਼ਕਾਂ ਤੋਂ ਇਜਾਜ਼ਤ ਵੀ ਲੈਣੀ ਹੈ। ਇੱਕ ਆਹ ਚੀਜ਼ ਹੈ ਡਾਕਟਰ ਸਾਹਿਬ, ਇਹ ਕੀ ਹੈ? ਇਹ ਮੈਨੂੰ ਲੱਗਦਾ ਸੋਲਰ ਪੈਨਲ ਤੇ ਕੁਛ ਚੱਲਣ ਵਾਲੀ ਚੀਜ਼ਾਂ ਨੇ। ਦੇਖੋ ਬੇਸ਼ੱਕ ਮੈਂ ਫਿਰ ਦੱਸਦਾ ਤੁਹਾਨੂੰ ਵੀ ਇਹ ਜਿਹੜੀਆਂ એનર્ਜੀ ਕਿਟਸ ਬਣੀਆਂ ਬਣਾਈਆਂ ਸਾਨੂੰ ਅਵੇਲੇਬਲ ਹੈ ਪਰ ਇਸ ਦੇ ਪਿੱਛੇ ਪੜਾਉਣ ਦੇ ਲਈ ਦੱਸਣਾ ਵੀ ਆਹ ਚੀਜ਼ ਕੀ ਹੈ, ਕਿਵੇਂ ਬਣੀ ਹੈ ਇਹ। ਇਸ ਦੇ ਵਿੱਚ ਸੈਲੀਨੀਅਮ ਲਾਇਆ, ਇਹ ਸੋਲਰ ਸੈੱਲ ਬਣਾਇਆ ਅਸੀਂ। ਹੁਣ ਸੋਲਰ ਸੈੱਲ ਤੋਂ ਸੋਲਰ ਪੈਨਲ ਬਣਾਇਆ ਜਾਂਦਾ। ਉਹ ਸੋਲਰ ਪੈਨਲ ਨੂੰ ਜਦੋਂ ਅਸੀਂ ਇਸ ਨੂੰ ਧੁੱਪੇ ਰੱਖਾਂਗੇ ਤਾਂ ਇਹ ਪੱਖਾ ਆਪਣੇ ਆਪ ਚੱਲਣ ਲੱਗ ਪੈਣਾ। ਇਹਦੇ ਵਿੱਚ ਕੋਈ ਸਵਿਚ ਨਹੀਂ ਹੈ, ਕੁਝ ਨਹੀਂ ਹੈ। ਤੁਸੀਂ ਦੇਖੋ ਇਸ ਨੂੰ ਬਸ ਮੈਂ ਧੁੱਪੇ ਹੀ ਕਰਨਾ। ਆ ਲਓ, ਆ ਦੇਖੋ ਇਸ ਨੂੰ ਮੈਂ ਧੁੱਪੇ ਕੀਤਾ, ਇਹ ਭਾਵੇਂ ਛਾਵੇਂ ਰਹੇ ਕੋਈ ਦਿੱਕਤ ਨਹੀਂ ਹੈ। ਆ ਦੇਖੋ ਇਸ ਨੂੰ ਮੈਂ ਧੁੱਪੇ ਕਰਤਾ ਹੋਇਆ। ਹੁਣ ਜਿਵੇਂ ਮੈਂ ਇਸ ਨੂੰ ਛਾਵੇਂ ਕਰੂੰਗਾ ਇਹਨੇ ਰੁਕ ਜਾਣਾ, ਤੁਸੀਂ ਦੇਖ ਲਿਓ ਸਪੀਡ ਘਟ ਗਈ। ਹੁਣ ਇਹਨੇ ਰੁਕ ਜਾਣਾ ਜੀ, ਦੇਖਦੇ ਚੱਲੋ ਤੁਸੀਂ, ਕਿਉਂਕਿ ਹੁਣ ਛਾਂ ਦੇ ਵਿੱਚ ਆ ਗਈ ਹੋਈ ਹੈ ਇਹ ਚੀਜ਼ ਸਾਡੀ। ਹਾਂ ਬਿਲਕੁਲ ਰੁਕੀ ਜੀ। ਉਹ ਤਾਂ ਵਿਗਿਆਨ ਹੈ ਜੀ, ਵਿਗਿਆਨ ਤਾਂ ਸੱਚਾਈ ਦਾ ਨਾਮ ਹੈ। ਤਾਂ ਇਸੇ ਤਰੀਕੇ ਦੇ ਨਾਲ ਜੇ ਅਸੀਂ ਇਸ ਪੱਖੇ ਨੂੰ ਫਿਰ ਧੁੱਪੇ ਫਿਰ ਚੱਲ ਪਿਆ। ਹੁਣ ਦੇਖਣਾ ਹੈ ਵੀ ਇਹ ਕਿੰਨੀ ਵੋਲਟੇਜ ਇਸ ਵੇਲੇ ਮਿਲ ਰਹੀ ਹੈ ਸਾਨੂੰ ਧੁੱਪ ਤੋਂ। ਅੱਛਾ, ਤਾਂ ਇਹ ਸਾਨੂੰ ਜਿਹੜਾ ਸਾਡਾ ਵੋਲਟ ਮੀਟਰ ਹੈ ਉਹ ਦੱਸ ਦਿੰਦਾ। ਇਹ ਦੇਖੋ ਤਾਂ ਇਸ ਵੇਲੇ 2 ਵੋਲਟ ਜਿਹੜਾ ਹੈ ਇਹ ਪੋਟੈਂਸ਼ੀਅਲ ਡਿਫਰੈਂਸ ਹੈ, ਇਹ ਧੁੱਪ ਤੋਂ ਮਿਲ ਰਿਹਾ ਹੈ ਇਸ ਨੂੰ। ਜੇ ਇਹ ਜੇ 2-2 ਵੋਲਟ ਦੇ ਆਪਾਂ 6 ਸੈੱਲ ਲਾ ਦਈਏ 12 ਵੋਲਟ ਕੱਢ ਲਿਆ ਇੱਥੋਂ ਹੀ ਧੁੱਪ ਤੋਂ ਹੀ। ਇਸੇ ਤਰ੍ਹਾਂ ਹੀ ਇਹਨਾਂ ਦਾ ਕੰਬੀਨੇਸ਼ਨ ਬਣਾ ਕੇ ਸਾਡੀਆਂ ਬਿਲਡਿੰਗਾਂ ਦੇ ਉੱਤੇ ਲਗਾ ਕੇ ਅਸੀਂ ਘਰ ਦੇ ਵਿੱਚ ਜਿਹੜਾ ਹੈਗਾ ਸੋਲਰ ਪੈਨਲ ਯੂਜ਼ ਕਰ ਰਹੇ ਹਾਂ, ਉਹ ਯੂਜ਼ ਹੋ ਰਹੇ ਆ। ਹੁਣ ਇਸੇ ਚੀਜ਼ ਨੂੰ ਅਸੀਂ ਬੱਲਬ ਜਗਾ ਸਕਦੇ ਹਾਂ। ਆ ਦੇਖੋ ਹੁਣ ਕੋਈ ਬੱਲਬ ਜਿਹੜਾ ਇਹ ਜਗ ਨਹੀਂ ਰਿਹਾ ਕਿਉਂਕਿ ਛਾਵੇਂ ਹੈ। ਆ ਲਓ ਧੁੱਪੇ ਕਰਨ ਦੀ ਦੇਰ ਹੈ ਬਸ ਮੇਰੇ। ਇਹਨੂੰ ਲਗਾਓ ਜੀ ਚੰਗੀ ਤਰ੍ਹਾਂ, ਲੱਗਿਆ ਨਹੀਂ ਹੋਣਾ ਮੇਰੇ ਕੋਲ। ਹਾਂ ਆ ਲੱਗ ਗਿਆ, ਬਿਲਕੁਲ ਚੱਲ ਪਿਆ, ਲਾਲ ਹੋ ਗਈ। ਠੀਕ ਹੈ ਨਾ ਜੀ, ਇਹਨੂੰ ਛਾਵੇਂ ਕਰ ਲੂੰਗਾ ਬੰਦ ਹੋ ਜਾਣਾ ਇਹਨੇ। ਤਾਂ ਹੁਣ ਤੁਸੀਂ ਦੇਖੋ ਇਸੇ ਦੇ ਨਾਲ ਅਸੀਂ ਜਿਹੜਾ ਹੈਗਾ ਸਾਊਂਡ, ਮੈਂ ਦਰਸ਼ਕਾਂ ਨੂੰ ਦੱਸਦਾ ਵੀ ਜੇ ਸਾਊਂਡ ਕੈਚ ਕਰ ਸਕਦੇ ਨੇ, ਸਾਊਂਡ ਆ ਰਿਹਾ ਹੁਣ ਕਿਉਂਕਿ ਸੋਲਰ ਪੈਨਲ ਜਿਹੜਾ ਆ ਉਹ ਧੁੱਪ ਦੇ ਵਿੱਚ ਆ, ਤੁਸੀਂ ਵੇਖ ਸਕਦੇ ਹੋ ਧੁੱਪ ਦੇ ਵਿੱਚ ਹੈ। ਪੱਖਾ ਚੱਲਿਆ, ਵੋਲਟ ਪਤਾ ਲੱਗ ਗਿਆ ਵੀ ਮੀਟਰ ਦੇ ਵਿੱਚ ਆ ਗਿਆ, ਬਲਬ ਚਲਾ ਕੇ ਦਿਖਾਤਾ, ਹੁਣ ਮਿਊਜ਼ਿਕ ਜਿਹੜਾ ਵੱਜ ਰਿਹਾ ਹੈ। ਹਾਂ ਇਸੇ ਤਰ੍ਹਾਂ ਦੇ ਨਾਲ ਹੀ ਅਸੀਂ ਧਰਤੀ ਦੇ ਵਿੱਚੋਂ ਪਾਣੀ ਕੱਢ ਸਕਦੇ ਹਾਂ। ਮੈਂ ਵੇਖ ਰਿਹਾ ਪਿੱਛੇ ਛੋਟਾ ਜਿਹਾ ਨਲਕਾ ਲਾਇਆ ਹੋਇਆ ਮਾਸਟਰ ਜੀ ਉਹਨਾਂ ਨੇ, ਤੇਰੇ ਵਿੱਚੋਂ ਹੀ ਕੱਢ ਰਹੇ ਨੇ। ਆ ਦੇਖੋ ਤੁਸੀਂ ਪੈਪ ਲਾਇਆ ਹੋਇਆ, ਨਲਕੇ ਦੇ ਵਿੱਚੋਂ ਪਾਣੀ ਚੱਲੀ ਜਾਂਦਾ। ਇਹ ਦੇਖੋ ਇਹ ਸਾਡਾ ਇੱਕ ਸੋਲਰ ਪੈਨਲ ਹੈ ਕਿਉਂਕਿ ਇਸ ਦੇ ਵਿੱਚ ਸੋਲਰ ਸੈੱਲ ਨੇ ਜਿਹੜੇ ਅਸੀਂ ਉਹ ਲਾਤੇ ਹੋਏ ਆ। ਠੀਕ ਹੈ ਨਾ ਜੀ। ਹੁਣ ਇਹ ਜਿਹੜੇ ਸੋਲਰ ਸੈੱਲ ਨੇ ਜੇ ਇਸ ਨੂੰ ਇਸ ਤਰ੍ਹਾਂ ਅਸੀਂ ਰੱਖਤਾ ਸੂਰਜ ਦੇ ਵੱਲ ਨੂੰ ਕਰਕੇ ਤਾਂ ਹੁਣ ਇਹ ਪੰਪ ਆਊਟ ਕਰ ਰਿਹਾ ਪਾਣੀ ਜਿਹੜਾ ਹੈ ਧਰਤੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ। ਤਾਂ ਹੁਣ ਜੇ ਇਸ ਦੇ ਸਾਹਮਣੇ ਮਤਲਬ ਸ਼ੈਡੋ ਆ ਜਾਏਗੀ, ਛਾਂ ਆ ਜਾਏਗੀ ਤਾਂ ਤੁਸੀਂ ਦੇਖੋ ਵੀ ਇਸ ਨੇ ਬੰਦ ਹੋ ਜਾਣਾ। ਉਹ ਬੰਦ ਹੋ ਗਿਆ ਬਿਲਕੁਲ। ਆ ਹੁਣ ਵਿਦਿਆਰਥੀ ਅੱਗੇ ਆਇਆ, ਉਹ ਜਦੇ ਬੰਦ ਹੋ ਗਿਆ। ਅੱਗੇ ਆਇਓ ਵੀਰੇ। ਹਾਂ ਆ ਦੇਖੋ ਪਰਾਂ ਹੋ ਜਾਓ ਬੇਟੇ। ਇਹ ਆ ਦੇਖੋ ਕੀ ਬਾਤ ਹੈ। ਤਾਂ ਕਿਵੇਂ ਪੰਪ ਆਊਟ ਕਰ ਰਿਹਾ ਹੈ ਵਾਟਰ ਵਿਦ ਦਾ ਹੈਲਪ ਆਫ ਸੋਲਰ એનર્ਜੀ। ਤਾਂ ਸੋਲਰ એનર્ਜੀ ਸਾਡੇ ਕੋਲ ਇੱਕ ਐਸਾ ਸੋਰਸ ਹੈ ਜਿਹੜੀ ਕਿ ਸੂਰਜੀ ਊਰਜਾ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਸ਼ਨ ਦਿੱਤੀ ਜਾ ਰਹੀ ਹੈ। ਫਿਰ ਉਹਨਾਂ ਨੂੰ ਇਹ ਪ੍ਰਿੰਸੀਪਲ ਪੜ੍ਹਾਏ ਜਾਂਦੇ ਆ, ਫਿਰ ਦੱਸਿਆ ਜਾਂਦਾ ਵੀ ਇੰਨੀਆਂ ਇਹ ਜਿਹੀਆਂ ਡਿਵਾਈਸਾਂ ਦੇ ਨਾਲ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਆਪਣੀ ਕਾਰ ਦੇ ਉੱਤੇ ਸੋਲਰ ਪੈਨਲ ਲਗਾ ਲਓਗੇ ਤਾਂ ਕਾਰਾਂ ਸੋਲਰ એનર્ਜੀ ਨਾਲ ਚੱਲਣ ਲੱਗ ਪੈਣਗੀਆਂ। ਕੋਈ ਉਹਦੇ 'ਚ ਹੈ ਨਹੀਂ। ਜਿਸ ਤਰ੍ਹਾਂ ਐਲਨ ਮਾਸਕ ਨੇ ਅੱਜ ਟੈਸਲਾ ਕੰਪਨੀ ਆਪਣੀ ਬਣਾ ਲਈ ਤੇ ਉਹ ਟੈਸਲਾ ਉਹਦੇ ਨਾਲ ਹੀ ਚੱਲਦੀਆਂ ਹੈ ਨਾ। ਤਾਂ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਵਿਦਿਆਰਥੀਆਂ ਤੱਕ ਪਹੁੰਚਣਗੀਆਂ ਤਾਂ ਵਿਦਿਆਰਥੀ ਜ਼ਰੂਰ ਕੁਛ ਨਾ ਕੁਛ ਕਰਕੇ ਦਿਖਾਣਗੇ, ਇਸ ਦੇ ਕੋਈ ਸ਼ੱਕ ਨਹੀਂ। ਦਰਸ਼ਕਾਂ ਨੂੰ ਵੀ ਜਿਹੜੀ ਇਹ ਚੀਜ਼ ਪਸੰਦ ਆ ਰਹੀ ਹੋਊਗੀ ਕਿਉਂਕਿ ਚੀਜ਼ਾਂ ਬਹੁਤ ਨੇ। ਮੈਂ ਇਸੇ ਕਰਕੇ ਪਾਰਟਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇੱਥੇ ਜਿਹੜੀ ਚੀਜ਼ਾਂ ਨੇ ਸਾਇੰਸ ਦੇ ਵਿੱਚ ਦੇਖੀਏ, ਸਾਇੰਸ ਦਾ ਬਹੁਤ ਵੱਡਾ ਭੰਡਾਰ ਹੈ। ਜਿਵੇਂ ਦੱਸਿਆ ਕਹਿੰਦੇ ਚੰਗੇ ਗੁਰੂ ਦਾ ਚੰਡਿਆ ਹੋਇਆ ਕਦੇ ਮਾਰ ਨਹੀਂ ਖਾਂਦਾ, ਉਹੀ ਗੱਲ ਹੋਈ ਹੈ ਵੀ ਜੇ ਇਦਾਂ ਦੇ ਅਧਿਆਪਕ ਆਪਾਂ ਨੂੰ ਮਿਲਣ ਲੱਗੇ, ਇਦਾਂ ਦੀ ਸਿੱਖਿਆ ਹੀ ਆਪਾਂ ਨੂੰ ਮਿਲਣ ਲੱਗੀ ਤਾਂ ਮੈਨੂੰ ਲੱਗਦਾ ਕਦੇ ਵੀ ਕੋਈ ਬੰਦਾ ਲਾਈਫ ਦੇ ਵਿੱਚ ਕਦੇ ਵੀ ਠੇਡਾ ਨਹੀਂ ਖਾ ਸਕਦਾ, ਠੋਕਰ ਨਹੀਂ ਖਾ ਸਕਦਾ। ਅੱਛਾ ਅੰਤ ਦੇ ਵਿੱਚ ਡਾਕਟਰ ਸਾਹਿਬ ਆਪਣਾ ਨੰਬਰ ਜ਼ਰੂਰ ਦੱਸ ਦਿਓ। ਜਿਵੇਂ ਹੁਣ ਕਈ ਦੋਸਤ ਗੱਲਬਾਤ ਵੀ ਕਰਨਾ ਚਾਹੁੰਦੇ ਹੋਣਗੇ, NRI ਵੀਰ ਬੜੇ ਖੁਸ਼ ਹੁੰਦੇ ਨੇ ਗੱਲਬਾਤ ਕਰਕੇ, ਸੰਪਰਕ ਨੰਬਰ ਜ਼ਰੂਰ ਦੱਸੋ। ਧੰਨਵਾਦ ਕਰਦਾ ਸਾਰਿਆਂ ਦਾ। ਔਰ ਬਹੁਤ ਸਾਰੇ ਸਾਥੀ ਜਿਹੜੇ ਨੰਬਰ ਵੀ ਮੰਗਦੇ ਰਹਿੰਦੇ ਆ ਤਾਂ ਨੰਬਰ ਮੇਰਾ ਇਹੀ ਹੈ 98 150 60 464 9815060464। ਤੁਸੀਂ ਕਿਸੇ ਵੀ ਸਮੇਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ।
ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਹ ਸਨ ਡਾਕਟਰ ਜਸਵਿੰਦਰ ਸਿੰਘ ਜੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਦੇ ਵਿੱਚ ਆਇਆ ਸੀਗਾ ਮੈਂ, ਤੇ ਅੱਜ ਪਹਿਲਾਂ ਵੀ ਆਇਆ ਸੀ ਤੇ ਜਿੰਨੀਆਂ ਚੀਜ਼ਾਂ ਦਿਖਾਈਆਂ, ਜੇ ਮੈਨੂੰ ਲੱਗਦਾ ਜੇ ਇਹ ਚੀਜ਼ਾਂ ਵਾਇਰਲ ਹੋ ਗਈਆਂ ਤਾਂ ਇਹ ਵੀ ਹੋ ਸਕਦਾ ਮੈਸੇਜ ਜਸਵਿੰਦਰ ਸਿੰਘ ਜੀ ਨੂੰ ਇਹ ਵੀ ਆ ਸਕਦੇ ਨੇ ਵੀ ਭਾਈ ਜਸਵਿੰਦਰ ਸਿੰਘ ਜੀ ਦੇ ਵਿੱਚ ਤਾਂ ਹੁਣ ਕੋਈ ਬਾਬਾ ਬੂਬਾ ਵੀ ਆ ਗਿਆ, ਵੀ ਕੋਈ ਤੰਤਰ ਮੰਤਰ ਵੀ ਇਹ ਸਿੱਖ ਚੁੱਕੇ ਨੇ, ਕਿਉਂਕਿ ਪਾਣੀ ਤੇ ਅੱਗ ਲਾਤੀ, ਫਿਰ ਵਾਸ਼ਿੰਗ ਮਸ਼ੀਨ ਦਾ ਕੰਸੈਪਟ ਦਿਖਾਤਾ। ਬੜੀਆਂ ਚੀਜ਼ਾਂ ਐਸੀਆਂ ਸੀਗੀਆਂ ਜਿਹੜੇ ਹੁਣ ਫੁੱਲ ਖਿੜਨ ਲਾਤੇ, ਫੁੱਲ ਅਸਲ ਦੇ ਵਿੱਚ ਖਿੜਦੇ ਕਿਵੇਂ ਨੇ, ਪਾਣੀ ਤੇ ਫੁੱਲ ਖਿੜਨ ਲਾਤੇ। ਬੜੀਆਂ ਚੀਜ਼ਾਂ ਐਸੀਆਂ ਸੀ ਜਿਹੜੀਆਂ ਮੈਨੂੰ ਲੱਗਦਾ ਲੋਕਾਂ ਨੂੰ ਅੰਧਕਾਰ ਦੇ ਵਿੱਚ ਰੱਖੇ ਜਾਂਦੇ ਨੇ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਦੇਖਿਆ ਤਾਂ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ ਸੀਗੇ, ਸਾਇੰਸ ਦਾ ਇੰਨਾ ਪਤਾ ਨਹੀਂ ਸੀਗਾ, ਤੇ ਜਿਹੜੇ ਬਾਬੇ ਹੁੰਦੇ ਸੀ ਐਸੀਆਂ ਕੁਝ ਟੈਕਨੀਕਾਂ ਸਿੱਖ ਕੇ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਸੀਗੇ, ਇਹ ਟੈਕਨੀਕਾਂ ਸਿਖਾ ਕੇ ਤੁਹਾਨੂੰ ਇੱਕ ਬੜੇ ਵੱਡੇ ਅੰਧਕਾਰ ਦੇ ਵਿੱਚ ਰੱਖਦੇ ਸੀਗੇ। ਉਸ ਤੋਂ ਬਾਅਦ ਬੜਾ ਮੋਟਾ ਪੈਸਾ ਤੁਹਾਡੇ ਤੋਂ ਵਸੂਲ ਕੇ ਵਾਪਸ ਚਲੇ ਜਾਂਦੇ ਸੀ, ਫਿਰ ਗਾਇਬ ਹੋ ਜਾਂਦੇ ਸੀਗੇ। ਤੁਹਾਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ, ਮਾਲੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਸੀਗਾ। ਪਰ ਜੇ ਇਹ ਸਾਇੰਸ ਨੂੰ ਆਪਾਂ ਸਮਝ ਲਿਆ, ਜੇ ਆਪਾਂ ਸਾਇੰਸ ਨਾਲ ਖੇਡਣ ਲੱਗ ਗਏ, ਸਾਇੰਸ ਨੂੰ ਆਪਾਂ ਆਪਣਾ ਭਰਾ ਹੀ ਬਣਾ ਲਿਆ, ਦੋਸਤ ਬਣਾ ਲਿਆ, ਤਾਂ ਮੈਨੂੰ ਲੱਗਦਾ ਵੀ ਲਾਈਫ ਦੇ ਵਿੱਚ ਕਦੇ ਵੀ ਕੋਈ ਸਟੂਡੈਂਟ ਵਿਦਿਆਰਥੀ ਕਦੇ ਵੀ ਉਹਨੂੰ ਕੋਈ ਮੁਸ਼ਕਲ ਆ ਸਕਦੀ ਹੈ। ਮੈਥ ਨੂੰ ਕਿਸ ਤਰੀਕੇ ਦੇ ਨਾਲ ਸੌਖਾ ਕਰਤਾ, ਮੈਂ ਉਮੀਦ ਕਰਦਾ ਜਿਹੜੇ ਵਿਦਿਆਰਥੀ ਦੇਖ ਰਹੇ ਹੋਣਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਆਪਣੇ ਪੇਰੈਂਟਸ ਨਾਲ ਬੈਠ ਕੇ ਵੇਖਿਓ, ਦੇਖੋ ਕਿੰਨਾ ਮਜ਼ਾ ਆਉਂਦਾ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਉਮੀਦ ਕਰਦਾ ਇਦਾਂ ਦੀਆਂ ਹੋਰ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਹਾਜ਼ਰ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦੀ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।